ਸਤਨਾਮ। ਵਾਹਿਗੁਰੂ ਸਾਹਿਬ ਜੀਓ। ਮਹਾਨ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਕਮ ਨਦੀ ਜਾਏ ਤਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਕਮ ਨਦੀ ਜਾਏ ਤਰਨੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਪਹਿਰੋ ਮਹਲਾ ਪੰਜਵਾਂ, ਨਮਸਕਾਰ ਤਾਂ ਕੋ ਲਖ ਬਾਰ। ਇਹ ਮਨ ਦੀਜੈ ਤਾਂ ਕੋ ਵਾਰ, ਨਮਸਕਾਰ ਤਾਂ ਕੋ ਲਖ ਬਾਰ। ਇਹ ਮਨ ਦੀਜੈ ਤਾਂ ਕੋ ਵਾਰ। ਸਿਮਰਨ ਤਾਂ ਕੈ ਮਿਟਹਿ ਸੰਤਾਪ, ਹੋਏ ਆਨੰਦ ਨਾ ਵਿਆਪਹਿ ਤਾਪ। ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾਮ। ਰਹਾਉ ਜਾਂ ਕੀ ਦ੍ਰਿਸ਼ਟ ਦੁਖ ਡੇਰਾ ਟਹੈ, ਅੰਮ੍ਰਿਤ ਨਾਮ ਸੀਤਲ ਮਨ ਗਹੈ। ਅਨਕ ਭਗਤ ਜਾਂ ਕੇ ਚਰਨ ਪੁਜਾਰੀ, ਸਗਲ ਮਨੋਰਥ ਪੂਰਨ ਹਾਰੀ। ਖਿਨ ਮਹਿ ਊਣੇ ਸੁਪਰ ਭਰਿਆ, ਖਿਨ ਮਹਿ ਸੂਕੇ ਕੀਨੇ ਹਰਿਆ। ਖਿਨ ਮਹਿ ਨੀਥਾਵੇਂ ਕਉ ਦੀਨੋ ਥਾਨ, ਖਿਨ ਮਹਿ ਨਿਮਾਣੇ ਕਉ ਦੀਨੋ ਮਾਨ। ਸਭ ਮਹਿ ਏਕ ਰਹਿਆ ਭਰਪੂਰਾ, ਸੋ ਜਾਪੈ ਜਿਸ ਸਤਿਗੁਰ ਪੂਰਾ। ਹਰਿ ਕੀਰਤਨ ਤਾਂ ਕੋ ਆਧਾਰ, ਕਹੋ ਨਾਨਕ ਜਿਸ ਆਪ ਦਇਆਰ। ਸਭ ਮੈਂ ਏਕ ਰਹਿਆ ਭਰਪੂਰਾ, ਸੋ ਜਾਪੈ ਜਿਸ ਸਤਿਗੁਰ ਪੂਰਾ। ਹਰਿ ਕੀਰਤਨ ਤਾਂ ਕੋ ਆਧਾਰ, ਕਹੋ ਨਾਨਕ ਜਿਸ ਆਪ ਦਇਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਅਜ਼ਮਤ ਬਖਸ਼ਿਸ਼ ਚੜ੍ਹਦੀ ਸਵੇਰ ਅਸੀਂ ਸਤਸੰਗੀ ਬਣੇ ਹਾਂ। ਗੁਰੂ ਹਜ਼ੂਰੀ ਨੂੰ ਮਾਨਣ ਦਾ ਸਾਨੂੰ ਸੁਭਾਗ ਮਿਲਿਆ ਹੈ। ਖਾਸ ਰੂਪ ਦੇ ਵਿੱਚ ਜਿਵੇਂ ਬੰਦੀ ਛੋੜ ਦਿਵਸ ਅਸੀਂ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਉਹ ਮਹਾਨਤਮ ਪਰਉਪਕਾਰ ਜੋ ਮਾਨਵ ਕਲਿਆਣ ਹਿੱਤ ਉਸ ਜ਼ਮਾਨੇ ਵਿੱਚ ਜਦੋਂ ਕੋਈ ਸੋਚ ਵੀ ਨਹੀਂ ਸਕਦਾ ਕਿ ਇੱਕ ਐਸੀ ਡਿਪਲੋਮੈਟਿਕ, ਇੱਕ ਐਸੀ ਆਤਮਿਕ ਅਤੇ ਅਧਿਆਤਮਿਕ ਰੂਪ ਦੇ ਵਿੱਚ ਵਿਕਟਰੀ ਸਥਾਪਿਤ ਕੀਤੀ ਜਾ ਸਕਦੀ ਹੈ, ਜੋ ਗੁਰੂ ਹਰਗੋਬਿੰਦ ਮਹਾਰਾਜ ਨੇ ਉਸ ਜ਼ਮਾਨੇ ਵਿੱਚ ਕੀਤੀ, ਜਿਹਦੇ ਇਵਜ ਵਿੱਚ ਘਿਓ ਦੇ ਦੀਵੇ ਬਲੇ ਅਤੇ ਉਹਨਾਂ ਨੂੰ ਅੱਜ ਤੱਕ ਯਾਦ ਕਰਦਿਆਂ ਹੋਇਆਂ ਸਿੱਖ ਮਨਾਂ ਦੇ ਵਿੱਚ ਦੀਵਾਲੀ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਪਰੰਪਰਾ ਮੌਜੂਦ ਹੈ। ਉਸ ਪਾਵਨ ਪੁਰਬ ਨੂੰ ਅਸੀਂ ਯਾਦ ਕਰ ਰਹੇ ਹਾਂ ਅੱਜ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ। ਨਾਲ ਹੀ ਕਿਉਂਕਿ 1984 ਨਵੰਬਰ ਆ ਪਹਿਲਾ ਹਫ਼ਤਾ ਹੈ, ਅਸੀਂ ਆਪਣੇ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਵੀ ਯਾਦ ਕਰਦੇ ਹਾਂ ਜੋ ਇਸ ਰੀਸੈਂਟ ਹੋਏ ਜੈਨੋਸਾਈਡ ਸਿੱਖ ਕਤਲੇਆਮ ਦੇ ਵਿੱਚ ਆਪਣੀਆਂ ਜਾਨਾਂ ਗਵਾ ਗਏ। ਖੁਸ਼ੀ ਅਤੇ ਗਮੀ ਦੋਨਾਂ ਦਾ ਸੁਮੇਲ ਜੀਵਨ ਆ ਅਤੇ ਸਮਹਾਉ ਇਹ ਪੁਰਬ ਬਿਲਕੁਲ ਉਸੇ ਜਗ੍ਹਾ 'ਤੇ ਆ ਰਿਹਾ ਹੈ ਜਿੱਥੇ ਸਾਨੂੰ ਦੋਨਾਂ ਹੀ ਇਮੋਸ਼ਨਸ ਨੂੰ ਨਾਲ ਨਾਲ ਹੈਂਡ ਇਨ ਹੈਂਡਲ ਕਰਨਾ ਪੈਣਾ ਹੈ। ਸੋ ਆਪ ਚੜ੍ਹਦੀ ਪ੍ਰਭਾਤ ਗੁਰੂ ਹਜ਼ੂਰੀ ਆਏ ਹੋ। ਨੋ ਡਾਊਟ ਤਿਉਹਾਰ ਸੁੱਖ ਮੰਗਣ ਲਈ ਹੁੰਦੇ, ਸਭ ਦੀ ਚੜ੍ਹਦੀ ਕਲਾ ਵਾਸਤੇ ਹੁੰਦੇ, ਖੁਸ਼ੀ ਅਤੇ ਉਲਾਸ ਦੇ ਵਿੱਚ ਅਸੀਂ ਸਰਬੱਤ ਦੇ ਭਲੇ ਦੀ ਬਾਤ ਪਾਉਂਦੇ ਅਤੇ ਸਾਡਾ ਤਾਂ ਘਰ ਹੀ ਸਾਡੀ ਤੇ ਅਰਦਾਸ ਹੀ ਸਰਬੱਤ ਦੇ ਭਲੇ ਦੇ ਨਾਲ ਸਮਾਪਨ ਹੁੰਦੀ ਹੈ। ਸੋ ਉਸ ਰੂਪ ਵਿੱਚ ਅਸੀਂ ਕੁਝ ਬਾਤ ਕਰਾਂਗੇ। ਨਾਲ ਦੀ ਨਾਲ ਸਾਡਾ ਜ਼ਮਾਤੀ ਨਿਤਨੇਮ ਆਸਾ ਕੀ ਵਾਰ ਸਵੇਰੇ ਪੂਰਾ ਹੋਇਆ ਹੈ। ਹੁਣ ਸਮਾਂ ਲੜੀਵਾਰ ਗੁਰਸ਼ਬਦ ਵਿਆਖਿਆ ਦਾ ਹੈ, ਜਿਸ ਗੋਚਰੇ ਰਾਗ ਭੈਰੋ ਦਾ ਇਹ ਪਾਵਨ ਬਚਨ ਆਪ ਨੇ ਸਰਵਨ ਕੀਤਾ ਹੈ। ਗੁਰੂ ਅਰਜਨ ਸਾਹਿਬ ਇਹਨਾਂ ਬਚਨਾਂ ਨੂੰ ਉਚਰਿਤ ਕਰਨ ਵਾਲੇ ਨੇ। ਇਹਨਾਂ ਪਾਵਨ ਬਚਨਾਂ ਦੀ ਸੀ ਤਕਰੀਰ ਵਿਚਾਰ ਅਗਲੇ ਬਣਦੇ ਸਮੇਂ 'ਚ ਕਰਨੀ ਹੈ। ਹਮੇਸ਼ਾ ਦੀ ਤਰ੍ਹਾਂ ਜੋ ਬਚਨ ਦਾ ਵਿਚਾਰ ਦੀ ਪ੍ਰਾਰੰਭਤਾ ਹੈ ਉਹ ਮੁੱਖ ਸੁਨੇਹੇ ਤੋਂ ਕਰਾਂਗੇ, ਜੋ ਕਿ ਰਹਾਉ ਦਾ ਪਦਾ ਹੈ। ਗੁਰਦੇਵ ਜ਼ਿਕਰੇ ਕਰ ਰਹੇ ਨੇ ਕਿ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ। ਐਸੋ ਹੀਰਾ ਨਿਰਮਲ ਨਾਮ। ਗੁਰਬਾਣੀ ਅਗੰਮੀ ਅਲਾਹੀ ਸੰਦੇਸ਼ ਆਪਣੇ ਆਪ ਵਿੱਚ ਅਮਾ ਕੇ ਬੈਠੀ ਹੈ। ਲਿਟਰੇਚਰ ਦੇ ਪੱਖ ਤੋਂ ਅਸੀਂ ਦੇਖਿਆ ਜਾਏ, ਜੇ ਸਾਹਿਤਕ ਰੂਪ ਵਿੱਚ ਦੇਖੀਏ, ਤਾਂ ਇਸ ਤੋਂ ਸੁਪੀਰੀਅਰ ਹੋਰ ਕੋਈ ਸਾਹਿਤ ਨਹੀਂ ਹੋ ਸਕਦਾ, ਲਿਟਰੇਚਰ ਨਹੀਂ ਹੋ ਸਕਦਾ। ਲਿਟਰੇਚਰ ਦੇ ਅੰਦਰ ਜਦੋਂ ਕੋਈ ਚੀਜ਼ ਖਾਸ ਕਰਕੇ ਸ਼ਬਦਾਂ ਅੱਖਰਾਂ ਦੇ ਵਿੱਚ ਪ੍ਰੈਜ਼ੈਂਟ ਕੀਤੀ ਜਾਂਦੀ ਹੈ, ਉਹਦੀ ਪ੍ਰੈਜ਼ੈਂਟੇਸ਼ਨ ਦੇ ਮਲਟੀਪਲ ਰੀਜ਼ਨਸ ਹੁੰਦੇ ਨੇ। ਕੋਈ ਵੀ ਚੀਜ਼ ਜਦੋਂ ਸਾਹਿਤਕ ਰੂਪ ਵਿੱਚ ਉਸ ਵਿਧਾ ਦਾ ਹਿੱਸਾ ਬਣਦੀ ਹੈ, ਜਿਵੇਂ ਇੱਥੇ ਮਹਿਮਾ ਅਤੇ ਨਾਮ ਦੀ ਹੈ, ਕਿਉਂਕਿ ਬੀਤੇ ਕੱਲ੍ਹ ਵੀ ਬੜੀ ਡਿਟੇਲ 'ਚ ਗੱਲ ਹੋਈ ਸੀ। ਸਾਡਾ ਘਰ ਨਾਮ ਦਾ ਘਰ ਹੈ। ਅਸੀਂ ਨਾਮ ਜਪਣ ਦੀ ਗੱਲ ਪੜ੍ਹਦੇ ਹਾਂ, ਨਾਮ ਜਪਣ ਵਾਸਤੇ ਪ੍ਰੇਰਨਾ ਮਿਲਦੀ ਹੈ, ਨਾਮ ਨਾਲ ਜੁੜਨਾ ਹੈ। ਪਰ ਨਾਮ ਨੂੰ ਤਸ਼ਬੀਹ, ਜਿਹਨੂੰ ਕਹਿ ਲਓ ਮਿਸਾਲ ਦੇਣੀ, ਨਾਮ ਦੀ ਐਗਜ਼ਾਂਪਲਰੀ ਲੈਵਲ 'ਤੇ ਮੈਟਾਫੋਰਿਕ ਵੇ ਨਾਲ ਗੱਲ ਕਰਨੀ। ਬਾਬਾ ਜੀ ਕਹਿੰਦੇ ਐਸੋ ਹੀਰਾ ਨਿਰਮਲ ਨਾਮ। ਨਾਮ ਨੂੰ ਦੋ ਤਸ਼ਬੀਹਾਂ ਦਿੱਤੀਆਂ ਗਈਆਂ ਨੇ, ਦੋ ਐਗਜ਼ਾਮਪਲ ਕੀਤੀਆਂ ਗਈਆਂ ਨੇ ਉਹਦੇ ਵਾਸਤੇ, ਇੱਕ ਹੀਰਾ, ਇੱਕ ਨਿਰਮਲ। ਇਹਦੇ 'ਚ ਪਹਿਲਾਂ ਆਪਾਂ ਬਾਤ ਹੀਰੇ ਵਾਲੀ ਸਾਈਡ ਤੋਂ ਕਰ ਲੈਂਦੇ ਹਾਂ, ਫਿਰ ਅਸੀਂ ਨਿਰਮਲ ਦੀ ਬਾਤ ਕਰਾਂਗੇ। ਹੀਰਾ ਇਸ ਤਰ੍ਹਾਂ ਜਾਣੀਏ ਕਿ ਸਪੋਜ਼ ਜੇ ਮਿਸਾਲੀ ਤੌਰ 'ਤੇ ਗੱਲ ਕਰਨੀ ਹੋਏ, ਅਸੀਂ ਕਿਸਾਨੀ ਜੀਵਨ ਨਾਲ ਜੁੜੇ ਹੋਏ ਪੰਜਾਬ ਦੀ ਫਿਜ਼ਾ ਵਿੱਚੋਂ ਆਏ ਹਾਂ। ਕਿਸਾਨ ਇੱਕ ਖੇਤ ਬੀਜਦਾ, ਸਪੋਜ਼ ਇੱਕ ਖੇਤ ਬੀਜਿਆ ਉਸਨੇ ਅਤੇ ਮਿਹਨਤ ਕੀਤੀ, ਸਮਾਂ ਆਇਆ, ਫਸਲ ਪੱਕ ਗਈ। ਜਿਵੇਂ ਜਿਹਨੂੰ ਅਸੀਂ ਦੀਵਾਲੀ ਜਾਂ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਇਤਿਹਾਸਕ ਢੰਗ ਨਾਲ ਯਾਦ ਕਰ ਰਹੇ ਹਾਂ। ਇਹ ਹਾਰਵੈਸਟਿੰਗ ਫੈਸਟੀਵਲਸ ਨੇ। ਸਾਉਣੀ ਪੱਕ ਕੇ ਆਉਂਦੀ ਹੈ ਅਤੇ ਉਸ ਦੀ ਖੁਸ਼ੀ ਦੇ ਵਿੱਚ, ਜਿਵੇਂ ਵਿਸਾਖੀ ਹੈ, ਹਜ਼ਾਰਾਂ ਸਾਲ ਪੰਜਾਬ ਦੀ ਫਿਜ਼ਾਨ ਦੇ ਵਿੱਚ ਕਣਕ ਦੇ ਪੱਕਣ 'ਤੇ ਮਨਾਉਂਦੇ ਰਹੇ।
ਹਾਂ, ਜਦੋਂ ਗੁਰੂ ਬਾਬਾ ਜੀ ਨੇ ਸਾਡੀ ਸਾਰੇ ਕਲਚਰ ਨੂੰ ਮੋਡੀਫਾਈ ਕਰਤਾ, ਨਵੀਂ ਰੂਪਤਾ ਦੇ ਦਿੱਤੀ, ਸਾਡੇ ਲਈ ਵਿਸਾਖੀ ਖਾਲਸਾ ਸਾਜਨਾ ਪੁਰਬ ਹੋ ਗਿਆ। ਸੋ ਇਨ ਬਿਨ ਦੀਵਾਲੀ ਹਜ਼ਾਰਾਂ ਸਾਲਾਂ ਤੋਂ ਮਨਾਈ ਜਾਂਦੀ ਰਹੀ ਉਸ ਖਿੱਤੇ ਦੇ ਵਿੱਚ। ਹਾਰਵੈਸਟਿੰਗ ਫੈਸਟੀਵਲ ਸੀਗਾ, ਫਸਲਾਂ ਪੱਕਦੀਆਂ, ਲੋਕੀ ਖੁਸ਼ੀ ਮਨਾਉਂਦੇ। ਸੋ ਇਸ ਤਰ੍ਹਾਂ ਜਾਣੋ, ਇੱਕ ਪੂਰਾ ਏਕੜ ਖੇਤ ਝੋਨਾ ਲਾਇਆ, ਮਕਈ ਲਾਈ, ਕੋਈ ਵੀ ਚੀਜ਼ ਕਿਸਾਨ ਨੇ ਲਾਈ, ਅਤੇ ਉਹ ਹੋਇਆ ਇਸ ਰੂਪ ਦੇ ਵਿੱਚ ਕਿ ਫਸਲ ਪੱਕ ਕੇ ਤਿਆਰ ਹੋ ਗਈ। ਹੁਣ ਫਸਲ ਤਿਆਰ ਹੋ ਗਈ ਅਤੇ ਇੱਕ ਪੂਰੇ ਕਿੱਲੇ 'ਚ ਬਿਖਰੀ ਹੈ। ਕਿਸਾਨ ਦੀ ਕਮਾਈ ਇੱਕ ਪੂਰੇ ਏਕੜ 'ਚ ਖਿਲਰੀ ਹੋਈ ਹੈ। ਅੱਛਾ, ਕਿਸਾਨ ਨੇ ਕੀ ਕੀਤਾ? ਕੰਬਾਈਨ ਲਿਆਂਦੀ, ਅੱਜ ਦੀ ਮਾਡਰਨ ਗੱਲ ਕਰਦੀ ਹੈ ਜੇ, ਅਤੇ ਕੰਬਾਈਨ ਲਿਆ ਕੇ ਖੇਤ ਪੂਰੇ ਦਾ ਕਿੱਲਾ ਵੱਢ ਲਿਆ। ਵੱਢ ਕੇ ਜਿਹੜੀ ਉਹਦੀ ਕਮਾਈ, ਜਿਹੜੀ ਉਹਦੀ ਖਾਸ ਕਰਕੇ ਸਰਮਾਇਆ ਇੱਕ ਏਕੜ 'ਚ ਖਿਲਰਿਆ ਪਿਆ ਸੀਗਾ, ਉਹ ਹੁਣ ਪਤਾ ਕੀ ਹੋਇਆ? 6 ਬਾਈ 10 ਜਾਂ 11 ਫੁੱਟ ਦੀ ਟਰਾਲੀ ਜਿਹੜੀ ਹੁੰਦੀ ਹੈ ਉਹਦੇ 'ਚ ਸਮਾ ਗਿਆ। ਇੱਕ ਏਕੜ ਦੇ ਵਿੱਚੋਂ ਸਾਰੀ ਉਹਦੀ ਕਮਾਈ ਇੱਕ ਇੰਨੀ ਕੁ ਜਗ੍ਹਾ ਦੇ ਵਿੱਚ 6 ਬਾਈ 11 ਫੁੱਟ ਦੀ ਜਿਹੜੀ ਟਰਾਲੀ ਹੁੰਦੀ ਹੈ ਉਹਦੇ ਵਿੱਚ ਇਕੱਠਾ ਹੋ ਗਿਆ। ਠੀਕ ਹੈ ਜੀ। ਹੁਣ ਉਹ ਟਰਾਲੀ ਭਰ ਕੇ ਕਿਸਾਨ ਲੈ ਗਿਆ ਮੰਡੀ ਵਿੱਚ। ਮੰਡੀ ਲਿਜਾ ਕੇ ਉਸਨੇ ਤੁਲਾ ਦਿੱਤੀ, ਤੁਲ ਗਈ ਉਹ। ਤੁਲਣ ਤੋਂ ਬਾਅਦ ਉਹ ਸਾਰੀ ਇੱਕ ਏਕੜ ਦੀ ਜਿਹੜੀ ਕਮਾਈ ਸੀਗੀ, ਉਹ ਹੁਣ ਕੋਈ 1.5-2 ਇੰਚ ਦੀ ਜਿਹੜੀ ਉਹਦੀ ਪੋਕਟ ਆ, ਜੇਬ ਆ, ਇਹਦੇ ਵਿੱਚ ਆ ਗਈ ਬਿਲਸ ਦੀ ਨੋਟਾਂ ਦੀ ਸ਼ਕਲ ਦੇ ਵਿੱਚ। ਮਤਲਬ ਕਮਾਈ ਉਹੀ ਹੈ ਜਿਹੜੀ ਕਿੱਲੇ 'ਚ ਫੈਲੀ ਸੀ ਪੂਰੇ। ਉਹ ਸਰਮਾਇਆ ਕਿੱਲੇ ਵਾਲਾ ਇੱਕ ਟਰਾਲੀ 'ਚ ਆ ਗਿਆ, ਟਰਾਲੀ ਤੋਂ ਜਾ ਕੇ ਮੰਡੀ ਤੁਲਿਆ, ਅਤੇ ਉਹ ਇੱਕ ਪਾਕਟ 'ਚ ਇੰਨੀ ਕੁ ਜਗ੍ਹਾ ਦੇ ਵਿੱਚ ਨੋਟਾਂ ਦੇ 'ਚ ਫਿੱਟ ਹੋ ਗਿਆ। ਅੱਛਾ, ਉਹ ਜਿਹੜੀ ਕਿਸਾਨ ਸੀਗਾ ਉਹ ਚਲਾ ਗਿਆ ਸੁਨਿਆਰੇ ਦੀ ਦੁਕਾਨ 'ਤੇ। ਉਹਨੇ ਕਿਹਾ ਚਲੋ, ਉਹਨੇ ਆਪਣੀ ਉਹ ਜਿਹੜੀ 1.5-2 ਇੰਚ ਦੀ ਜੇਬ ਸੀ ਉਹਦੇ ਵਿੱਚੋਂ ਐਡੀ ਸਾਰੀ ਨੋਟਾਂ ਦੀ ਗੱਠੀ ਕੱਢੀ, ਅਤੇ ਉਹ ਕਿਸਾਨ ਨੇ ਚੁੱਕ ਕੇ ਸੁਨਿਆਰੇ ਨੂੰ ਦੇ ਦਿੱਤੀ। ਕਹਿੰਦਾ ਲੈ ਫੜ। ਸੁਨਿਆਰੇ ਨੇ ਅੱਗੋਂ ਕਨਵਰਟ ਕਰ ਦਿੱਤੀ ਕਾਹਦੇ ਵਿੱਚ? ਉਹ ਇੱਕ ਛੋਟੀ ਜਿਹੀ ਧਾਤ ਵਿੱਚ। ਸਪੋਜ਼ ਕਰੋ ਉਹ ਕਹੋ ਕਿ ਉਸਨੇ ਇੱਕ ਮੁੰਦਰੀ ਬਣਾ ਦਿੱਤੀ ਉਹਦੀ, ਜਿਹੜੀ ਉਹ ਇੱਕ ਕਿੱਲੇ 'ਚ ਖਿਲਰੀ ਹੋਈ ਸਾਰੀ ਕਮਾਈ ਸੀਗੀ, ਉਹ ਇੱਕ ਉਂਗਲ ਦੇ ਵਿੱਚ ਇੰਨੀ ਕੁ ਧਾਤ ਦੇ ਰੂਪ ਵਿੱਚ ਵਟਾ ਗਈ ਸਾਰੇ ਦੀ ਸਾਰੇ। ਅੱਛਾ, ਜੇ ਉਸ ਨੂੰ ਦੁਬਾਰਾ ਫਿਰ ਤੁਸੀਂ ਬੈਕਵਰਡ ਲੈ ਕੇ ਜਾਓ ਤਾਂ ਪੂਰਾ ਏਕੜ ਦੇ ਵਿੱਚ ਫੈਲਿਆ ਹੋਇਆ ਪੂਰਾ ਦਾ ਪੂਰਾ ਅਨਾਜ ਫਿਰ ਬਣ ਜਾਏਗਾ। ਮਤਲਬ ਇਹ ਕਿ ਜਿਹੜੀ ਚੀਜ਼ ਇੱਕ ਧਾਤ ਇਸ ਰੂਪ ਦੇ ਵਿੱਚ ਇਤਨੀ ਕੀਮਤੀ ਕਿ ਪੂਰੇ ਦੀ ਪੂਰੀ ਕਮਾਈ ਨੂੰ ਇਕੱਠਿਆਂ ਕਰਕੇ ਇੱਕ ਜਗ੍ਹਾ 'ਤੇ ਲੈ ਆਵੇ। ਜੇ ਹੋਰ 10-20-50 ਕਿੱਲੇ ਹੋਣ ਤਾਂ 10-20-50 ਕਿੱਲਿਆਂ ਦੀ ਕਮਾਈ ਕਿਸਾਨ ਜਿਹੜਾ ਚੱਕ ਕੇ ਸੁਨਿਆਰ ਕੋਲ ਲੈ ਜਾਏ, ਅਤੇ ਉਹ ਕਹੇ ਇਹ ਸਾਰੇ ਨੂੰ ਮੈਂ ਵਟਾ ਦੇਣਾ ਇੱਕ ਛੋਟੇ ਜਿਹੇ ਇੰਨੇ ਕਹਿ ਲਓ ਚਿਣਗ ਵਿੱਚ। ਉਹ ਕੀ ਹੈ? ਇਹ ਹੀਰਾ ਹੈ। ਇੰਨੀ ਕੁ ਹੀਰੇ ਦਾ ਉਹ ਸਾਰੇ ਦਾ ਸਾਰਾ ਜਿਹੜੀ ਕਮਾਈ ਆ ਉਹਦੇ ਇੰਨਾ ਕੁ ਰੂਪ ਬਣਾ ਦੇ ਸਾਰੇ ਦਾ ਸਾਰਾ। ਨਾਮ ਐਕਚੁਅਲੀ ਆ ਜੇ ਸਾਰੀ ਸਿਆਣਪ, ਸਾਰਾ ਸੂਹਜ, ਧਰਤੀ ਦੀ ਸਾਰੀ ਬਰਕਤ, ਸਾਰੀ ਨਵਾਜ਼ਿਸ਼ ਇੱਕ ਨਾਮ ਵਿੱਚ ਸਮਾ ਜਾਂਦੀ ਇਸ ਰੂਪ ਦੇ ਅੰਦਰ, ਜੇ ਸਾਨੂੰ ਅਹਿਸਾਸ ਹੋਏ। ਤੇ ਇਹ ਹੈ ਐਸੋ ਹੀਰਾ ਨਿਰਮਲ ਨਾਮ। ਇਹ ਹੈ ਉਹ ਹੀਰਾ। ਤੇ ਇਹ ਨਹੀਂ ਗਾ ਕਿ ਬਾਬਾ ਜੀ ਇਕੱਲੀ ਇੱਥੇ ਹੀ ਬਾਤ ਕਰ ਰਹੇ ਹੋਣ। ਚਲੋ ਵਾਪਸ ਕੱਲ੍ਹ ਵਾਲੀ ਬਿਲਕੁਲ ਜਿਸ ਇੱਕੋ ਸੀਕਵੈਂਸ ਦੇ ਸ਼ਬਦ ਜਾ ਰਹੇ ਨੇ ਸਾਰੇ। ਆਪਾਂ ਕੱਲ੍ਹ ਜਪਜੀ ਸਾਹਿਬ ਬਾਰੇ ਗੱਲ ਕੀਤੀ, ਕਾਫੀ ਤੀਰਥ ਦੇ ਬਾਬਤ। ਆਪਾਂ ਜਿਹੜੀ ਪੌੜੀ ਵਿਚਾਰ ਰਹੇ ਸੀਗੇ ਉਹਦੇ ਵਿੱਚੋਂ ਹੀ ਥੋੜ੍ਹੇ ਰੰਗ ਹੋਰ ਵੇਖ ਲੈਂਦੇ ਹਾਂ, ਫਿਰ ਇਸ ਸ਼ਬਦ 'ਤੇ ਵਾਪਸ ਆ ਜਾਂਦੇ ਹਾਂ। ਅਸੀਂ ਸ਼ਬਦ ਪੜ੍ਹ ਰਹੇ ਸੀਗੇ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੈ ਲਈ। ਅੱਗੇ ਬਚਨ ਕੀ ਆਇਆ? ਮੱਤ ਵਿੱਚ ਰਤਨ ਜਵਾਹਰ ਮਾਣਿਕ। ਹੁਣ ਰਤਨ ਜਵਾਹਰ ਮਾਣਿਕ ਇਹ ਹੀਰੇ ਮੋਤੀ ਨੇ ਸਾਰੇ, ਇਹ ਕੀਮਤੀ ਧਾਤਾਂ ਨੇ ਸਾਰੀਆਂ। ਅੱਛਾ, ਇਹ ਸਾਰੀਆਂ ਕੀਮਤੀ ਧਾਤਾਂ ਅਸੀਂ ਚਾਹੁੰਦੇ ਹਾਂ ਸਾਨੂੰ ਬੇਸ਼ਕੀਮਤੀ ਸਰਮਾਇਆ, ਬੇਸ਼ਕੀਮਤੀ ਦੌਲਤ, ਬੇਸ਼ਕੀਮਤੀ ਹਰ ਚੀਜ਼ ਮਿਲ ਜਾਏ। ਦੀਵਾਲੀ ਨੂੰ ਤੇ ਜੇ ਧਿਆਨ ਨਾਲ ਦੇਖੋਗੇ ਟ੍ਰੈਡੀਸ਼ਨਲ ਵੇ ਦੇ ਨਾਲ, ਇਹ ਲక్ష్ਮੀ ਪੂਜਣ ਦਾ ਦਿਨ ਆ। ਲక్ష్ਮੀ ਦੀ ਪੂਜਾ ਕਰਦੇ ਹੁੰਦੇ ਸੀ ਲੋਕ ਟ੍ਰੈਡੀਸ਼ਨਲ ਵੇ ਨਾਲ। ਗੁਰਮਤਿ ਸਕੂਲ ਨੇ ਚੀਜ਼ਾਂ ਬਦਲ ਦਿੱਤੀਆਂ। ਲక్ష్ਮੀ ਨੂੰ, ਮਾਇਆ ਨੂੰ ਬਾਬਾ ਜੀ ਕਹਿੰਦੇ ਇਹ ਨਹੀਂ ਗਾ ਕਿ ਸਾਨੂੰ ਮਾਇਆ ਚਾਹੀਦੀ ਨੇ। ਸਿੱਖੀ ਨੇ ਤੇ ਪ੍ਰੋਸਪਰ ਪਿਕਚਰ ਲਿਆਂਦੀ ਸਾਰੀ। ਗੁਰਮਤਿ ਸਕੂਲ ਨੇ ਤੇ ਸਾਨੂੰ ਕਿਰਤ ਦੇ ਲੜ ਲਾਇਆ।
ਜਦੋਂ ਬਾਬਾ ਜੀ ਧੰਨ ਗੁਰੂ ਨਾਨਕ ਮਹਾਰਾਜ ਜੀ ਤੁਸੀਂ ਇਤਿਹਾਸ ਪੜ੍ਹ ਕੇ ਦੇਖੋਗੇ ਤੇ ਬਾਬਾ ਜੀ ਨੇ ਕਿਹਾ ਕਰਤਾਰਪੁਰ ਵਸਾਣਾ ਹੈ। ਆਪ ਨੂੰ ਸ਼ਾਇਦ ਪਤਾ ਹੋਵੇਗਾ, ਮਹਾਰਾਜ ਪਹਿਲੀ ਉਦਾਸੀ ਤੋਂ ਜਦੋਂ ਵਾਪਸ ਆਏ ਨਾ ਤੇ ਆ ਕੇ ਪ੍ਰੋਗਰਾਮ ਬਣਾ ਲਿਆ ਇੱਕ ਨਵਾਂ ਨਗਰ ਵਸਾਉਣਾ। ਰਾਏ ਬੁਲਾਰ ਨੇ ਆਫਰ ਕੀਤੀ, ਕਿਉਂਕਿ ਇਹਦੀ 1500 ਮਰੱਬੇ ਦੀ ਜਗੀਰ ਸੀਗੀ ਪੂਰੀ, ਜਿਹਦੇ ਚੋਂ 750 ਮਰੱਬੇ ਇਹਨੇ ਆਪਣੇ ਜੀਵਨ ਦੇ ਸਮੇਂ ਦੇ ਵਿੱਚ ਹੀ ਗੁਰੂ ਨਾਨਕ ਮਹਾਰਾਜ ਦੇ ਨਾਮ ਨਾਲ ਚੜ੍ਹਾ ਦਿੱਤੇ ਸਨ, ਜੋ ਅੱਜ ਵੀ ਚੜ੍ਹੇ ਹੋਏ ਨੇ। ਇਹਦਾ ਬੜਾ ਵੱਡਾ ਕੇਸ ਚੱਲਿਆ ਉੱਥੇ, ਕਿਉਂਕਿ ਜਿਹੜੇ ਵਾਹੁਣ ਵਾਲੇ ਲੋਕ ਨੇ ਉਹ ਅੱਜ ਵੀ ਉੱਥੇ ਮਜਾਰੇ ਵੱਜਦੇ ਨੇ। ਮਲਕੀਅਤ ਗੁਰੂ ਨਾਨਕ ਸਾਹਿਬ, ਮਜਾਰੇ ਭੱਟੀ ਚੌਧਰੀ, ਭੱਟੀਆਂ ਦਾ ਪੂਰੇ ਟੱਬਰ ਨੇ ਉੱਥੇ, ਕਿਉਂਕਿ ਭੱਟੀਆਂ ਦੀ ਇਹ ਜਗੀਰ ਸੀ ਸਾਰੀ। ਰਾਏ ਬੁਲਾਰ ਭੱਟੀ ਸੀਗਾ ਆਪ, ਤੇ ਉਹ ਉੱਥੇ ਅੱਜ ਵੀ ਉਹਨਾਂ ਦੇ ਖਾਨਦਾਨ ਬੈਠੇ ਨੇ ਸਾਰੇ ਨਨਕਾਣਾ ਸਾਹਿਬ ਦੇ ਆਲੇ ਦੁਆਲੇ। ਤੇ ਉਹਨਾਂ ਕਿਹਾ ਵੀ ਹੁਣ ਪਾਕਿਸਤਾਨ ਬਣੇ ਨੂੰ ਇੰਨਾ ਸਮਾਂ ਹੋ ਗਿਆ, 47 ਤੋਂ ਬਣਿਆ ਆ, ਤੇ ਉਹ ਇਹ ਰੀਸੈਂਟਲੀ ਗੱਲਾਂ ਨੇ ਸਾਰੀਆਂ, 22-25 ਸਾਲ ਪਿਛਲੇ ਚਲੇ ਜਾਈਏ ਤੇ ਉਹਨਾਂ ਕਿਹਾ ਇੱਦਾਂ ਸਮਾਂ ਹੋ ਗਿਆ ਤੇ ਆਪਾਂ ਇੱਕ ਕੰਮ ਕਰੀਏ, ਵਾਹ ਅਸੀਂ ਰਹੇ ਹਾਂ ਤੇ ਆਪਾਂ ਇਹਦੀ ਮਲਕੀਅਤ ਵੀ ਆਪਣੇ ਨਾਲ ਖਾ ਲਈਏ। ਉਹਨਾਂ ਨੇ ਜਾ ਕੇ ਜਿਹੜਾ ਚੂੜਕਾਣਾ ਉਹਨਾਂ ਦੀ ਤਹਿਸੀਲ ਪੈਂਦੀ ਹੈ, ਉੱਥੇ ਕੇਸ ਪਾਤਾ। ਕੇਸ ਕਾਫੀ ਸਮਾਂ ਅੱਗੇ ਪਿੱਛੇ ਚੱਲਦਾ ਰਿਹਾ। ਤਹਿਸੀਲਦਾਰ ਕਦੀ ਤਰੀਕ ਦੇ ਕਦੀ ਨਾ ਦੇ। ਅਖੀਰ ਉਹਨਾਂ ਨੇ ਪੂਰਾ ਜ਼ੋਰ ਲਾਇਆ ਪੋਲੀਟੀਕਲੀ ਵੀ, ਤਹਿਸੀਲਦਾਰ ਨੂੰ ਕਿਹਾ ਵੀ ਕੇਸ ਤੇ ਫੈਸਲਾ ਕਰ। ਤਹਿਸੀਲਦਾਰ ਹੱਥ ਬੰਨ੍ਹ ਕੇ ਕਹਿੰਦਾ ਤੁਸੀਂ ਕਮਲੇ ਹੋਏ ਹੋ, ਇਹ ਕਿਸ ਜ਼ਮਾਨੇ ਦੀ ਸਾਰੀ ਬਾਤ ਚੱਲ ਰਹੀ ਹੈ। ਗੁਰੂ ਨਾਨਕ ਮਹਾਰਾਜ ਦੇ ਨਾਂ ਦੇ ਨਾਲ ਇਹ ਜ਼ਮੀਨ ਵੱਜਦੀ ਹੈ, ਮੈਂ ਤੇ ਜੌਬ ਛੱਡ ਦਿਆਂਗਾ, ਮੈਂ ਨਹੀਂ ਫੈਸਲਾ ਦੇ ਸਕਦਾ ਕੋਈ ਵੀ। ਉਹ ਕਹਿੰਦੇ ਨਹੀਂ, ਕਾਨੂੰਨੀ ਤੌਰ ਤੇ ਤੇਰਾ ਹੱਕ ਬਣਦਾ, ਤੂੰ ਫੈਸਲਾ ਦੇ। ਉਹਨੇ ਫੈਸਲਾ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਹੱਕ 'ਚ ਸੁਣਾ ਦਿੱਤਾ। ਕਹਿਣ ਲੱਗੇ ਵੀ ਇਹ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਰਹੇਗੀ। ਉਹ ਕੇਸ ਹਾਰ ਗਏ। ਉਹਨਾਂ ਕਿਹਾ ਇਹ ਠੀਕ ਨਹੀਂ ਗਿਆ, ਤਹਿਸੀਲਦਾਰ ਨੇ ਫੈਸਲਾ ਠੀਕ ਨਹੀਂ ਕੀਤਾ। ਵਾਹ ਅਸੀਂ ਰਹੇ, ਮਾਲਕ ਅਸੀਂ ਹਾਂ, ਇਹ ਫਿਰ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਵੱਜ ਰਹੀ ਹੈ ਇਸ ਰੂਪ ਦੇ ਵਿੱਚ। ਉਹਨਾਂ ਚੱਕ ਕੇ ਸੈਸ਼ਨ ਕੋਰਟ ਕੇਸ ਪਾਤਾ। ਸੈਸ਼ਨ ਕੋਰਟ ਕੇਸ ਚਲਾ ਗਿਆ। ਸੈਸ਼ਨ ਕੋਰਟ ਦੇ ਵਿੱਚ ਫੈਸਲਾ ਫਿਰ ਉਹਨਾਂ ਦੇ ਖਿਲਾਫ ਆਇਆ। ਉਹ ਕਹਿੰਦੇ ਨਹੀਂ, ਨਾਮ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਰਹੇਗੀ। ਚੁੱਕ ਕੇ ਲਾਹੌਰ ਹਾਈ ਕੋਰਟ ਕੇਸ ਲੈ ਗਏ। ਹਾਈ ਕੋਰਟ ਦੇ ਵਿੱਚ ਪਹਿਲਾਂ ਇੱਕ ਜੱਜ ਨੇ, ਫਿਰ 5 ਜੱਜਾਂ ਦੀ ਬੈਂਚ ਨੇ ਸੇਮ ਫੈਸਲਾ ਦੇ ਦਿੱਤਾ। ਚੱਕ ਕੇ ਇਸਲਾਮਾਬਾਦ ਸੁਪਰੀਮ ਕੋਰਟ ਚਲੇ ਗਏ। ਬੜਾ ਚਰਚਾ ਹੋਈ ਇਹਦੀ। ਸੁਪਰੀਮ ਕੋਰਟ ਦੇ ਵਿੱਚ ਕੋਈ ਜੱਜ ਕੇਸ ਨਾ ਫੜੇ। ਹੋ ਗਏ ਕਿਵੇਂ ਹੋ ਸਕਦਾ? ਅਖੀਰ ਕੇਸ ਲੱਗਾ 5 ਜੱਜਾਂ ਦੀ ਬੈਂਚ ਦੇ ਉੱਤੇ। ਜਦੋਂ ਬੈਂਚ ਦੇ ਉੱਤੇ ਕੇਸ ਲੱਗਾ ਤੇ ਉਹ ਕੇਸ ਕਰਦਿਆਂ ਗਵਾਹੀਆਂ ਹੋ ਗਈਆਂ, ਸਾਰਾ ਖਾਤਾ ਸਭ ਚੀਜ਼ਾਂ ਵੇਖ ਲਈਆਂ ਗਈਆਂ। ਅਖੀਰ ਜਦੋਂ ਫੈਸਲੇ ਵਾਲਾ ਦਿਨ ਆਇਆ ਨਾ, ਤੇ 2 ਜੱਜਾਂ ਨੇ ਬਕਾਇਦਾ ਤੌਰ ਤੇ ਜਿਹੜੇ ਕੇਸ ਦੀ ਪੈਰਵਾਈ ਕਰ ਰਹੇ ਸੀਗੇ, ਭੱਟੀ ਖਾਨਦਾਨ ਵਿੱਚੋਂ ਜਿਹੜੇ ਬੰਦੇ ਉੱਥੇ ਜਾਂਦੇ ਸੀ ਇਸਲਾਮਾਬਾਦ ਬਕਾਇਦਾ ਤੌਰ ਤੇ ਕੇਸ ਦੀ ਪੈਰਵਾਈ ਕਰਨ ਵਾਸਤੇ, ਉਹਨਾਂ ਨੇ ਆਪਣੀ ਬ੍ਰੇਕ ਟਾਈਮ ਦੇ ਵਿੱਚ ਅਨਆਫੀਸ਼ੀਅਲੀ ਕਹਿ ਲਓ ਬੁਲਾ ਲਿਆ ਕੋਲ। ਤੇ ਉਹਨਾਂ ਨੂੰ ਬੁਲਾ ਕੇ ਕਹਿਣ ਲੱਗੇ, ਓਏ ਭਲਿਓ, ਅਜੇ ਤੱਕ ਤੁਹਾਨੂੰ ਸਮਝ ਨਹੀਂ ਲੱਗੀ। ਉਹ ਕਹਿੰਦੇ ਜੀ ਸਾਡੇ ਨਾ ਜਿਹੜਾ ਰਾਏ ਬੁਲਾਰ ਭੱਟੀ ਸੀਗਾ ਚੌਧਰੀ ਸਾਡਾ ਬਜ਼ੁਰਗ, ਉਹਦੇ ਤੋਂ ਗਲਤੀ ਹੋ ਗਈ, ਅਸੀਂ ਗਲਤੀ ਸੁਧਾਰਨ ਆਏ ਹਾਂ, ਅਸੀਂ ਚਾਹੁੰਦੇ ਹਾਂ ਕਿ ਜ਼ਮੀਨ ਸਾਡੇ ਨਾਮ ਵਾਪਸ ਆ ਜਾਏ। ਉਹ ਕਹਿੰਦੇ ਭਲਿਓ, ਆਪਣੇ ਬਜ਼ੁਰਗ ਦੀ ਆਪ ਤੁਸੀਂ ਜਿਹੜੀ ਹੈ ਉਹਦੀ ਬੇਅਦਬੀ ਕਰ ਰਹੇ ਹੋ। ਓਏ ਉਹਦੀ ਕੀਤੀ ਵਸੀਅਤ ਨੂੰ ਤੁਸੀਂ ਤੋੜਨਾ ਚਾਹੁੰਦੇ ਹੋ। ਓਏ 2 ਜਹਾਨੇ ਥਾਂ ਨਹੀਂ ਜੇ ਮਿਲਣੀ। ਅਜੇ ਵੀ ਤੁਹਾਨੂੰ ਕਹਿੰਦੇ ਆ 2 ਘੰਟਿਆਂ ਬਾਅਦ ਅਸੀਂ ਫੈਸਲਾ ਫਿਰ ਉਹੀ ਸੁਣਾਉਣਾ ਜੋ ਪਿੱਛੋਂ ਤੁਰਿਆ ਹੁੰਦਾ ਹੈ। ਬੜੀ ਜ਼ਲਾਲਤ ਹੋਏਗੀ ਤੁਹਾਡੀ। ਇੱਕ ਕੰਮ ਕਰੋ, 2 ਜਹਾਨੇ ਇੱਜ਼ਤ ਰਹਿ ਜਾਏਗੀ, ਕੇਸ ਵਾਪਸ ਲੈ ਲਓ। ਹੁਣ ਤੱਕ ਤਾਂ ਸਮਝ ਆ ਜਾਣੀ ਚਾਹੀਦੀ ਤੁਹਾਨੂੰ ਸਾਰੀ। ਜਦੋਂ ਇਹ ਬਾਤ ਹੋਈ ਤੇ ਉਹ ਕਹਿਣ ਲੱਗੇ ਜੀ ਗੱਲ ਇਹ ਹੈ ਕਿ ਅਸੀਂ ਕੇਸ ਵਾਪਸ ਆਪ ਨਹੀਂ ਲੈ ਸਕਦੇ, ਕਿਉਂਕਿ ਅਸੀਂ ਤਾਂ ਸਿਰਫ ਰੀਪ੍ਰਜੈਂਟ ਕਰਦੇ ਹਾਂ 750 ਮਰੱਬੇ ਦੇ ਇਲਾਕੇ 'ਚ ਬੈਠੇ ਲੋਕ ਜਿਹੜੇ ਸਾਡੇ ਪੂਰੇ ਦੇ ਪੂਰੇ ਪਰਿਵਾਰ ਨੇ। ਕੇਸ ਤਾਂ ਉਹਨਾਂ ਸਾਰਿਆਂ ਦਾ। ਉਹ ਕਹਿੰਦੇ ਫਿਰ ਇੱਕ ਕੰਮ ਕਰਦੇ ਹਾਂ, ਤਰੀਕ ਪਾ ਦਿੰਦੇ ਹਾਂ, ਜਿਹੜੀ ਗੱਲ ਤੁਹਾਨੂੰ ਦੱਸੀ ਹੈ ਜਾ ਕੇ ਉਹ ਸਾਰੀ ਪੰਚਾਇਤ ਉੱਥੇ ਜਾ ਕੇ ਦੱਸੋ, ਪੰਚਾਇਤ ਇਕੱਠੀ ਕਰੋ। ਇੱਕ ਬੜੀ ਵੱਡੀ, ਜਿਹਨੂੰ ਮਹਾਂ ਪੰਚਾਇਤ ਜਿਵੇਂ ਕਹਿੰਦੇ ਹਾਂ ਅਸੀਂ, ਵੱਡੀ ਪੰਚਾਇਤ ਹੋਈ। ਉਹ ਜੱਜਾਂ ਦਾ ਉਹਨਾਂ ਨੇ ਦੱਸਿਆ ਹੋਇਆ ਵਾਪਸ ਲੈ ਕੇ ਆਏ, ਤੇ ਜਿਹੜੇ ਮੋਸਟਲੀ ਉੱਥੇ ਬਜ਼ੁਰਗ ਸੀਗੇ ਉਹ ਸਾਰੇ ਖਿੱਤੇ ਦੇ, ਉਹ ਬਜ਼ੁਰਗ ਕਹਿਣ ਲੱਗੇ ਸੀ ਤੁਹਾਨੂੰ ਉਦੋਂ ਦੀ ਲਾਹਨਤ ਪਾ ਰਹੇ ਹਾਂ, ਕੀ ਕੰਮ ਕਰ ਰਹੇ ਹੋ ਤੁਸੀਂ? ਹਯਾ ਨਹੀਂ ਆਉਂਦੀ ਤੁਹਾਨੂੰ? ਕਦੀ ਗੁਰੂ ਨਾਨਕ ਸਾਹਿਬ ਤੁਹਾਡੇ ਕੋਲ ਮਾਮਲਾ ਲੈਣ ਆਏ ਹੋਣ,
ਕਦੀ ਗੁਰੂ ਨਾਨਕ ਸਾਹਿਬ ਉਹ ਤੇ ਬਰਕਤਾਂ ਬਖਸ਼ਾਂ ਵੰਡਦੇ ਉਹਨਾਂ ਕਰਕੇ ਅੱਜ ਤੱਕ ਸਾਡੇ ਆਰ ਪਰਿਵਾਰ ਇੱਥੇ ਖਾ ਹੰਢਾ ਰਹੇ ਸਾਰਾ ਕੁਝ। ਓਏ ਭਲਿਓ, 2 ਜਹਾਨੇ ਵਾਕਿਆ 'ਚ ਲੁੱਟੇ ਜਾਵਾਂਗੇ। ਕੇਸ ਵਾਪਸ ਲੈ ਆਓ, ਇਹ ਕੇਸ ਵਾਪਸ ਲੈ ਕੇ ਆਏ। ਇੱਥੋਂ ਤੱਕ ਚੱਲੀ ਬਾਤ। ਖੈਰ, ਜਿਹੜੀ ਮੌਲਿਕ ਰੂਪ ਵਿੱਚ ਗੱਲ ਕਰਨ ਲੱਗਾ ਸੀਗਾ, ਧੰਨ ਗੁਰੂ ਨਾਨਕ ਮਹਾਰਾਜ ਇਹਨਾਂ ਕਿਹਾ ਮੈਂ ਨਵਾਂ ਗ੍ਰਾਂ ਵਸਾਉਣਾ, ਨਵੇਂ ਨਗਰ ਦੀ ਮੋੜੀ ਕੱਢਣੀ ਹੈ। ਰਾਏ ਬੁਲਾਰ ਨੇ ਆਪਣੇ ਵੱਲੋਂ ਇਹ ਆਫਰ ਕੀਤੀ ਕਿ ਮੇਰੀ ਇਹ ਜਗੀਰ ਦੇ ਵਿੱਚ ਜਿੱਥੇ ਤੁਸੀਂ ਚਾਹੋ ਮੋੜੀ ਕੱਢ ਦਿਓ। ਬਾਬਾ ਜੀ ਕਹਿੰਦੇ ਨਹੀਂ ਰਾਏ ਜੀ, ਤੁਹਾਡੀ ਜ਼ਮੀਨ ਵਿੱਚ ਨਹੀਂ ਨਗਰ ਵਸਾਉਣਾ, ਤੁਹਾਡੀ ਜ਼ਮੀਨ ਤੋਂ ਬਿਲਕੁਲ ਬਾਹਰ ਜਾ ਕੇ ਵਸਾਉਣਾ। ਉਸ ਜ਼ਮਾਨੇ ਦੇ ਵਿੱਚ ਅੱਜ ਦੀ ਤਰ੍ਹਾਂ ਜ਼ਮੀਨ ਦੀ ਖਰੀਦੋ ਫਰੋਖਤ ਨਹੀਂ ਸੀ ਹੁੰਦੀ। ਜਿਹੜੀਆਂ ਜ਼ਮੀਨਾਂ ਵਿਕਣੀਆਂ, ਜ਼ਮੀਨਾਂ ਦੀ ਜਿਹਨੂੰ ਅਸੀਂ ਸ਼ਬਦ ਯੂਜ਼ ਕਰਦੇ ਹਾਂ ਰਜਿਸਟਰੀ, ਪੁਰਾਣੇ ਸਮੇਂ ਤੁਸੀਂ ਸ਼ਾਇਦ ਯਾਦ ਹੋਏਗਾ, ਅੱਜ ਵੀ ਅਸੀਂ ਲੋਕੀ ਯੂਜ਼ ਕਰਦੇ ਹਾਂ, ਇਹ ਸਾਡੀ ਪੱਟੀ ਦੇ ਨੇ, ਆਹ ਸਾਡੀ ਪੱਟੀ ਵਿੱਚ ਆਉਂਦੇ ਨੇ, ਇਹ ਸਾਡੀ ਪੱਟੀ ਦੀ ਗੱਲ ਹੈ। ਪੱਟੀ ਇੱਥੋਂ ਲਫ਼ਜ਼ ਬਣਿਆ ਪਟਾ। ਜ਼ਮੀਨਾਂ ਦਾ ਮੋਸਟਲੀ ਪਟਾ ਹੁੰਦਾ ਸੀ 99 ਸਾਲ ਦਾ। ਜ਼ਮੀਨ ਦੀ ਮਲਕੀਅਤ ਮੋਸਟਲੀ ਆਈਦਰ ਜਗੀਰਦਾਰ ਦੀ ਹੁੰਦੀ ਸੀ ਜਾਂ ਡਾਇਰੈਕਟਲੀ ਸਿੱਧੀ ਆਪਣੀ ਜਿਹੜਾ ਸਟੇਟ ਦਾ ਕਰਾਊਨ ਆ। ਜਿਵੇਂ ਇੱਥੇ ਵੀ ਸਾਡੇ ਬਹੁਤ ਸਾਰੀ ਕਰਾਊਨ ਲੈਂਡ ਹੈ, ਅਜੇ ਵੀ ਹੈ। ਅਜੇ ਵੀ ਤੁਹਾਨੂੰ ਜੇ ਕੈਨੇਡਾ ਬਾਰੇ, ਸੌਰੀ ਮਾਫੀ ਚਾਹਾਂਗਾ, ਗੱਲ ਥੋੜੀ ਲੰਮੀ ਹੋ ਜਾਏਗੀ, ਟੂਕ ਮਾਤਰ ਹੀ ਬਿਆਨ ਕਰਦੇ ਨੇ ਚੀਜ਼ਾਂ ਨੂੰ ਸਮਝਣ ਵਾਸਤੇ। ਇੱਥੇ ਨਾ ਜਿਹੜੇ ਤੁਸੀਂ ਕਿਤੇ ਜਾਂਦੇ ਹੋ ਓਨਟਾਰੀਓ ਦੇ ਸੱਜੇ ਖੱਬੇ, ਤੇ ਇੱਥੇ ਤੁਹਾਨੂੰ ਲਾਈਨਸ ਮਿਲਦੀਆਂ ਨੇ, ਇਹਨਾਂ ਨੂੰ ਕੰਸੈਸ਼ਨ ਰੋਡ ਕਿਹਾ ਜਾਂਦਾ। ਲਾਈਨਸ, ਲਾਈਨ 10, ਲਾਈਨ 11, ਲਾਈਨ 12, ਤੁਸੀਂ ਜਦੋਂ ਜਾਂਦੇ ਰੂਰਲ ਏਰੀਆ ਦੇ ਵਿੱਚ, ਇਹ ਅਰਾਊਂਡ 650 ਏਕੜ ਦਾ ਇੱਕ ਸਕੁਏਅਰ ਹੁੰਦਾ ਆ, ਜਿਹੜਾ ਕੋਈ ਗਾਲਬਨ ਜਿਹੜਾ ਹੈ ਕੋਈ 1.25 ਮਾਈਲ ਇਲਾਕਾ ਬਣਦਾ। ਉਸ ਤਰੀਕੇ ਨਾਲ ਐਵੇਂ ਇੱਕ ਪੀਸ ਕੱਟਿਆ ਜਾਂਦਾ। ਐਵੇਂ ਉਹਦੇ ਜਿਹੜੀ ਲਾਈਨ ਇਸ ਰੂਪ ਵਿੱਚ ਤੁਸੀਂ ਦੇਖੋਗੇ, ਉਹਦੇ ਫਿਰ 4 ਪੀਸ ਕਰ ਦਿੱਤੇ ਜਾਂਦੇ ਸੀਗੇ, 4 ਟੁਕੜੇ। ਜਦੋਂ ਯੂਰਪ ਤੋਂ ਲੋਕ ਆਏ ਨੇ ਇੱਥੇ ਵਸਾਉਣ ਵਾਸਤੇ, ਉਹਨਾਂ 4ਾਂ ਦੇ ਵਿੱਚੋਂ 2 ਟੁਕੜੇ ਜਿਹੜੇ ਸੀਗੇ ਉਹ ਦਿੱਤੇ ਜਾਂਦੇ ਸੀ ਯੂਰਪੀਅਨ ਸੈਟਲਰਸ ਨੂੰ, ਮਤਲਬ ਉਹਨਾਂ ਨੂੰ ਆ ਕੇ ਵਸਾਉਣ ਵਾਸਤੇ। 2 ਟੁਕੜੇ ਉਹਨਾਂ ਦੇ ਹੁੰਦੇ ਸੀ ਵੀ ਇਹਦੇ 'ਚੋਂ 2 ਟੁਕੜੇ ਤੁਸੀਂ ਪਿਕ ਕਰ ਲਓ, ਜਿਹੜੇ ਵੀ, ਕਿਉਂਕਿ ਸਕੁਏਅਰ ਮਾਈਲ ਜਿਹੜਾ ਏਰੀਆ 650 ਏਕੜ ਦੇ ਕਰੀਬ, ਉਹਦੇ 'ਚ ਇਸ ਤਰੀਕੇ 4 ਬਣਾ ਕੇ ਉਹਦੇ ਖਾਨੇ, 2 ਟੋਟੇ ਜਿਹੜੇ ਮਰਜ਼ੀ ਪਿਕ ਕਰ ਲਓ ਤੁਸੀਂ। ਉਹਨਾਂ ਨੇ 2 ਟੋਟੇ ਪਿਕ ਕਰ ਲਏ, 2 ਫੈਮਲੀਜ਼ ਨੇ, ਇੱਕ ਆ ਸਾਡਾ ਤੇ ਇੱਕ ਆ ਜਿਹੜਾ ਦੂਜੀ ਫੈਮਲੀ ਦਾ, ਠੀਕ ਹੈ ਜੀ। ਬਾਕੀ ਬਚ ਗਏ ਹੁਣ 2 ਟੁਕੜੇ ਉਹਦੇ 'ਚ। ਜਿਹੜੇ ਉਹ 2 ਟੁਕੜੇ ਬਚੇ ਨੇ, ਇੱਕ ਹੁੰਦਾ ਸੀ ਚਰਚ ਦਾ, ਇੱਕ ਹੁੰਦਾ ਸੀ ਕਰਾਊਨ ਦਾ। ਇੱਕ ਚਰਚ ਦਾ ਟੁਕੜਾ ਹੈ ਉਹ, ਇੱਕ ਕਰਾਊਨ ਦਾ ਟੁਕੜਾ ਹੈ। ਸ਼ੁਰੂਆਤ ਦੇ ਵਿੱਚ ਜਿੰਨੀ ਇੱਥੇ ਮੈਡੀਕਲ ਸਰਵਿਸਿਜ਼ ਬਣੀਆਂ ਨੇ, ਆ ਹਸਪੀਟਲ ਬਣੇ, ਤੁਸੀਂ ਦੇਖੋ ਸੇਂਟ ਮਾਈਕਲ, ਸੇਂਟ ਜੋਸਫ, ਸੇਂਟ ਜੋਨ, ਇਹ ਸਾਰੇ ਨਾਮ, ਕਿਉਂਕਿ ਸ਼ੁਰੂ ਦੇ ਵਿੱਚ ਜਿਹੜੀ ਚਰਚ ਦੀ ਸਾਰੀ ਲੈਂਡ ਸੀਗੀ, ਚਰਚ ਆਪਣੀ ਜ਼ਮੀਨ ਵੇਚਦੀ ਗਈ, ਆਪਣੀ ਪ੍ਰਾਪਰਟੀ ਵੇਚਦੀ ਗਈ, ਤੇ ਪਬਲਿਕਲੀ ਫੈਸਿਲਿਟੀਜ਼ ਜਿਹੜੀਆਂ ਨੇ ਇਹ ਪੈਦਾ ਕਰਦੀ ਗਈ ਇੱਥੇ। ਹੌਲੀ ਹੌਲੀ ਕਰਕੇ ਜਿਹੜੀ ਸਿਵਲ ਸੁਸਾਇਟੀ ਹੈ ਉਸਨੇ ਫਿਰ ਇਸ ਨੂੰ ਜਿਹੜਾ ਆਪਣੇ ਕੰਟਰੋਲ ਵਿੱਚ ਲੈ ਲਿਆ। ਇਸ ਤਰੀਕੇ ਨਾਲ ਚੀਜ਼ਾਂ ਹੋਈਆਂ। ਦੂਸਰੀ ਚੀਜ਼ ਜਿਹੜੀ ਹੈ, ਜਿਹੜੀ ਇੱਕ ਤੇ ਉਹ ਜਿਹੜੀਆਂ 2 ਫੈਮਲੀਜ਼ ਉੱਥੇ ਵਸਾਈਆਂ ਗਈਆਂ, ਉਹਨਾਂ ਦੀ ਜ਼ਿੰਮੇਵਾਰੀ ਪਤਾ ਕੀ ਹੈ? ਉਹਨਾਂ ਦੀ ਜ਼ਿੰਮੇਵਾਰੀ ਹੈ, ਇੱਕ ਤੇ ਜਿਹੜੇ ਉਹਦੇ ਸੈਂਟਰ ਦੇ 'ਚ ਸੜਕਾਂ ਨਿਕਲੀਆਂ ਨੇ ਇਸ ਤਰੀਕੇ ਨਾਲ 2, ਉਹਨਾਂ ਦੋਨਾਂ ਨੂੰ ਮੇਨਟੇਨ ਕਰਨਾ ਉਹਨਾਂ ਨੇ, ਦੈਟ ਇਜ਼ ਦੇਅਰ ਡਿਊਟੀ। ਇਹ ਫੀਸ ਉਹਨਾਂ ਨੇ ਪੇ ਕਰਨੀ ਹੈ। ਉਹਨਾਂ ਨੇ 2 ਸੜਕਾਂ ਮੇਨਟੇਨ ਰੱਖਣੀਆਂ ਨੇ ਜਿਹੜੀਆਂ ਵਿਚਕਾਰ ਨੇ, ਕਿਉਂਕਿ ਇੱਥੇ ਜੰਗਲ ਬੇਲਾ ਸਾਰਾ ਕੱਟ ਕੇ ਬਣਾਉਣਾ ਉਹਨਾਂ ਨੇ, ਤੇ ਦੂਸਰਾ ਸਨੋ ਪੈਣੀ, ਉਹਨੂੰ ਸਾਫ਼ ਕਰਨਾ ਹੈ। ਤੀਸਰੀ ਚੀਜ਼ ਜਿਹੜੀ ਉਹਨਾਂ ਨੇ ਕਰਨੀ ਹੈ ਉਹ ਹੈ ਕਿ ਜਿਹੜੀ ਚਰਚ ਦਾ ਇੱਕ ਪੀਸ ਰਹਿ ਗਿਆ ਲੈਂਡ ਵਾਲਾ, ਉਹਦੇ ਉੱਤੇ ਉਹਨਾਂ ਨੇ ਕੋਈ ਚਰਚ ਵਾਸਤੇ ਚੀਜ਼ ਬਿਲਡ ਕਰਨੀ ਹੈ ਨਾਲ ਦੇ ਨਾਲ, ਆਪਣੇ ਘਰ ਬਣਾਉਣ ਦੇ ਨਾਲ। ਸੋ ਇਸ ਰੂਪ ਦੇ ਵਿੱਚ ਇਹ ਕੈਨੇਡਾ ਵਸਿਆ ਸ਼ੁਰੂਆਤ ਦੇ ਅੰਦਰ, ਜਿਹੜੀ ਮੈਂ ਮੌਲਿਕ ਰੂਪ ਵਿੱਚ ਗੱਲ ਕਰ ਰਿਹਾ। ਇੱਥੇ ਇਸ ਤਰੀਕੇ ਨਾਲ ਲੈਂਡ ਵਸੀ। ਸਾਡੇ ਉੱਥੇ ਦੀ ਗੱਲ ਕਰੀਏ ਅਸੀਂ, ਉੱਥੇ ਪੱਟੀ ਦਾ ਕੌਨਸੈਪਟ ਸੀਗਾ। ਜਿਹੜੀ ਜ਼ਮੀਨ ਜਗੀਰਦਾਰਾਂ ਦੀ ਹੁੰਦੀ ਸੀ ਉਹ ਮੋਸਟਲੀ ਪਟੇ ਕੱਟ ਕੇ ਜਿਹੜਾ ਕਰਾਊਨ ਦਿੰਦਾ ਸੀਗਾ, ਕਹਿ ਲਓ ਬਾਦਸ਼ਾਹ। ਕੁਝ ਜ਼ਮੀਨ ਬਾਦਸ਼ਾਹ ਤੋਂ ਡਾਇਰੈਕਟਲੀ ਜਿਹੜੀ ਇਹ ਬਿਲੋਂਗ ਕਰਦੀ ਸੀ, ਉਸ ਜ਼ਮੀਨ ਨੂੰ ਖਾਲਸਾ ਜ਼ਮੀਨ ਕਿਹਾ ਜਾਂਦਾ ਸੀਗਾ। ਖਾਲਸੇ ਦੇ ਮਾਇਨੇ ਵੀ ਇਹ ਬਣਦੇ ਨੇ। ਖਾਲਸਾ ਬਿਲੋਂਗ ਡਾਇਰੈਕਟਲੀ ਅਕਾਲ ਪੁਰਖ ਵਾਹਿਗੁਰੂ। ਜਿਹੜੀ ਜ਼ਮੀਨ ਡਾਇਰੈਕਟਲੀ ਬਾਦਸ਼ਾਹ ਤੋਂ ਬਿਲੋਂਗ ਕਰਦੀ ਉਹ ਖਾਲਸ ਜ਼ਮੀਨ ਸੀ। ਇਹ ਖਾਲਸ ਹੈ, ਇਹ ਕਰਾਊਨ ਦੀ ਲੈਂਡ ਆ, ਇਹ ਡਾਇਰੈਕਟਲੀ ਉਹਦੇ ਤੋਂ ਬਿਲੋਂਗ ਕਰਦੀ ਹੈ। ਉਹਦੇ ਵਿੱਚ ਬਾਦਸ਼ਾਹ ਆਪ ਚਾਹੇ ਕਿਸੇ ਨੂੰ ਵਕਤਨ ਬਾ ਵਕਤਨ ਬਿਠਾ ਦੇ ਵਾਹਣ ਵਾਸਤੇ, ਉਹਨੂੰ ਸਾਂਭਣ ਵਾਸਤੇ, ਜਾਂ ਉਸ ਨੂੰ ਉਠਾ ਦੇ, ਉਹ ਬਾਦਸ਼ਾਹ ਦੀ ਮਰਜ਼ੀ ਹੈ। ਜਿਹੜੀ ਜ਼ਮੀਨ ਇਹਦੇ ਸਾਰੇ ਤੋਂ ਫ੍ਰੀ ਸੀਗੀ, ਉਹ ਲੈਂਡ ਬਹੁਤ ਨਾ ਮਾਤਰ ਸੀ, ਥੋੜ੍ਹੀ ਸੀ, ਉਹਦੇ ਕੋਈ ਬਹੁਤ ਜ਼ਿਆਦਾ ਰਿਕਾਰਡ ਸਾਨੂੰ ਨਹੀਂ ਮਿਲਦੇ। ਜਿੰਨੇ ਨਗਰ ਗੁਰੂ ਸਾਹਿਬ ਨੇ ਵਸਾਏ, ਆਪਾਂ ਖਡੂਰ ਤੇ ਗੁਰੂ ਮਹਾਰਾਜ ਦਾ ਆਪਣਾ ਜੱਦੀ ਪਿੰਡ ਤੇ ਜੱਦੀ ਇਲਾਕਾ ਸੀ, ਉਹ ਵਸਾਇਆ ਆ ਕੇ। ਅਦਰਵਾਈਜ਼ ਗੋਇੰਦਵਾਲ, ਗੋਇੰਦੇ, ਮਰਵਾਹੇ ਨੇ ਜ਼ਮੀਨ ਆਪਣੇ ਵੱਲੋਂ ਆਫਰ ਕੀਤੀ ਸੀ।
ਜਿੱਥੇ ਅਸੀਂ ਅੱਜ ਦਰਬਾਰ ਸਾਹਿਬ ਦੇਖਦੇ ਹਾਂ, ਅੱਜ ਅੰਮ੍ਰਿਤਸਰ ਨਗਰੀ, ਇਹ 4 ਪਿੰਡਾਂ ਦੀ ਜ਼ਮੀਨ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਗੋਲਕ 'ਚੋਂ ਪੈਸੇ ਦਿੱਤੇ ਸੀ। ਗੁਰੂ ਰਾਮਦਾਸ ਮਹਾਰਾਜ, ਬਾਬਾ ਬੁੱਢਾ ਜੀ ਤੇ ਕੁਝ ਹੋਰ ਸਿੱਖਾਂ ਨੇ ਇਹਨੂੰ ਫਾਈਨਲਾਈਜ਼ ਕੀਤਾ ਸੀਗਾ। ਇਹ ਲੈਂਡ ਉੱਥੋਂ ਲਈ ਗਈ ਸੀ। ਉਸ ਤੋਂ ਬਾਅਦ ਤਰਨਤਾਰਨ ਵਾਲੀ ਜ਼ਮੀਨ ਗੁਰੂ ਅਰਜਨ ਸਾਹਿਬ ਨੇ ਆਪ ਬਾਏ ਕੀਤੀ ਸੀਗੀ। ਉਸ ਤੋਂ ਬਾਅਦ ਅੱਗੇ ਆ ਜੀ, ਕੀਰਤਪੁਰ ਵਾਲੀ ਜ਼ਮੀਨ ਗੁਰੂ ਹਰਗੋਬਿੰਦ ਸਾਹਿਬ ਨੇ ਬਾਏ ਕੀਤੀ ਸੀ ਆਪ। ਜੇ ਆਪਾਂ ਹੋਰ ਅੱਗੇ ਜਾ ਕੇ ਦੇਖੀਏ ਤੇ ਇੱਕ ਜ਼ਮੀਨ ਦਾ ਟੁਕੜਾ ਬਣਦਾ, ਇੱਥੇ ਭਾਈ ਦੱਗੋ ਦੀ ਧਰਮਸਾਲ ਹੁੰਦੀ ਸੀ, ਇੱਥੇ ਤਮਤਾਨ ਸਾਹਿਬ, ਕੋਈ ਗਾਲਬਨ ਅੱਜ ਦੀ ਤਾਰੀਖ ਦੇ ਵਿੱਚ 1000 ਤੋਂ ਵੱਧ ਏਕੜ ਲੈਂਡ ਹੈ ਉਸ ਗੁਰਦੁਆਰਾ ਸਾਹਿਬ ਦੇ ਨਾਲ। ਇੱਥੇ ਜੀਂਦ ਰਿਆਸਤ ਵਿੱਚ ਪੈਂਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਬੜਾ ਆਲੀਸ਼ਾਨ ਗੁਰਦੁਆਰਾ ਹੁੰਦਾ ਸੀਗਾ। ਮੈਂ ਆਪਣੀਆਂ ਨਜ਼ਰਾਂ ਨਾਲ ਦੇਖਿਆ, ਕੋਈ 20-25 ਸਾਲ ਪਹਿਲਾਂ ਉੱਥੇ ਪੁਰਾਣੀ ਇਮਾਰਤ ਬਣੀ ਹੁੰਦੀ ਸੀ, ਫਿਰ ਉੱਥੇ ਉਹ ਨਵੀਂ ਇਮਾਰਤ ਬਣਾਉਣ ਲੱਗ ਗਏ ਚਿੱਟੇ ਰੰਗ ਦਾ ਸੰਗੇਮਰਮਰ ਲਾ ਕੇ। ਅਤੇ ਮੈਨੂੰ ਯਾਦ ਹੈ ਉਹ ਜਿਹੜੀ ਪੁਰਾਣੀ ਇਮਾਰਤ ਬਣੀ ਸੀ, ਬੜੀ ਕਮਾਲ ਦੀ ਮੀਨਾਕਾਰੀ ਹੋਈ ਸੀ ਸਾਰੀ ਉਹਦੇ ਵਿੱਚ, ਅਤੇ ਉਹ ਢਹਿ ਰਹੀ ਸੀਗੀ। ਅਤੇ ਉੱਥੇ ਜਾ ਕੇ ਮੈਂ ਖੁਦ ਐਜ਼ ਏ ਸਟੂਡੈਂਟ ਸੀਗਾ ਉਹਨਾਂ ਦਿਨਾਂ 'ਚ, ਅਸੀਂ ਉਹਨਾਂ ਨਾਲ ਗੱਲ ਕੀਤੀ ਜਿਹੜੇ ਉੱਥੇ ਢਹਿ ਰਹੀ ਇਮਾਰਤ ਨੂੰ ਹੋਰ ਢਾਹ ਰਹੇ ਸੀਗੇ। ਉਹਨੂੰ ਕਿਹਾ ਵੀ ਇਹ ਕਿਉਂ ਢਾਹ ਰਹੇ ਹੋ ਆ? ਉਹ ਕਹਿੰਦੇ ਨਹੀਂ ਚਿੱਟੇ ਰੰਗ ਦੀ ਬਣਾਵਾਂਗੇ, ਬੜੀ ਸੋਹਣੀ ਇੱਥੇ। ਅਤੇ ਉਹ ਇਸ ਕਿਸਮ ਦੀਆਂ ਪ੍ਰਵਿਰਤੀਆਂ ਰਹੀਆਂ। ਖੈਰ, ਇਹ ਜ਼ਮੀਨ ਵੀ ਭਾਈ ਦੱਗੋ ਤੋਂ ਗੁਰੂ ਮਹਾਰਾਜ ਨੂੰ ਆਫਰ ਹੋਈ ਸੀਗੀ। ਫਿਰ ਜਿੱਥੇ ਅੱਜ ਅਨੰਦਪੁਰ ਸਾਹਿਬ ਵਸਿਆ, ਬਿਲਾਸਪੁਰ ਦੀ ਰਾਣੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪ ਆਫਰ ਕੀਤੀ ਸੀ ਲੈਂਡ, ਵੀ ਇੱਥੇ ਆ ਕੇ ਤੁਸੀਂ ਜ਼ਮੀਨ ਵਸਾਓ ਇਸ ਇਲਾਕੇ ਦੇ ਵਿੱਚ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਸੀਗਾ ਵੀ ਰਾਣੀ, ਜ਼ਮੀਨ ਅਸੀਂ ਨਗਰ ਜ਼ਰੂਰ ਵਸਾ ਦਿਆਂਗੇ, ਉਹ ਸਾਡੀ ਮਤਲਬ ਪਹਿਲੇ ਦਿਨ ਤੋਂ ਸਾਡੀ ਖਾਹਿਸ਼ ਰਹੀ ਹੈ ਨਗਰ ਵਸਾਉਣ ਦੀ, ਪਰ ਜ਼ਮੀਨ ਤੇਰੇ ਕੋਲੋਂ ਤੋਹਫੇ ਵਜੋਂ ਨਹੀਂ ਲਵਾਂਗੇ। ਹੁਸ਼ਿਆਰਪੁਰ ਦਾ ਗਜਟ ਪੜ੍ਹ ਕੇ ਦੇਖੋ ਤੁਸੀਂ, ਅੱਜ ਵੀ ਹਿਸਟਰੀ 'ਚ ਲੋਕ ਅਕਸਰ ਕੋਟ ਕਰਦੇ ਨੇ ਇਸ ਚੀਜ਼ ਨੂੰ। ਮਹਾਰਾਜ ਨੇ ਕਿਹਾ, ਕਹਿਣ ਲੱਗੇ ਜੀ ਮੈਂ ਜ਼ਮੀਨ ਦੀ ਮਤਲਬ, ਮਹਾਰਾਜ ਕਹਿੰਦੇ ਨਾ, ਜਿਹੜਾ ਜ਼ਮੀਨ ਦਾ ਮੁੱਲ ਇਸ ਵਕਤ ਬਣਦਾ ਹੈ ਉਹ ਮੁੱਲ ਪਾਇਆ ਜਾਏਗਾ। ਉਸ ਮੁੱਲ ਦੇ ਵਿੱਚ ਆਪਣੇ ਵੱਲੋਂ ਤੂੰ ਸ਼ਰਧਾ ਦੇ ਰੂਪ ਦੇ ਵਿੱਚ ਕੁਝ ਹਿੱਸਾ, ਸਾਰਾ ਨਹੀਂ, ਕੁਝ ਹਿੱਸਾ ਜੋ ਤੇਰੇ ਵੱਲੋਂ ਅਸੀਂ ਲੈ ਲਵਾਂਗੇ ਉਸ ਪ੍ਰਾਈਜ਼ ਦੇ ਵਿੱਚ, ਉਹ ਪੇ ਕਰਾਂਗੇ। ਬਾਕੀ ਸਾਰੀ ਜ਼ਮੀਨ ਸਰਕਾਰੀ ਖਜ਼ਾਨੇ 'ਚ ਪੈਸਾ ਜਮ੍ਹਾਂ ਕਰਾ ਕੇ ਉਸ ਰੂਪ ਵਿੱਚ ਰਿਕਾਰਡ 'ਤੇ ਚੜ੍ਹੇਗੀ ਸਾਰੇ ਦੀ ਸਾਰੀ। ਅਦਰਵਾਈਜ਼ ਜਦੋਂ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਲਾਫ ਮੁਹਿੰਮ ਵਿੱਢੀ, ਉਹਨਾਂ ਜਾ ਕੇ ਮੁਗਲ ਹਾਕਮ ਨੂੰ ਕਹਿਣਾ ਸੀਗਾ ਵੀ ਜ਼ਮੀਨ ਸਾਡੀ ਹੈ। ਇਹ ਤਾਂ ਗੁਰੂ ਸਾਹਿਬ ਧੱਕੇ ਨਾਲ ਕਬਜ਼ਾ ਕਰਕੇ ਬੈਠੇ ਨੇ, ਕਿਉਂਕਿ ਉਹ ਕਹਿ ਨਹੀਂ ਸੀ ਸਕਦੇ, ਕਿਉਂਕਿ ਉਹਦਾ ਮੁੱਲ ਉਤਾਰਿਆ ਗਿਆ ਸੀ ਸਾਰਾ। ਸੋ ਸਾਹਿਬ ਮਹਾਰਾਜ ਨੇ ਇਸ ਢੰਗ ਨਾਲ ਕੀਤੀ। ਖੈਰ, ਜਿਹੜਾ ਰਾਵੀ ਦੇ ਕੰਢੇ ਜਿਹੜਾ ਕਰਤਾਰਪੁਰ ਵਸਿਆ ਹੈ, ਜੋ ਕਿ ਇੱਕ ਕਮਾਲੇ ਕਰਾਮਾਤ ਹੋਈ ਇਸ ਜ਼ਮਾਨੇ ਦੇ ਵਿੱਚ। ਲੋਕ ਕਹਿੰਦੇ ਮੁਅੱਜ਼ਾ ਕੀ ਹੁੰਦਾ, ਕਰਾਮਾਤ ਕੀ ਹੁੰਦੀ, ਮਿਰਕਲਸ ਕੀ ਹੁੰਦੇ ਨੇ, ਇਸ ਤੋਂ ਵੱਡਾ ਮਿਰਕਲ ਕੀ ਹੋ ਸਕਦਾ ਹੈ? ਬਰਲਿਨ ਦੀ ਵਾਲ ਕਦੀ ਡਿੱਗੀ, ਲੋਕਾਂ ਕਿਹਾ ਹਾਂ, ਕਿਉਂਕਿ ਯੂਰਪੀਅਨ ਇੱਕੋ ਨੇਸ਼ਨ ਸੀਗਾ, ਤਾਂ ਬਰਲਿਨ ਵਾਲ ਤੋੜਤੀ ਉਹਨਾਂ ਨੇ। ਰੀਸੈਂਟਲੀ ਜਿਹੜਾ ਖਾਸ ਕਰਕੇ ਨਾਰਵਾਲ ਦਾ ਸੈਕਟਰ ਆ ਜਿੱਥੇ ਕਰਤਾਰਪੁਰ ਸਾਹਿਬ ਪੈਂਦਾ, 2 ਮੁਲਕ ਇੱਕ ਦੂਸਰੇ ਦੇ ਖਿਲਾਫ ਮਹਿੰਗੇ ਤੋਂ ਮਹਿੰਗਾ ਅਸਲਾ ਖਰੀਦ ਰਹੇ ਨੇ। ਆਏ ਦਿਨ ਉਹ ਰਫਾਲ ਖਰੀਦ ਰਹੇ, F-16 ਖਰੀਦ ਰਹੇ, ਉਹ ਜਹਾਜ਼ ਖਰੀਦ ਰਹੇ, ਉੱਧਰ ਪੂਰੀਆਂ ਤੋਪਾਂ ਬੀੜੀਆਂ। ਅਤੇ ਉਸ ਸਮੇਂ ਦੇ ਵਿੱਚ ਜਦੋਂ ਪਿੱਛੇ ਕਰਕੇ ਦੋਨਾਂ ਪਾਸੇ ਪੂਰੀ ਕੱਟੜਵਾਦੀ ਗੌਰਮੈਂਟਸ ਆਈਆਂ ਅਤੇ ਤੋਪਾਂ ਬੰਬ ਚੱਲ ਰਹੇ ਨੇ, ਉਸ ਸਮੇਂ ਦੇ ਅੰਦਰ 550 ਸਾਲਾਂ ਧੰਨ ਗੁਰੂ ਨਾਨਕ ਸਾਹਿਬ ਦਾ ਆਇਆ ਅਤੇ ਬਾਰਡਰ ਖੁੱਲ੍ਹ ਗਿਆ। ਦੇਖੋ ਤੁਸੀਂ, ਦੋਨਾਂ ਪਾਸੇ ਮਤਲਬ ਇਸ ਰੂਪ ਦੇ ਵਿੱਚ, ਅਤੇ ਉਸ ਪਾਸੇ ਬਿਨਾਂ ਵੀਜ਼ੇ ਤੋਂ। ਇਹ ਕਮਾਲੇ ਕਰਾਮਾਤ ਹੈ ਗੁਰੂ ਨਾਨਕ ਸਾਹਿਬ ਦੀ। ਅਦਰਵਾਈਜ਼ ਹੋ ਸਕਦਾ ਵੀ ਐਵੇਂ ਦੀ ਕੋਈ ਚੀਜ਼ ਇਸ ਖਿੱਤੇ 'ਚ ਵਾਪਰ ਸਕੇ। ਖੈਰ, ਇਹ ਜਿਹੜੀ ਦੋਧੇ ਤੋਂ ਇਹ ਜ਼ਮੀਨ ਸੀਗੀ, ਗੁਰੂ ਨਾਨਕ ਮਹਾਰਾਜ ਨੂੰ ਦੋਧਾ ਆਪ ਆਫਰ ਕਰਨ ਵਾਸਤੇ ਆਇਆ, ਮਹਾਰਾਜ ਆ ਮੇਰੀ ਜ਼ਮੀਨ ਹੈ, ਤੁਸੀਂ ਇਹਦੇ 'ਤੇ ਨਗਰ ਵਸਾਓ। ਬਾਬਾ ਜੀ ਨੇ ਕਿਹਾ ਠੀਕ ਹੈ ਦੋਧੇ, ਤੇਰੀ ਜ਼ਮੀਨ ਅਸੀਂ ਐਕਸੈਪਟ ਕਰ ਲੈਂਦੇ ਹਾਂ। ਜ਼ਮੀਨ ਮਹਾਰਾਜ ਨੇ ਮੁਆਇਨਾ ਕੀਤਾ, ਬੜੀ ਫਰਟਾਈਲ ਲੈਂਡ ਸੀਗੀ ਰਾਵੀ ਦੇ ਕੰਢੇ ਬਿਲਕੁਲ। ਅਤੇ ਬਾਬਾ ਜੀ ਕਹਿੰਦੇ ਹਾਂ ਇੱਥੇ ਅਸੀਂ ਨਗਰ ਵਸਾਵਾਂਗੇ, ਹੋਰ ਕੋਈ ਆਲੇ ਦੁਆਲੇ ਕਿਸੇ ਨਗਰ ਦਾ ਪਰਛਾਵਾਂ ਨਹੀਂ ਪਏਗਾ, ਨਵੀਂ ਬਸਤੀ ਵਸੇਗੀ ਇੱਥੇ। ਅਤੇ ਉੱਥੇ ਫਿਰ ਦੋਧੇ ਨੇ ਕਿਹਾ ਮਹਾਰਾਜ ਇਹਦਾ ਇੱਕ ਮੁੱਲ ਵੀ ਹੈ। ਬਾਬਾ ਜੀ ਕਹਿੰਦੇ ਹਾਂ ਦੋਧੇ ਜ਼ਰੂਰ, ਜਿਹੜੀ ਕੀਮਤ ਕਹੇਗਾ ਉਹ ਕੀਮਤ ਦਿਆਂਗੇ ਤੈਨੂੰ, ਇਹਦੇ 'ਚ ਕਿਹੜੀ ਗੱਲ ਹੈ, ਜ਼ਮੀਨ ਸਾਨੂੰ ਪਸੰਦ ਹੈ। ਕਹਿਣ ਲੱਗਾ ਜੀ ਮੁੱਲ ਇਹਦਾ ਇਤਨਾ ਹੀ ਹੈ ਕਿਉਂਕਿ ਮੈਂ ਤੁਹਾਨੂੰ ਪਿਆਰ ਬਹੁਤ ਕਰਦਾ, ਮੇਰਾ ਇਸ਼ਕ ਹੈ ਤੁਹਾਡੇ ਨਾਲ, ਅਤੇ ਬਸ ਮੇਰੀ ਇੰਨੀ ਕੁ ਗੱਲ ਮੰਨ ਲਓ ਵੀ ਨਗਰ ਤੁਸੀਂ ਵਸਾਇਓ ਅਤੇ ਨਾ ਮੇਰੀ ਮਰਜ਼ੀ ਦਾ ਰੱਖ ਦਿਓ। ਬਾਬਾ ਜੀ ਕਹਿੰਦੇ ਵੀ ਦੋਧੇ ਠੀਕ ਆ, ਕੀ ਨਾਂ ਚਾਹੁੰਦਾ ਤੂੰ? ਕਹਿਣ ਲੱਗਾ ਜੀ ਇਹਦਾ ਨਾਮ ਰੱਖੋ ਨਾਨਕਪੁਰਾ। ਮੈਂ ਗੁਰੂ ਨਾਨਕ ਸਾਹਿਬ ਨੂੰ ਪਿਆਰ ਬੜਾ ਕਰਦਾ ਅਤੇ ਇਹਦਾ ਨਾਮ ਮੇਰੇ ਮੁਰਸ਼ਦ ਦੇ ਨਾਂ ਨਾਲ ਹੋਏ, ਨਾਨਕ ਜੀ ਦੇ ਨਾਮ ਦੇ ਨਾਲ ਨਾਨਕਪੁਰਾ ਹੋਵੇ। ਧੰਨ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਵੀ ਦੋਧੇ ਗੱਲ ਇਹ ਆ ਵੀ ਤੇਰੇ ਨਾਲ ਵਾਅਦਾ ਕੀਤਾ, ਤੇਰੀ ਵਿਸ਼ ਫੁਲਫਿਲ ਕਰ ਦਿਆਂਗੇ, ਨਾ ਹੀ ਰੱਖ ਦਿਆਂਗੇ, ਕੋਈ ਗੱਲ। ਪਰ ਜਿਹੜਾ ਤੂੰ ਦਾਅਵਾ ਕਰ ਰਿਹਾ ਨਾ ਵੀ ਮੈਂ ਨਾਨਕ ਨੂੰ ਪਿਆਰ ਬੜਾ ਕਰਦਾ, ਇਹ ਦਾਅਵਾ ਝੂਠਾ ਤੇਰਾ।
ਉਹ ਕਹਿਣ ਲੱਗਾ ਮਹਾਰਾਜ ਦਾਵਾ ਝੂਠਾ ਆ, ਸਤਿਗੁਰੂ ਪਾਤਸ਼ਾਹ ਐਵੇਂ ਤੇ ਨਾ ਕਹੋ, ਤੁਹਾਨੂੰ ਇੰਨਾ ਇਸ਼ਕ ਕਰਦਾ ਪਿਆਰ ਕਰਦਾ ਤਾਂ ਹੀ ਤੇ ਇਹਦਾ ਨਾਮ ਰੱਖਣਾ ਚਾਹੁੰਦਾ ਨਾਨਕਪੁਰਾ। ਮਹਾਰਾਜ ਕਹਿੰਦੇ ਨਾ ਦੋਦੇ, ਜਿਹੜਾ ਨਾਨਕ ਨੂੰ ਪਿਆਰ ਕਰੇਗਾ ਉਹ ਨਾਨਕ ਦੇ ਬਚਨ ਨੂੰ ਪਿਆਰ ਕਰੇਗਾ, ਕਿਉਂਕਿ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਂਧਰ ਮੁਕਤ ਜਨਾਵੈ ਗੁਰ। ਨਾਨਕ ਇੱਕ ਆਈਡੀਓਲੋਜੀ ਹੈ, ਇੱਕ ਵਿਚਾਰ ਹੈ, ਇੱਕ ਖਿਆਲ ਹੈ, ਇੱਕ ਬਚਨ ਹੈ, ਇੱਕ ਸ਼ਬਦ ਹੈ, ਇੱਕ ਨਾਦ ਹੈ, ਇੱਕ ਸੁਰਤ ਹੈ। ਤੈਨੂੰ ਅਹਿਸਾਸ ਹੈ ਦੋਦੇ ਇਸ ਗੱਲ ਦਾ? ਕਹਿਣ ਲੱਗਾ ਜੀ ਅਹਿਸਾਸ ਹੈ। ਨਾਨਕ ਨਾਮ ਹੀ ਬਾਣੀ ਦਾ, ਨਾਨਕ ਨਾਮ ਹੀ ਅਸਲ 'ਚ ਉਪਦੇਸ਼ ਦਾ ਆ। ਕਹਿਣ ਲੱਗੇ ਫਿਰ ਓਏ ਭਲਿਆ, ਜੇ ਤੂੰ ਨਾਨਕ ਨੂੰ ਇਸ਼ਕ ਕਰਦਾ ਤੇ ਫਿਰ ਤੇ ਤੂੰ ਨਾਨਕ ਦੀ ਬਾਤ ਨੂੰ ਇਸ਼ਕ ਪਾਏਗਾ ਨਾ, ਤੂੰ ਨਾਨਕ ਦੀ ਬਾਤ ਸੁਣੇਗਾ। ਕਹਿਣ ਲੱਗਾ ਜੀ ਸੁਣਦਾ ਮੈਂ। ਬਾਬਾ ਜੀ ਕਹਿੰਦੇ ਅੱਛਾ ਫਿਰ ਦੋਦੇ ਦੱਸ, ਨਾਨਕ ਦੀ ਬਾਤ, ਨਾਨਕ ਦੀ ਜ਼ਬਾਨ ਤੋਂ ਤੂੰ ਕੀ ਸੁਣਿਆ? ਕਹਿਣ ਲੱਗਾ ਜੀ ਸਿੱਧੇ ਤੌਰ 'ਤੇ ਜੇ ਮੈਂ ਦੱਸਾਂ ਤੁਹਾਨੂੰ, ਤੇ ਮੈਂ ਅੱਖਾਂ ਖੋਲ੍ਹਾਂ ਤੇ ਅੱਖਾਂ ਭਾਵੇਂ ਮੂੰਦ ਲਵਾਂ, ਇੱਕ ਬਚਨ ਤੇ ਤੁਹਾਡਾ ਲਗਾਤਾਰ ਮੇਰੀ ਸੁਰਤ 'ਚ ਹਰ ਵਕਤ ਗੂੰਜਦਾ ਰਹਿੰਦਾ। ਬਾਬਾ ਜੀ ਕਹਿੰਦੇ ਉਹ ਕਿਹੜਾ ਆ? ਕਹਿਣ ਲੱਗੇ ਜਿਹੜਾ ਤੁਸੀਂ ਆਪਣੇ ਮੁਖਾਰਬਿੰਦ ਤੋਂ ਕਹਿੰਦੇ ਹੋ ਸਤ ਕਰਤਾਰ, ਸਤ ਕਰਤਾਰ। ਜਿਹੜਾ ਸਾਡਾ ਗ੍ਰੀਡਿੰਗ ਹੈ ਨਾ ਸਤਿ ਸ਼੍ਰੀ ਅਕਾਲ, ਇਹ ਇਵੋਲਵ ਹੋਇਆ ਸਾਡੇ ਉਸੇ ਆਈਡੀਓਲੋਜੀ ਦੇ ਵਿੱਚੋਂ। ਕਰਤਾਰ ਨੂੰ ਹੀ ਅਸੀਂ ਅਕਾਲ ਕਹਿੰਦੇ ਆ, ਕਿਉਂਕਿ ਕਾਲ ਜ਼ਈ ਨਾਮ ਜਿਹੜੇ ਨੇ ਇਹਨਾਂ 'ਚ ਬੰਦੇ ਲੜਦੇ ਰਹੇ। ਮੈਂ ਗੋਡ ਨੂੰ ਮੰਨਦਾ, ਮੈਂ ਅੱਲਾ ਨੂੰ ਮੰਨਦਾ, ਮੈਂ ਰਾਮ ਨੂੰ ਮੰਨਦਾ, ਇਹ ਸਾਰੇ ਨਾਮ ਕਾਲ ਜ਼ਈ ਨੇ, ਕਾਲ ਦੇ ਸਮੇਂ ਦੇ ਚੱਕਰ ਵਿੱਚ ਆਉਂਦੇ ਨੇ। ਕਾਲ ਤੋਂ ਪਾਰ ਵਾਹਿਗੁਰੂ ਦਾ ਵਜੂਦ ਆ, ਕਿਉਂ ਨਾ ਉਹਨੂੰ ਇਹੀ ਕਹਿ ਤਾ ਜਾਏ ਅਕਾਲ, ਬਿਯੋਂਡ ਟਾਈਮਸ, ਇਨਫਿਨਿਟੀ, ਜਿਹਦੇ 'ਚ ਕਿਸੇ ਰੂਪ 'ਚ ਕੋਈ ਪਾਬੰਦੀ ਨਾ ਰਹੇ। ਸੋ ਇੱਥੋਂ ਇਵੋਲਵ ਹੋ ਗਿਆ, ਇੱਥੋਂ ਵਕਤ ਨਾਲ ਚੀਜ਼ ਇਸ ਰੂਪ ਵਿੱਚ ਜਿਹੜੀ ਅੱਗੇ ਵੱਧ ਗਈ। ਅਦਰਵਾਈਜ਼ ਸਾਡਾ ਗ੍ਰੀਟਿੰਗ ਸੀਗਾ ਸਤ ਕਰਤਾਰ, ਕਰਤਾਰ ਰਹਿਣ ਵਾਲਾ ਹੈ। ਦੋਦਾ ਕਹਿੰਦਾ ਬਾਬਾ ਮੇਰੇ ਕੰਨਾਂ 'ਚ ਹਰ ਵਕਤ ਇੱਕੋ ਚੀਜ਼ ਗੂੰਜਦੀ, ਸਤ ਕਰਤਾਰ। ਬਾਬਾ ਜੀ ਕਹਿੰਦੇ ਬਸ ਫਿਰ ਦੋਦੇ, ਜੇ ਬਚਨ ਤੇਰੇ ਕੰਨਾਂ 'ਚ ਗੂੰਜਦਾ ਨਾ, ਆਪਾਂ ਨਾਮ ਹੀ ਇਹ ਰੱਖਾਂਗੇ, ਕਰਤਾਰ ਰਹਿਣ ਵਾਲਾ, ਕਰਤਾਰਪੁਰ। ਇੱਥੋਂ ਲਫ਼ਜ਼ ਰਿਫਲੈਕਟ ਹੋਇਆ ਹੈ। ਬਾਬਾ ਜੀ ਨੇ ਬੁਨਿਆਦੀ ਕਰਵਾਈ ਪਿੰਡਾਂ ਦੇ ਵਿੱਚ, ਕਰਤਾਰਪੁਰ ਵਸਾਣਾ, ਆ ਕੇ ਵਸੋ ਇੱਥੇ। ਅੱਛਾ, ਉਸ ਜ਼ਮਾਨੇ ਦੇ ਵਿੱਚ ਲੋਕਾਂ ਨੂੰ ਕੋਈ ਆਈਡੀਆ ਨਹੀਂ ਸੀਗਾ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵਸਣ ਲੱਗਿਆ ਇਸ ਤਰ੍ਹਾਂ ਦਾ ਵਸੇਬਾ ਵੀ ਹੁੰਦਾ ਆ। ਮੈਂ ਜਿਹੜੀ ਬੇਨਤੀ ਕਰ ਰਿਹਾ, ਆ ਜ਼ਮੀਨ ਦੀ ਖਰੀਦ ਫਰੋਖਤ ਸਾਰੀ, ਅੱਜ ਜਿਹੜੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ, ਇਹ ਜਦੋਂ ਅੰਗਰੇਜ਼ ਪਹੁੰਚਿਆ ਉੱਥੇ, ਅੰਗਰੇਜ਼ ਨੇ ਆਪਣੇ ਰਜਿਸਟਰਾਰ ਬਿਠਾਏ ਸੀ, ਰਜਿਸਟਰ ਜਿਹਨੂੰ ਕਹਿੰਦੇ ਹਾਂ ਅਸੀਂ, ਪੇਪਰ ਅਤੇ ਪੈਨ ਲੈ ਕੇ ਹਰ ਚੀਜ਼ ਨੂੰ ਖਾਤੇ ਵਿੱਚ ਪਾਉਣਾ, ਉਸ ਰੂਪ ਦੇ ਵਿੱਚ। ਇੱਥੋਂ ਲਫ਼ਜ਼ ਆਇਆ ਰਜਿਸਟਰੀ, ਜ਼ਮੀਨਾਂ ਦੀ ਰਜਿਸਟਰੀ ਹੁੰਦੀ ਇਸ ਢੰਗ ਦੇ ਨਾਲ। ਉਸ ਤੋਂ ਪਹਿਲਾਂ ਜ਼ਮੀਨਾਂ ਦੀ ਰਜਿਸਟਰੀ ਨਹੀਂ ਸੀ ਹੁੰਦੀ, ਜ਼ਮੀਨਾਂ ਦੀ ਜਮ੍ਹਾਂਬੰਦੀ ਹੁੰਦੀ ਸੀ। ਜਮ੍ਹਾਂਬੰਦੀ ਦੇ ਵਿੱਚ ਮਲਕੀਅਤ ਕਿਸੇ ਹੋਰ ਦੀ ਹੁੰਦੀ ਸੀ, ਜਿਹਦੇ ਨਾਂ ਦੀ, ਜਿਹਦੀ ਪੱਟੀ ਸੀ, ਜਿਹਦਾ ਪਟਾ ਹੁੰਦਾ ਸੀ, ਅਤੇ ਵਾਹੁਣ ਵਾਲੇ ਲੋਕ ਜਿਹੜੇ ਸੀਗੇ ਉਹ ਉੱਥੇ ਮੋਸਟਲੀ ਇਹਨਾਂ ਨਾਵਾਂ ਨਾਲ ਬੁਲਾਏ ਜਾਂਦੇ ਸੀ। ਜ਼ਿਆਦਾਤਰ ਹੁੰਦੇ ਸੀ ਮੁਜਾਰੇ, ਕਿਉਂਕਿ ਜਮ੍ਹਾਂਬੰਦੀ ਮੁਜਾਰਿਆਂ ਦੀ ਜਮ੍ਹਾਂ ਹੁੰਦੀ ਸੀ, ਵੀ ਮੁਜਾਰੇ ਨੇ ਆਹ ਬੀਜਿਆ, ਆਹ ਬੀਜਿਆ, ਆਹ ਬੀਜਿਆ, ਉਹਦੇ ਮੁਤਾਬਕ ਜਗੀਰਦਾਰ ਮੁਜਾਰੇ ਦਾ ਬਣਦਾ ਹਿੱਸਾ ਦਿੰਦਾ ਹੁੰਦਾ ਸੀਗਾ। ਦੂਸਰੇ ਹੁੰਦੇ ਸੀ ਮੋਰੀਸੀ, ਮੁਜਾਰਿਆਂ ਦੇ ਨਾਲ। ਤੀਸਰੇ ਉਹ ਹੁੰਦੇ ਸੀਗੇ ਜਿਹੜੇ ਜ਼ਮੀਨ ਵੀ ਜਗੀਰਦਾਰ ਦੀ ਅਤੇ ਵਾਹੀ ਵੀ ਜਗੀਰਦਾਰ ਲਈ ਕਰਦੇ ਸੀਗੇ, ਉਹਨਾਂ ਦੀ ਹੁੰਦੀ ਸੀ ਹਿੱਸੇ ਪੱਤੀ, ਜਿਹਨੂੰ ਬਾਅਦ ਦੇ ਵਿੱਚ ਬਦਲਿਆ ਹੋਇਆ ਨਾਮ ਅਸੀਂ ਕਹਿੰਦੇ ਹਾਂ ਸੀਰੀ, ਜਿਹਦੇ ਵਿੱਚ ਉਹਦਾ ਥੋੜ੍ਹਾ ਜਿਹਾ ਹਿੱਸਾ ਹੁੰਦਾ ਸੀ ਵੀ ਤੈਨੂੰ ਇਨਵਾਂ ਹਿੱਸਾ ਦਿੱਤਾ ਜਾਏਗਾ। ਇਹ ਲਫ਼ਜ਼ ਆ ਗਿਆ ਸਾਰੇ ਦਾ ਸਾਰਾ। ਸੋ ਜਿਹੜਾ ਪਹਿਲਾ ਪੜਾਅ ਹੈ ਉਹਦੇ ਵਿੱਚ ਕਿਹਾ ਜਾਏ ਮੁਜਾਰਾ। ਅਜੇ ਵੀ ਪੰਜਾਬ ਦੇ ਵਿੱਚ ਕੋਈ ਗਾਲਬਨ 13,000 ਦੇ ਕਰੀਬ ਪਿੰਡ ਹੈ। ਜੇ ਮੋਸਟਲੀ ਪਿੰਡਾਂ ਦੇ ਤੁਸੀਂ ਨਾਮ ਦੇਖੋਗੇ ਤੇ ਉਹਨਾਂ ਦੇ ਨਾਂ ਦੇ ਨਾਲ ਆਈਦਰ ਮੁਜਾਰਾ ਮਿਲੇਗਾ, ਜਿਵੇਂ ਦੁਆਬੇ ਚਲੇ ਜਾਓ ਤੁਹਾਨੂੰ ਜੱਟ ਮੁਜਾਰਾ, ਟੂਟੋ ਮੁਜਾਰਾ ਆਮ ਮਿਲ ਜਾਣਗੇ ਨਾਮ ਜਿਹੜੇ ਨੇ। ਪਰ ਜੇ ਤੁਸੀਂ ਆਮ ਪਿੰਡਾਂ ਵਿੱਚ ਦੇਖੋ ਤੇ ਮੁਜਾਰੇ ਤੋਂ ਲਫ਼ਜ਼ ਬਣ ਗਿਆ ਮਾਜਰਾ, ਮਾਜਰੇ ਬਹੁਤ ਮਿਲਣਗੇ ਤੁਹਾਨੂੰ। ਮੁਜਾਰਾ, ਮਾਜਰਾ ਕਲੋਜ਼ ਬਾਏ ਸ਼ਬਦ ਹੈ, ਕਿਉਂਕਿ ਮੁਜਾਰੇ ਸੀ ਸਾਰੇ। ਮੁੜ ਕੇ ਇਹ ਸਾਰੇ ਗੜ੍ਹ ਨੂੰ ਤੋੜਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਕਦੀ ਫਿਰ ਇਤਿਹਾਸ 'ਚ ਬਾਤ ਕਰਾਂਗੇ ਉਸ ਰੂਪ ਦੇ ਵਿੱਚ। ਜਿਹੜਾ ਅਸੀਂ 1984 ਨੂੰ ਯਾਦ ਕਰ ਰਹੇ ਹਾਂ ਨਾ, ਜਿਹੜੀ ਇਹ ਚੀਜ਼ ਵਾਪਰੀ ਹੈ, ਨੋ ਡਾਊਟ ਕਿ ਵਕਤ ਦੀ ਹੁਕਮਰਾਨ ਜਿਹੜੀ ਉਹ ਬੀਬੀ ਗੱਦੀ 'ਤੇ ਬੈਠੀ, ਅਤੇ ਉਸਨੂੰ ਪਤਾ ਨਹੀਂ ਕਿੰਨੇ ਸੁਜੈਸ਼ਨ ਦਿੱਤਾ, ਕਿਸ ਰੂਪ ਦੇ ਵਿੱਚ ਉਹਦਾ ਦਿਮਾਗ ਜਿਹੜਾ ਫਿਰਿਆ, ਅਤੇ ਉਹਨੇ ਚੱਕ ਕੇ ਦਰਬਾਰ ਸਾਹਿਬ 'ਤੇ ਫੌਜ ਚੜ੍ਹਾ ਦਿੱਤੀ। ਉਹਨੂੰ ਆਈਡੀਆ ਹੀ ਨਹੀਂ ਗਾ ਵੀ ਮੈਂ ਅੱਗ ਨਾਲ ਖੇਡਣ ਲੱਗੀ ਹਾਂ।
ਹਾਲਾਂਕਿ ਉਸ ਵਕਤ ਦੇ ਮੋਸਟਲੀ ਪਿੱਛੇ ਕਰਕੇ ਨਾ, ਅੱਜ ਕੱਲ੍ਹ ਤਾਂ ਸਾਰਾ ਕੁਝ ਆਨਲਾਈਨ ਪਿਆ, ਕਿਸੇ ਨੂੰ ਪੁੱਛਣ ਪਛਾਉਣ ਦੀ ਲੋੜ ਵੀ ਨਹੀਂ ਹੈ। ਇੱਕ ਅਨਟੋਲਡ 1984 ਕਮਰ ਸੰਧੂ ਹੈ, ਪੱਤਰਕਾਰ ਹੈ, ਪਿੱਛੋਂ TV ਚੈਨਲ ਵੀ ਚਲਾਉਂਦਾ ਸੀਗਾ, ਅਤੇ ਉਸਨੇ ਪੂਰਾ ਇਹਦਾ ਰਿਕਾਰਡ ਕੀਤਾ ਹੈਗਾ ਅਨਟੋਲਡ 1984। ਉਹਨੇ ਜਿਤਨੇ ਵਕਤ ਦੇ ਲੋਕ ਸੀਗੇ ਉਹਨਾਂ ਨੂੰ ਮੋਸਟਲੀ ਇੰਟਰਵਿਊ ਕੀਤਾ ਅਤੇ ਇੰਟਰਵਿਊ ਕਰਕੇ ਇੱਕ ਦਸਤਾਵੇਜ਼ ਬਿਲਡ ਕੀਤਾ ਹੈ ਅਤੇ ਉਹ ਸਾਰਾ ਬਣਾਇਆ। ਹਾਲਾਂਕਿ ਉਹਦਾ ਸਾਰਾ ਆਪਣੇ ਆਪ ਵਿੱਚ ਉਹਨੇ ਨਿਊਟਰਲ ਰਹਿਣ ਦੀ ਕੋਸ਼ਿਸ਼ ਕੀਤੀ ਹੈ, ਪਰ ਜ਼ਿਆਦਾਤਰ ਉਹਦੀ ਜਿਹੜੀ ਸਾਰੀ ਗੱਲ ਆ ਉਹ ਸਟੇਟ ਨਰੇਸ਼ਨ ਆ, ਜਿਵੇਂ ਸਟੇਟ ਚਾਹੁੰਦਾ ਉਵੇਂ ਨਰੇਟ, ਕਿਉਂਕਿ ਰੀਜ਼ਨ ਇਹ ਆ ਉਹਨਾਂ ਦੇ ਉੱਥੇ ਕਰਨਾ ਅਤੇ ਐਵੇਂ ਹੀ ਕਰਨਾ ਪਏਗਾ। ਇਹ ਤਾਂ ਪੋਸੀਬਿਲਿਟੀ ਨਹੀਂ ਹੈਗੀ ਕਿ ਉਹ ਬਿਲਕੁਲ ਨਿਊਟਰਲ ਰਹਿ ਕੇ, ਬਿਲਕੁਲ ਇੰਡੀਪੈਂਡੈਂਟ ਰਹਿ ਕੇ ਗੱਲ ਕਰੇ। ਪਰ ਫਿਰ ਵੀ ਸੱਚ ਕਦੀ ਛਿਪਦਾ ਥੋੜ੍ਹਾ ਹੁੰਦਾ। ਸੱਚ ਨੂੰ ਕਿੰਨੀਆਂ ਦੀਵਾਰਾਂ ਦੇ ਪਿੱਛੇ ਲੁਕਾਓਗੇ, ਸੱਚ ਤੇ ਫਿਰ ਨਿਕਲ ਆਵੇਗਾ। ਵਕਤੀ ਤੌਰ 'ਤੇ ਬੜਾ ਕੁਝ ਲੋਕੀ ਕਹਿੰਦੇ ਸਭ ਕੁਝ, ਪਰ ਸੱਚ ਛੁਪਿਆ ਥੋੜ੍ਹਾ, ਸੱਚ ਫਿਰ ਬਾਹਰ ਆ ਜਾਂਦਾ। ਉਹਦੇ ਵਿੱਚ ਜਿਹੜਾ ਜਰਨਲ ਸਿਨਹਾ ਹੈ, ਜਿਸ ਨੂੰ ਬਾਈਪਾਸ ਕਰਕੇ ਜਰਨਲ ਜਿਹੜਾ ਆ ਵੈਦਿਆ ਨੂੰ ਲਾਇਆ ਗਿਆ ਸੀਗਾ, ਜਿਹਦੇ ਬਾਅਦ ਦੇ ਵਿੱਚ ਜਿਹੜਾ ਹੈ ਉਸ ਰੂਪ ਵਿੱਚ ਉਹਨੂੰ ਵੀ ਉਹਦੀ ਕੀਮਤ ਚੁਕਾਉਣੀ ਪਈ, ਕਿਉਂਕਿ ਆਖਰਕਾਰ ਐਡਾ ਵੱਡਾ ਅਮਲ ਕਰਨ ਲੱਗੇ ਹੋ ਤੁਸੀਂ। ਜਰਨਲ ਸਿਨਹਾ ਨੂੰ ਆਫਰ ਕੀਤੀ ਗਈ, ਸਾਰਾ ਇੰਟਰਵਿਊ ਉਹਦੇ ਵਿੱਚ ਉਹਦਾ, ਉਹ ਜਰਨਲ ਸਿਨਹਾ ਨੂੰ ਆਫਰ ਕੀਤੀ ਕਿ ਅਸੀਂ ਇਹ ਸਾਰਾ ਕੁਛ ਕਰਨਾ ਆ, ਅਤੇ ਇਹ ਜਿਹੜੀ ਇਹ ਹੁਕਮਰਾਨ ਪ੍ਰਾਈਮ ਮਿਨਿਸਟਰ ਨੇ ਬੁਲਾਇਆ ਉਸਨੂੰ, ਉੱਤੇ ਉਹਨੂੰ ਕਿਹਾ ਵੀ ਆਹ ਸਾਰਾ ਕੁਝ। ਉਹਨੇ ਆਪਣੇ ਇੰਟਰਵਿਊ 'ਚ ਗੱਲ ਕਹੀ, ਕਹਿਣ ਲੱਗਿਆ ਮੈਂ ਰਾਈਟ ਵੇ ਕਿਹਾ। ਮੈਂ ਕਿਹਾ ਮੈਡਮ ਇਹ ਗੱਲ ਗਲਤ ਹੈ, ਇਹ ਤਬਾਹੀ ਹੈ। ਇਹਦੇ ਉੱਤੇ ਜਿਹੜਾ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਨੇ ਆਪਣਾ ਵਾਈਟ ਪੇਪਰ ਲਿਖਿਆ ਬਾਅਦ ਦੇ ਵਿੱਚ, ਉਹਦਾ ਨਾਂ ਹੀ ਲਿਖਿਆ ਇੰਡੀਆ ਕਮਿਟ ਸੁਸਾਈਡ। ਇਹਨਾਂ ਨੇ ਆਪਣੀ ਆਤਮ ਹੱਤਿਆ ਅਸਲ 'ਚ ਕਰ ਲਈ ਉਸ ਦਿਨ। ਇਹ ਆਤਮ ਹੱਤਿਆ ਦਾ ਸੀ, ਸਿੱਧਾ ਹੀ ਸੰਕਲਪ ਆਤਮ ਹੱਤਿਆ ਦਾ ਸੀਗਾ। ਕਦੀ ਆਪਣੇ ਮੁਲਕ, ਆਪਣੇ ਉਹਨਾਂ ਲੋਕਾਂ ਦੇ ਜਿਹੜੇ ਲੋਕ ਇਹਦੀ ਆਇਰਨ ਆਰਮ ਸੀਗੇ, ਜਿਨ੍ਹਾਂ ਦੇ ਪੁਰਖਿਆਂ ਨੇ, ਮਤਲਬ ਅੱਜ ਆਜ਼ਾਦੀ ਦੀਆਂ ਗੱਲਾਂ ਕਰਦੇ ਉਹ ਭਲਿਓ, ਅਸੀਂ ਤਾਂ ਉਸ ਆਜ਼ਾਦੀ ਵਾਸਤੇ 2 ਸਦੀਆਂ ਬਾਲਣ ਦੀ ਥਾਂ ਬਲੇ ਆ। ਸਾਡੇ ਤੇ ਪੁਰਖਿਆਂ ਦੇ ਹੱਡ ਬਲੇ ਨੇ ਉੱਥੇ ਸਾਰੇ ਦੇ ਸਾਰੇ, ਅਤੇ ਉਹਨਾਂ ਹੀ ਲੋਕਾਂ ਨੂੰ ਤੁਸੀਂ ਇਸ ਰੂਪ ਦੇ ਵਿੱਚ ਜਿਹੜਾ ਹੈ ਉਹ ਸਾਰਾ ਗਦਾਰ ਅਤੇ ਸਭ ਚੀਜ਼ਾਂ 'ਚ ਉਹ ਕਰਕੇ ਅਤੇ ਇੱਕ ਵੋਟ ਪੋਲੀਟਿਕਸ ਦੇ ਅੰਦਰ ਸਭ ਇਸ ਕਰਨ ਲੱਗੇ ਹੋ। ਜਰਨਲ ਸਿਨਹਾ ਉਹ ਕਹਿੰਦੇ ਜਦੋਂ ਇਹ ਸਾਰੀ ਬਾਤ ਹੋਈ, ਮੈਂ ਕਿਹਾ ਮੈਡਮ ਆਈ ਵੋਂਟ ਬੀ ਪਾਰਟ ਆਫ ਦਿਸ ਕਾਈਂਡ ਆਫ ਗੇਮ, ਮੈਂ ਇਹਦਾ ਪਾਰਟ ਨਹੀਂ ਬਣਨਾ ਚਾਹੁੰਦਾ। ਮੈਂ ਆਪਣੇ ਆਪ ਨੂੰ ਕਹਿੰਦਾ ਮੈਂ ਆਪ ਹੀ ਆਪਣੇ ਲਾਮੇ ਕਰ ਲਿਆ। ਮੈਂ ਕਿਹਾ ਨਹੀਂ, ਇਹ ਗੁਨਾਹ ਹੈ ਬੜਾ ਵੱਡਾ। ਆਖਰਕਾਰ ਉਹ ਗੁਨਾਹ ਹੋਇਆ। ਉਸ ਗੁਨਾਹ ਤੋਂ ਬਾਅਦ ਫਿਰ ਜਦੋਂ ਕੋਈ ਚੀਜ਼, ਜਦੋਂ ਗਰਾਊਂਡ ਸ਼ੇਕ ਕਰਦਾ ਆ ਤਾਂ ਉਹਦੇ ਫਿਰ ਕੌਨਸੀਕੁਐਂਸਿਸ ਹੁੰਦੇ ਨੇ। ਉਹ ਕੌਨਸੀਕੁਐਂਸ ਫਿਰ ਸਾਡੇ ਸਾਹਮਣੇ ਆਏ ਸਾਰੇ ਦੇ ਸਾਰੇ। ਆਖਰਕਾਰ ਉਹ ਜਿਹੜੀ ਹੈ ਪ੍ਰਾਈਮ ਮਿਨਿਸਟਰ ਨੂੰ ਉਸ ਰੂਪ ਦੇ ਅਸੈਸੀਨੇਸ਼ਨ ਹੋਇਆ, ਉਹਦਾ ਸੌਦਾ ਲਾਇਆ ਗਿਆ, ਸਾਰੀ ਚੀਜ਼ ਹੋਈ। ਉਸ ਤੋਂ ਬਾਅਦ ਫਿਰ ਜਿਹੜੇ ਹਾਲਾਤ ਬਣੇ, ਅਤੇ ਹਾਲਾਤ ਇਸ ਕਰਕੇ ਬੜੇ ਲੋਕ ਕਹਿੰਦੇ, ਬਾਅਦ 'ਚ ਲੋਕਾਂ ਨੇ ਜਸਟੀਫਾਈ ਵੀ ਕੀਤਾ। ਉਹ ਖੁਦ ਕਹਿੰਦਾ ਵੀ ਜਦੋਂ ਇੱਕ ਦਰਖਤ ਡਿੱਗਦਾ ਆ ਅਤੇ ਫਿਰ ਜੀ ਧਰਤੀ ਹਿੱਲਦੀ ਸਾਰਾ ਕੁਝ, ਅਤੇ ਇਸ ਤਰੀਕੇ ਨਾਲ ਉਹਨੇ ਕਿਆ ਜਸਟੀਫਿਕੇਸ਼ਨ ਦਿੱਤੀ। ਗੱਲ ਇਹ ਨਹੀਂ ਸੀ, ਗੱਲ ਇਹ ਸੀਗੀ ਕਿਉਂਕਿ ਇੱਕ ਨਰੇਸ਼ਨ ਬਿਲਡ ਕੀਤੀ ਗਈ ਸੀ ਉਸ ਕਮਿਊਨਿਟੀ ਦੇ ਖਿਲਾਫ, ਜਿਹੜੀ ਕਮਿਊਨਿਟੀ ਮਾਨਵ ਪੱਖੀ ਹੈ, ਜਿਹੜੀ ਕਮਿਊਨਿਟੀ ਮਨੁੱਖਵਾਦੀ ਹੋ ਕੇ ਜੀ ਰਹੀ ਹੈ, ਉਹਦੇ ਖਿਲਾਫ ਇੱਕ ਪੂਰੀ ਨਰੇਸ਼ਨ ਬਿਲਡ ਕਰ ਦਿੱਤੀ ਗਈ ਪੇਜ। ਅਤੇ ਉਹਦਾ ਕਸੂਰ ਹੀ ਇਹ ਹੈ, ਕਿਉਂਕਿ ਉਹ ਮਨੁੱਖਤਾ ਦੀ ਗੱਲ ਕਰਦੀ, ਉਹ ਮਨੁੱਖੀ ਹੱਕ ਹਕੂਕ ਦੀ ਗੱਲ ਕਰਦੀ ਹੈ। ਜੇ ਪਿਛੋਕੜੇ 'ਚ ਬਾਤ ਲਿਆਂਦੀ, ਜਿਹੜੀ ਬਾਤ ਕਰ ਰਿਹਾ ਸੀਗਾ ਕਿ ਜਿਨ੍ਹਾਂ ਨੇ ਲੋਕਾਂ ਨੂੰ ਆਜ਼ਾਦੀ ਦਿੱਤੀ, ਲੋਕਾਂ ਨੂੰ ਪ੍ਰੋਸਪਰ ਪਿਕਚਰ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਜ਼ਮੀਨਾਂ ਦੀ ਮਲਕੀਅਤ ਦੇਤੀ ਲੋਕਾਂ ਨੂੰ, ਜਿਹੜਾ ਖੇਤੀ ਵਾਹੁਣ ਵਾਲਾ ਉਹੀ ਮਾਲਕ ਹੈ। ਅਦਰਵਾਈਜ਼ ਰੈਸਟ ਆਫ ਦਾ ਇੰਡੀਆ ਚਲੇ ਜਾਓ, 47 ਤੋਂ ਬਾਅਦ ਇੰਨੇ ਕਾਨੂੰਨ ਬਦਲੇ, ਸਭ ਕੁਝ ਚੀਜ਼ਾਂ ਹੋਈਆਂ, ਸਭ ਹੋਣ ਦੇ ਬਾਵਜੂਦ ਵੀ ਤੁਹਾਨੂੰ ਫਿਊਡਲ ਸਿਸਟਮ, ਜਗੀਰਦਾਰੀ ਨਿਜ਼ਾਮ ਮਿਲੇਗਾ ਪੂਰਾ ਬਿਹਾਰ 'ਚ ਮਿਲੇਗਾ, ਯੂਪੀ 'ਚ ਮਿਲੇਗਾ ਵੱਡੇ ਹਿੱਸੇ ਦੇ ਵਿੱਚ। ਇਹ ਸਾਰਾ ਅਜੇ ਵੀ ਕਿਸੇ ਨਾ ਕਿਸੇ ਸ਼ੇਪ 'ਚ ਉੱਥੇ ਮੌਜੂਦ ਆ। ਸੋ ਇਹ ਸਾਰੀ ਚੀਜ਼ ਵਿੱਚ, ਖੈਰ ਜਿਹੜੀ ਮੌਲਿਕ ਰੂਪ 'ਚ ਗੱਲ ਕਰ ਰਹੇ ਸੀ, ਵਾਪਸ ਉਹਦੇ 'ਤੇ ਆਵਾਂ। ਜਦੋਂ ਗੁਰੂ ਮਹਾਰਾਜ ਨੇ ਬੁਨਿਆਦੀ ਕਰਵਾਈ ਪਿੰਡਾਂ ਥਾਵਾਂ ਦੇ ਵਿੱਚ ਵੀ ਨਵਾਂ ਨਗਰ ਵਸਾਉਣ ਲੱਗੇ ਆ ਕੇ ਇਸ ਨਵੇਂ ਨਗਰ ਦੇ ਵਿੱਚ ਤੁਸੀਂ ਆਪਣਾ ਵਸੇਬਾ ਲੈ ਲਵੋ। ਲੋਕ ਆਏ, ਧੰਨ ਗੁਰੂ ਨਾਨਕ ਮਹਾਰਾਜ ਦੇ ਕੋਲ ਕਰਤਾਰਪੁਰ ਮਹਾਰਾਜ, ਉੱਥੇ ਆਪਣੀ ਧਰਮਸਾਲ ਉਸਾਰ ਰਹੇ ਨੇ, ਮਹਿਲ ਉਸਰ ਰਹੇ ਨੇ, ਗੁਰੂ ਮਹਾਰਾਜ ਦੇ ਮਕਾਨ ਵਗੈਰਾ ਬਣ ਰਹੇ ਨੇ ਰਹਿਣ ਵਾਸਤੇ। ਅਤੇ ਲੋਕਾਂ ਨੇ ਆ ਕੇ ਪੁੱਛਿਆ ਬਾਬਾ ਜੀ ਨੂੰ, ਆ ਕੇ ਕਹਿੰਦੇ ਮਹਾਰਾਜ ਤੁਸੀਂ ਮਜਾਰੇ ਵਸਾ ਰਹੇ ਹੋ ਨਵੇਂ, ਸਾਨੂੰ ਮਜਾਰੇ ਰੱਖ ਲਓ। ਬਾਬਾ ਜੀ ਕਹਿੰਦੇ ਨਹੀਂ, ਅਸੀਂ ਮਜਾਰੇ ਨਹੀਂ ਵਸਾ ਰਹੇ, ਨਾ ਸਾਨੂੰ ਮਜਾਰੇ ਚਾਹੀਦੇ ਨੇ। ਮਜਾਰਾ ਹੁੰਦਾ ਆ ਜਿਹਦੀ ਜ਼ਮੀਨ 'ਤੇ ਕੋਈ ਮਲਕੀਅਤ ਨਹੀਂ,
ਜਿਹਨੇ ਜ਼ਮੀਨ ਤੇ ਫਸਲ ਬੀਜਣੀ ਹੈ, ਮਾਲਕ ਦੇ ਮੁਤਾਬਕ ਫਸਲ ਦਾ ਕੁਝ ਹਿੱਸਾ ਉਸ ਨੂੰ ਪੱਕਣ ਤੋਂ ਬਾਅਦ ਮਾਲਕ ਨੇ ਆਪਣੀ ਮਰਜ਼ੀ ਮੁਤਾਬਕ ਦੇਣਾ ਹੈ, ਬਾਕੀ ਮਾਲਕ ਦਾ ਸਾਰਾ। ਕਹਿਣ ਲੱਗੇ ਮਹਾਰਾਜ ਬੁਨਿਆਦੀ ਹੋਈ ਹੈ, ਪਿੰਡਾਂ ਦੇ ਵਿੱਚ ਬੁਨਿਆਦੀ ਹੋਈ, ਤੁਸੀਂ ਲੋਕਾਂ ਨੂੰ ਕਿਹਾ ਇਸ ਨਗਰ 'ਚ ਆ ਕੇ ਵਸੋ, ਅਸੀਂ ਵਸਣ ਵਾਸਤੇ ਆਏ ਹਾਂ, ਤੁਸੀਂ ਕਹਿ ਰਹੇ ਹੋ ਤੁਸੀਂ ਬੁਲਾਇਆ ਨਹੀਂ। ਬਾਬਾ ਜੀ ਕਹਿੰਦੇ ਨਹੀਂ ਬੁਲਾਇਆ ਆ, ਇਹ ਨਹੀਂ ਕਹਿ ਰਹੇ ਅਸੀਂ ਬੁਲਾਇਆ ਨਹੀਂਗਾ, ਪਰ ਮੁਜਾਰੇ ਨਹੀਂ ਬੁਲਾਏ। ਕਹਿਣ ਲੱਗੇ ਮਹਾਰਾਜ ਫਿਰ ਮੁਜਾਰੇ ਨਹੀਂ ਬੁਲਾਏ, ਤੁਸੀਂ ਫਿਰ ਮਰੂਸੀ ਮੰਗਾਏ ਹੋਣਗੇ। ਮਰੂਸੀ ਹੁੰਦੇ ਸੀਗੇ ਜਿਹੜੇ ਲੀਜ਼ 'ਤੇ, ਜਿਹਨੂੰ ਠੇਕੇ 'ਤੇ ਜ਼ਮੀਨ ਕਹਿੰਦੇ ਹਾਂ ਅਸੀਂ ਠੇਕੇ 'ਤੇ ਦਿੱਤੀ, ਉਹ ਸਾਡੇ ਮਰੂਸੀ ਨੇ। ਤੁਸੀਂ ਫਿਰ ਠੇਕੇ 'ਤੇ ਦੇਣੀ ਹੋਏਗੀ ਜ਼ਮੀਨ, ਤੁਸੀਂ ਲੀਜ਼ ਕਰਨੀ ਹੋਏਗੀ। ਬਾਬਾ ਜੀ ਕਹਿੰਦੇ ਨਹੀਂ ਮਰੂਸੀ ਵੀ ਨਹੀਂ ਚਾਹੀਦੇ। ਫਿਰ ਕਹਿਣਗੇ ਮਹਾਰਾਜ ਖੇਤਾਂ 'ਚ ਕੰਮ ਕਰਨ ਵਾਲੇ, ਤੁਸੀਂ ਕੋਈ ਕੰਮਕਾਰ ਕਰਨ ਵਾਲੇ ਕਾਰਗਰ, ਉਹ ਜਿਹੜੇ ਨੇ ਨੌਕਰ ਮੰਗਾਏ ਹੋਣਗੇ, ਤੁਸੀਂ ਉਸ ਰੂਪ ਵਿੱਚ ਤੁਹਾਡੇ ਬੰਦੇ। ਬਾਬਾ ਜੀ ਕਹਿੰਦੇ ਉਹ ਵੀ ਨਹੀਂ ਚਾਹੀਦੇ, ਉਹ ਵੀ ਨਹੀਂ ਮੰਗਾਏ। ਕਹਿੰਦੇ ਫਿਰ ਮਹਾਰਾਜ ਬੁਨਿਆਦੀ ਕਾਹਦੀ ਕਰਵਾਈ ਜੇ, ਲੋਕ ਆ ਰਹੇ ਨੇ। ਬਾਬਾ ਜੀ ਕਹਿੰਦੇ ਅਸੀਂ ਕਿਰਤੀ ਬੁਲਾਏ ਨੇ। ਇਹ ਨਵਾਂ ਲਫ਼ਜ਼ ਸੀਗਾ, ਇਹ ਲਫ਼ਜ਼ ਬਾਰੇ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਕਿਰਤ ਦਾ ਕਨਸੈਪਟ ਕੀ ਹੈ। ਮਹਾਰਾਜ ਕਿਰਤੀ ਵਸਾਉਣੇ ਨੇ ਤੁਸੀਂ? ਹਾਂ ਬਾਬਾ ਜੀ ਕਹਿੰਦੇ ਕਿਰਤ ਕਰਨ ਵਾਲੇ ਲੋਕ ਵਸਾਉਣੇ ਨੇ ਇੱਥੇ। ਉਹ ਕੌਣ ਹੋਣਗੇ? ਉਹ ਹੋਣਗੇ ਜੋ ਕੰਮਕਾਰ ਕਰਨਗੇ, ਫਸਲਾਂ ਬੀਜਣਗੇ, ਜੋ ਇੱਥੇ ਉਗਾਉਣਗੇ, ਉਹਦੇ ਮਾਲਕ ਵੀ ਆਪ ਹੋਣਗੇ। ਇਹ ਫਸਲਾਂ ਉਹਨਾਂ ਦੀਆਂ ਹੋਣਗੀਆਂ, ਉਹ ਆਪਣੀ ਮਲਕੀਅਤ ਆਪ ਹੰਡਾਉਣਗੇ, ਉਹਨਾਂ ਕੋਲੋਂ ਕੋਈ ਹਿੱਸੇਦਾਰੀ ਨਾ ਮੰਗੇਗਾ, ਉਹਨਾਂ ਦੀ ਲੁੱਟ ਨਾ ਹੋਏਗੀ। ਆਹ ਨਵਾਂ ਤਸਵੀਰ ਬਣਨੀ ਸ਼ੁਰੂ ਹੋਈ। ਇਹ ਪ੍ਰੋਸਪਰ ਪਿਕਚਰ ਹੈ ਅਸਲ ਦੇ ਵਿੱਚ। ਇਸ ਤਰ੍ਹਾਂ ਜਾਣੋ, ਕੋਈ ਵੀ ਅਸੀਂ ਫਰੀਡਮ ਦੀਆਂ ਗੱਲਾਂ ਕਰਦੇ ਹਾਂ, ਭਾਵੇਂ ਪੋਲੀਟੀਕਲ ਫਰੀਡਮ ਆ, ਭਾਵੇਂ ਸੋਸ਼ਲ ਫਰੀਡਮ ਆ, ਬਿਨਾਂ ਇਕਨੋਮਿਕਲ ਫਰੀਡਮ ਤੋਂ ਕੋਈ ਫਰੀਡਮ ਕੰਮ ਨਹੀਂ ਕਰਦੀ। ਜੇ ਆਰਥਿਕ ਤੌਰ 'ਤੇ ਬੰਦਾ ਮਜ਼ਬੂਤ ਨਹੀਂ, ਆਰਥਿਕ ਤੌਰ 'ਤੇ ਉਹ ਵਾਜਬ ਨਹੀਂ, ਉਹਦੇ ਵਾਸਤੇ ਕਾਹਦੀ ਆਜ਼ਾਦੀ ਅਤੇ ਕਾਹਦੀਆਂ ਉਹਦੀਆਂ ਜਿਹੜੀ ਹੈ, ਉਹਨੂੰ ਕਹਿ ਲਓ ਕਿ ਉਹਨੂੰ ਤੁਸੀਂ ਅੱਗੇ ਲੈ ਕੇ ਜਾਓਗੇ। ਜਿਹੜੀ ਅਪਲਿਫਟਿੰਗ ਹੈ ਬੰਦੇ ਦੀ, ਉਹ ਪ੍ਰੋਸਪੈਰਿਟੀ ਨਾਲ ਆਉਂਦੀ ਹੈ। ਜਦੋਂ ਬੰਦਾ ਆਰਥਿਕ ਤੌਰ 'ਤੇ ਬਲਵਾਨ ਹੁੰਦਾ, ਬਾਕੀ ਸਾਰੀਆਂ ਚੀਜ਼ਾਂ ਆਪੇ ਹੀ ਬਲ ਫੜਦੀਆਂ ਲੱਗੀਆਂ ਜਾਂਦੀਆਂ ਨੇ। ਗੁਰਮਤਿ ਸਕੂਲ ਨੇ ਤੇ ਕਿਹਾ ਵਾਹਿਗੁਰੂ ਦਹਿਨ ਦੇ ਦੇਣ ਵਾਲਾ ਆ, ਉਹਦੇ ਅੱਗੇ ਅਰਦਾਸ ਕਰਿਆ ਕਰ, ਸਭ ਨੂੰ ਦਿੰਦਾ ਤੈਨੂੰ ਵੀ ਦੇਵੇਗਾ। ਇਸ ਕਰਕੇ ਇਹਨਾਂ ਤਿਉਹਾਰਾਂ 'ਤੇ ਇਸ ਸਮੇਂ 'ਚ ਅਸੀਂ ਅਰਦਾਸਾਂ ਕਰਦੇ ਹਾਂ, ਮਾਲਕ ਸਾਡੀ ਝੋਲੀ ਭਰੀ। ਅਤੇ ਉਹ ਝੋਲੀ ਭਰਨ ਲਈ ਤਿਆਰ ਹੈ। ਸਾਨੂੰ ਤਾਂ ਕਿਹਾ ਗਿਆ ਤੁਸੀਂ ਪਤਾ ਹੀ ਕਰਨਾ, ਉਦਮ ਕਰੇਂਦਿਆਂ ਜੀਉ ਤੋਂ। ਉਦਮੀ ਹੋਵੋ, ਐਫਰਟ ਪਾਓ, ਪ੍ਰਯਾਸ ਕਰੋ। ਉਦਮ ਕਰੇਂਦਿਆਂ ਜੀਉ ਤੂੰ, ਕਮਾਵਦਿਆਂ ਸੁਖ ਪੁੰਚ। ਕਮਾਈਆਂ ਕਰੋ, ਸੁਖ ਪੁੰਚੋ। ਕੋਈ ਨਹੀਂ ਰੋਕ ਰਿਹਾ ਤੁਹਾਨੂੰ। ਸੁਖ ਮਾਨਣਾ ਤੁਹਾਡਾ ਜਨਮ ਸਿੱਧ ਹੱਕ ਹੈ। ਧਰਤੀ ਦੇ ਉੱਤੇ ਰਹਿ ਕੇ ਆਪਣੇ ਹਰ ਤਰ੍ਹਾਂ ਦੇ ਸੁੱਖ ਸੁਖਾਂਤ ਨੂੰ ਮਾਣੋ ਉਸ ਰੂਪ ਦੇ ਵਿੱਚ। ਪਰ ਹਾਂ, ਜੇ ਆਪਾਂ ਅੱਜ ਕੈਨੇਡਾ ਵਰਗੇ ਇਸ ਮੁਲਕ 'ਚ, ਮੁਬਾਲਿਕ 'ਚ ਬੈਠੇ ਹਾਂ, ਮੈਂ ਤਾਂ ਅਕਸਰ ਗੱਲ ਕਰਨਾ, ਲੋਕ ਕਹਿੰਦੇ ਸਕਾਈ ਇਜ਼ ਦਾ ਲਿਮਿਟ ਭਾਈ ਸਾਹਿਬ, ਵੀ ਕੈਨ ਅਚੀਵ ਐਨੀਥਿੰਗ ਓਵਰ ਹੇਅਰ। ਮੈਂ ਕਹਿੰਦਾ ਨੋ, ਦੈਟਸ ਨਾਟ ਰਾਈਟ ਟਰਮੀਨੋਲੋਜੀ। ਈਵਨ ਸਕਾਈ ਇਜ਼ ਨਾਟ ਦਾ ਲਿਮਿਟ। ਕੋਈ ਲਿਮਿਟ ਹੈ ਹੀ ਨਹੀਂ ਇੱਥੇ। ਇਹਨੂੰ ਕਹਿੰਦੇ ਲੈਂਡ ਆਫ ਅਪੋਰਚੁਨਿਟੀ। ਕੈਨੇਡਾ, ਅਮਰੀਕਾ, ਲੈਂਡ ਆਫ ਅਪੋਰਚੁਨਿਟੀ। ਜੋ ਚਾਹੋ ਕਮਾ ਲਓ, ਜੋ ਚਾਹੋ ਬਣ ਜਾਓ, ਜੋ ਚਾਹੋ ਹੋ ਜਾਓ। ਇਸ ਮੁਬਾਲਿਕ, ਇਸ ਜਗ੍ਹਾ 'ਤੇ ਆ ਕੇ ਵੀ ਲੋਕ ਇਹ ਕਹਿੰਦੇ ਜੇ ਕਮਾਉਣਾ ਹੈ, ਜੇ ਬਣਾਉਣਾ ਹੈ, ਤੇ ਫਿਰ ਇਹ ਨਹੀਂਗਾ ਕਿ ਤੁਸੀਂ ਇਨਸਟੈਂਟ। ਮੈਂ ਇੱਥੇ ਜੇਲ੍ਹਾਂ 'ਚ ਕੰਮ ਕਰਦਾ, ਲੰਬੇ ਸਮੇਂ ਤੋਂ ਕਰ ਰਿਹਾ। ਸਾਡੇ ਨੌਜਵਾਨ ਬੱਚੇ ਬੱਚੀਆਂ ਮੈਂ ਦੇਖੇ ਪ੍ਰਿਜ਼ਨ ਦੇ ਵਿੱਚ, ਕਾਹਦੇ ਲਈ? ਇੱਕਦਮ ਅਮੀਰ ਹੋਣ ਦੇ ਚੱਕਰ ਵਿੱਚ, ਯਕਦਮ ਇਨਸਟੈਂਟ ਜਿਹੜੀ ਕਹਿ ਲਓ ਕਿ ਅਮੀਰੀ ਲੱਭ ਰਹੇ ਨੇ, ਇੱਕਦਮ ਰਿਚ ਹੋਣ ਲਈ। ਜੋ ਚੀਜ਼ਾਂ ਜਿਹੜੀਆਂ ਨੇ ਉਹ ਕੁਝ ਇਹੋ ਜਿਹੇ ਕਮਲ ਕਰ ਲੈਂਦੇ, ਨਸ਼ਾ ਢੋਣ ਲੱਗ ਗਏ, ਕੁਛ ਕਰਨ ਲੱਗ ਗਏ, ਆਖਰਕਾਰ ਐਂਡ ਅਪ ਜੇਲ੍ਹ 'ਚ ਹੋ ਗਏ ਨਾ। ਜੇ ਤੁਸੀਂ ਜ਼ਿੰਦਗੀ 'ਚ ਕੋਈ ਕਮਾਈ ਕਰਨੀ ਹੈ ਤਾਂ ਉਹਦਾ ਵੀ ਕੁਝ ਅਸੂਲ, ਡਿਸਿਪਲਿਨ ਲੈ ਕੇ ਆਓ। ਇਸ ਤਰੀਕੇ ਨਾਲ ਜਾਣੋ, ਇਸ ਸੰਸਾਰ ਵਿੱਚ ਅਸੀਂ ਕਮਾਈਆਂ ਕਰਨੀਆਂ ਨੇ, ਸਾਡੀ ਸਿਹਤ ਠੀਕ ਰਹੇ। ਪਹਿਲੀ ਚੀਜ਼ 'ਤੇ ਫੋਕਸ ਕਰੋ। ਦੂਸਰੀ ਚੀਜ਼, ਵੈਲਿਊ ਬੇਸਡ, ਐਥੀਕਲੀ ਕਦੀ ਬੈਂਕਰਪਟ ਨਾ ਹੋਵੋ। ਐਥਿਕਸ ਦਾ ਕਦੀ ਸਾਥ ਨਹੀਂ ਛੱਡਣਾ। ਬੇਈਮਾਨੀਆਂ ਨਾਲ ਕਦੀ ਜੇਬਾਂ ਨਹੀਂ ਭਰੀਆਂ ਬੰਦੇ ਦੀਆਂ। ਝੂਠ ਬੋਲ ਕੇ, ਧੋਖਾ ਕਰਕੇ, ਠੱਗੀ ਕਰਕੇ ਕੋਈ ਬੰਦਾ ਅਮੀਰ ਨਾ ਹੋ ਪਾਏਗਾ। ਇਹ ਤਾਂ ਵਕਤੀ ਤੌਰ 'ਤੇ ਸਾਨੂੰ ਭੁਲੇਖਾ ਹੁੰਦਾ ਕਿ ਮੈਂ ਸ਼ਾਇਦ ਇਸ ਰੂਪ ਵਿੱਚ ਚਲਾ ਜਾਵਾਂਗਾ। ਨਾ, ਇਹ ਤਾਂ ਲੌਂਗ ਰਨ ਦੇ ਵਿੱਚ ਬੰਦਾ ਸਭ ਕੁਝ ਲੂਜ਼ ਕਰ ਜਾਏਗਾ। ਇਸ ਸਾਰੇ ਨੂੰ ਆਪਣੀ ਸੁਰਤ 'ਚ ਕਿਵੇਂ ਟਿਕਾ ਕੇ ਰੱਖੀਏ। ਹਰ ਵਕਤ ਮਨ ਜਿਹੜਾ ਆ, ਦੇਖੋ ਫਿਰ ਧਿਆਨ ਨਾਲ ਸੁਣਿਓ ਜੇ, ਬਚਨ ਹੈ ਅੱਜ ਦਾ, ਐਸੋ ਹੀਰਾ ਨਿਰਮਲ ਨਾਮ। ਹੀਰਾ ਹੈ ਕੀਮਤੀ ਚੀਜ਼। ਮੈਂ ਬਚਨ ਗੁਰੂ ਮਹਾਰਾਜ ਦੀ ਬਾਣੀ 'ਚੋਂ ਬਿਆਨਣਾ ਸ਼ੁਰੂ ਕੀਤਾ ਸੀਗਾ
ਕਿ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਅੱਗੇ ਅਰਦਾਸ ਇਹ ਹੈ, ਗੁਰਾ ਇੱਕ ਦੇਹ ਬੁਝਾਈ, ਹੇ ਗੁਰੂ ਤਰਸ ਕਰਕੇ ਆ ਬਾਤ ਮੈਨੂੰ ਬੁਝਾ ਦੇ। ਬੁਝਾਉਣ ਦਾ ਮਤਲਬ ਪਤਾ ਕੀ ਹੁੰਦਾ ਹੈ? ਪ੍ਰੋਪਰ ਵੇ ਦੇ ਨਾਲ ਮੈਂ ਅੰਡਰਸਟੈਂਡ ਕਰ ਜਾਵਾਂ ਇਸ ਚੀਜ਼ ਨੂੰ। ਲੈਟ ਮੀ ਅੰਡਰਸਟੈਂਡ ਇਟ, ਲੈਟ ਮੀ ਪਰਸੀਵ ਇਟ ਪ੍ਰੋਪਰਲੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਜਿਹੜਾ ਸਭ ਨੂੰ ਦਾਤ ਦੇਹਿੰਦ ਹੈ, ਮੈਨੂੰ ਕਦੀ ਨਾ ਵਿਸਰੇ। ਤੇ ਜਿਹਨੂੰ ਕਦੀ ਦਾਤਾ ਨਹੀਂ ਵਿਸਰੇਗਾ, ਉਹਨੂੰ ਦਾਤਾਂ ਕਿਵੇਂ ਵਿਸਾਰਨਗੀਆਂ? ਦਾਤਾਂ ਹਰ ਵਕਤ ਉਹਦੇ ਕੋਲ ਆਉਣਗੀਆਂ। ਮੈਂ ਜਿਹੜੀ ਬੇਨਤੀ ਕਰ ਰਿਹਾ, ਦਾਤਾਂ ਜਿਹੜੀਆਂ ਨੇ ਰੱਬ ਦੇ ਨਾਮ ਦਾ ਪਰਛਾਵਾਂ ਹੈ। ਰੱਬ ਨਾਮ ਹੈ ਗੁਣਾਂ ਦਾ, ਰੱਬ ਨਾਮ ਹੈ ਅਸੂਲਾਂ ਦਾ, ਰੱਬ ਨਾਮ ਹੈ ਬੰਦੇ ਨੂੰ ਬੰਦਗੀ ਦੇ ਵਿੱਚ ਉਕੇਰ ਕੇ ਬੰਦੇ ਵਾਲੇ ਗੁਣਾਂ ਨਾਲ ਜੋੜਨ ਵਾਸਤੇ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੇ ਕੇ ਪਿਆਰ। ਬੰਦੇ ਤੂੰ ਬੰਦਗੀ 'ਚ ਪੁੱਗੇਗਾ ਤੇ ਬੰਦਾ ਬਣੇਗਾ, ਅਦਰਵਾਈਜ਼ ਤੂੰ ਬੰਦੇ ਤੋਂ ਲੋਅਰ ਲੈਵਲ ਤੇ ਆ ਜਾਏਗਾ। ਤੇ ਜੇ ਬੰਦਾ ਬੰਦੇ ਤੋਂ ਲੋਅਰ ਲੈਵਲ ਤੇ ਆ ਜਾਏ, ਬੰਦਾ ਪਸ਼ੂਆਂ ਤੋਂ ਬੱਤਰ ਹੈ। ਉਹਦੇ ਕੋਲ ਹਰ ਕੋਈ ਦੁਨੀਆ ਦੀ ਪ੍ਰਾਪਤੀ ਹੋ ਕੇ ਵੀ ਪ੍ਰਾਪਤੀ ਉਹਦੀ ਕਿਸੇ ਕੰਮ ਦੀ ਨਹੀਂ। ਫਿਰ ਧਿਆਨ ਨਾਲ ਦੇਖਿਓ, ਜਿਸ ਚੀਜ਼ ਜਿਹੜੀ ਬੇਨਤੀ ਕਰਨ ਲੱਗਾ ਉਹਦੇ 'ਚ ਇਹ ਹੈ, ਅਸੀਂ ਸਾਰੇ ਪ੍ਰੋਸਪਰ ਪਿਕਚਰ ਲੱਭ ਰਹੇ ਹਾਂ, ਪਰ ਉਸ ਪ੍ਰੋਸਪਰ ਪਿਕਚਰ ਨੂੰ ਅਸੀਂ ਕਿਸੇ ਮੈਲ ਦੇ ਰੂਪ ਦੇ ਵਿੱਚ ਅਖਤਿਆਰ ਨਹੀਂ ਕਰ ਸਕਦੇ। ਨਾ, ਅਸੂਲਾਂ 'ਤੇ ਪਹਿਰਾ ਦੇਣਾ ਹੈ। ਧਨ ਉਹੀ ਜੋ ਨਿਰਮਲ ਮੈਲ ਰਹਿਤ ਹੈ। ਕਿਸੇ ਦੀਆਂ ਬਦਦੁਆਵਾਂ ਕਮਾ ਕੇ ਧਨ ਕਮਾਏਗਾ, ਭਲਿਆ ਧਨ ਤੇ ਪਤਾ ਨਹੀਂ ਰਹੇਗਾ ਕਿ ਨਹੀਂ ਰਹੇਗਾ, ਬਦਦੁਆਵਾਂ ਹਮੇਸ਼ਾ ਰਹਿਣਗੀਆਂ ਕੋਲ। ਬਕੌਲ ਮਸਕੀਨ ਜੀ ਇੱਕ ਛੋਟੀ ਜਿਹੀ ਗੱਲ ਕਹਿ ਦਿੰਦਾ, ਫਿਰ ਬਚਨ ਨੂੰ ਵਾਈਂਡ ਅਪ ਕਰ ਦੇਣਾ, ਬਾਕੀ ਦੇ ਰੈਸਟ ਆਫ ਸ਼ਬਦ ਦੇ ਅਰਥ ਕਰ ਦਿੰਦੇ ਹਾਂ। ਉਹ ਆਪਨੇ ਜ਼ਰੂਰ ਸੁਣੀ ਹੋਣੀ ਹੈ। ਉਹ ਰਾਜਸਥਾਨ ਦੇ ਵਿੱਚ ਕਿਸੇ ਜਗ੍ਹਾ 'ਤੇ ਕਥਾ ਕਰਨ ਗਏ। ਕਥਾ ਕਰਨ ਗਏ ਅਤੇ ਇੱਕ ਸੱਜਣ ਆ ਗਿਆ ਅਤੇ ਉਸਨੇ ਆ ਕੇ ਉਹਨਾਂ ਨੂੰ ਸਲਾਮ ਵਾਲੇਕਮ ਕਿਹਾ, ਮਤਲਬ ਮੁਸਲਮਾਨੀ ਢੰਗ ਦੇ ਨਾਲ ਉਹਨੂੰ ਕਹਿ ਲਓ ਕਿ ਆਪਣੇ ਵੱਲੋਂ ਸਤਿਕਾਰ ਪੇਸ਼ ਕੀਤਾ, ਗ੍ਰੀਟਿੰਗਸ ਦਿੱਤੇ ਉਹਨਾਂ ਨੇ। ਅਤੇ ਉਹਨਾਂ ਨੇ ਉਹਨੂੰ ਬਦਲੇ ਵਿੱਚ ਵਾਲੇਕਮ ਸਲਾਮ, ਜਿਵੇਂ ਉਹ ਕਹਿੰਦੇ ਨੇ, ਉਸ ਰੂਪ ਵਿੱਚ ਕਿਹਾ ਵੀ ਤੈਨੂੰ ਵੀ ਭਾਈ ਸਲਾਮ ਪੇਸ਼ ਹੋਏ। ਕਿਉਂਕਿ ਉਹਨਾਂ ਦੀ ਸੁਣਨ ਵਾਲੀ ਸਰੋਤਿਆਂ ਦੀ ਰੇਂਜ ਬੜੀ ਵੱਡੀ ਸੀ, ਬੜੇ ਲੋਕ ਸੁਣਦੇ ਸੀ ਉਹਨਾਂ ਨੂੰ। ਉਹਨਾਂ ਕਿਹਾ ਕੋਈ ਸਰੋਤਾ ਹੋਣਾ ਰੋਜ਼ ਦਾ ਸਰੂਪ। ਉਹ ਕਹਿੰਦਾ ਜੀ ਤੁਸੀਂ ਲੱਗਦਾ ਮੈਨੂੰ ਪਛਾਣਿਆ ਨੇ। ਉਹ ਕਹਿੰਦੇ ਜੀ ਨਹੀਂ, ਕਿਉਂਕਿ ਰੋਜ਼ ਸੈਂਕੜੇ ਲੋਕਾਂ ਨੂੰ ਮਿਲੀਦਾ, ਕਿਤੇ ਮੁਲਾਕਾਤ ਹੋਈ ਹੋਏਗੀ, ਨਹੀਂ ਸੁਰਤ 'ਚ ਯਾਦ ਰਿਹਾ। ਉਹਨਾਂ ਕਿਹਾ ਬਿਨਾਂ ਦੇਰੀ ਤੋਂ, ਬਿਨਾਂ ਸਮਾਂ ਵੇਸਟ ਕੀਤੇ ਤੋਂ ਆਪਣੀ ਵਾਕਫੀਅਤ ਦੇ ਦਿਓ ਤਾਂ ਕਿ ਅਸੀਂ ਵਾਕਫੀਅਤ ਨਾਲ ਗੱਲ ਕਰ ਸਕੀਏ। ਉਹਨੇ ਕੁਝ ਵਾਕਫੀਅਤ ਕਰਾਈ ਬਚਪਨ ਦੇ ਬਾਰੇ। ਜਦੋਂ ਇਹ ਗੱਲ ਕਹੀ, ਮਸਕੀਨ ਜੀ ਕਹਿੰਦੇ ਪਛਾਣ ਲਿਆ। ਉਹ ਕਹਿੰਦਾ ਤੂੰ ਉਹ ਫਲਾਂ ਫਲਾਂ ਸਾਡਾ ਸਹਿਪਾਠੀ ਪੜ੍ਹਿਆ ਸੀ ਥੋੜ੍ਹਾ ਸਮਾਂ ਸਾਡੇ ਨਾਲ। ਕਹਿਣ ਲੱਗੇ ਹਾਂ ਠੀਕ ਹੈ ਜੀ, ਗੱਲ ਹੋ ਗਈ। ਹੁਣ ਕੀ ਗੱਲ ਹੋਈ? ਕਹਿੰਦਾ ਤੁਹਾਨੂੰ ਯਾਦ ਹੋਣਾ ਇੱਕ ਕਲਾਸ ਵਿੱਚ ਇੱਕ ਇਨਸੀਡੈਂਟ ਹੋਇਆ ਸੀਗਾ ਇੱਕ ਲੜਕੇ ਦੇ ਨਾਲ। ਉਸਨੇ ਕਿਸੇ ਦੂਸਰੇ ਪੈਸੇ ਦਾ, ਦੂਸਰੇ ਬੱਚੇ ਦਾ ਕੋਈ ਚਾਂਦੀ ਦਾ ਸਿੱਕਾ ਸੀਗਾ ਅਤੇ ਉਹ ਚੁਰਾ ਲਿਆ ਸੀ। ਅਤੇ ਟੀਚਰ ਨੇ ਉਸਨੂੰ ਬਹੁਤ ਕੁੱਟਿਆ ਸੀ, ਬੜਾ ਮਾਰਿਆ ਸੀਗਾ। ਕਹਿਣ ਲੱਗੇ ਹਾਂ ਬਈ ਯਾਦ ਹੈ, ਪੱਕਾ ਯਾਦ ਹੈ ਬਈ, ਦੇਖ ਲੈ ਬੜਾ ਢੀਠ ਸੀਗਾ। ਮਸਕੀਨ ਜੀ ਕਹਿੰਦੇ ਉਹ ਦੇਖ ਲੈ ਸਾਰੀ ਕਲਾਸ ਕਹਿ ਰਹੀ ਪਈ ਇਹਨੇ ਚੁਰਾਇਆ ਆ, ਉਹ ਮੁੰਡਾ ਵੀ ਕਹਿ ਰਿਹਾ ਵੀ ਇਹਨੇ ਪੈਸਾ ਚੁਰਾਇਆ ਆ, ਅਤੇ ਉਸਨੇ ਇੰਨੀ ਕੁੱਟ ਖਾਧੀ ਪਰ ਮੰਨਿਆ ਨਹੀਂ, ਦੇਖ ਲੈ ਬਿਲਕੁਲ ਵੀ ਨਾ ਉਹਦਾ ਪੈਸਾ ਵਾਪਸ ਕੀਤਾ। ਅਤੇ ਉਹ ਕਹਿੰਦਾ ਮਸਕੀਨ ਜੀ ਉਹ ਪੈਸਾ ਕਿਵੇਂ ਵਾਪਸ ਕਰਦਾ, ਕਿਉਂਕਿ ਪੈਸਾ ਉਹਨੇ ਚੁਰਾਇਆ ਹੀ ਨਹੀਂ ਸੀਗਾ। ਕਹਿਣ ਲੱਗਾ ਕਮਾਲ ਹੈ, ਤੈਨੂੰ ਕਿੱਦਾਂ ਪਤਾ? ਕਹਿਣ ਲੱਗਾ ਜੀ ਕਿਉਂਕਿ ਉਹ ਮੈਂ ਚੁਰਾਇਆ ਸੀ, ਉਹ ਮੇਰੇ ਕੋਲ ਸੀਗਾ। ਮਸਕੀਨ ਜੀ ਕਹਿੰਦੇ ਕਮਾਲ ਹੋ ਗਈ ਭਾਈ, ਤੂੰ ਬੜਾ ਸ਼ਾਤਰ ਨਿਕਲਿਆ ਹੈ। ਅੱਜ ਤੱਕ ਤੇਰੇ ਬਾਰੇ ਕਿਸੇ ਨੇ ਸ਼ੱਕ ਵੀ ਨਹੀਂ ਕੀਤਾ, ਪਤਾ ਵੀ ਨਹੀਂ, ਸੋਚਿਆ ਵੀ ਨਹੀਂ ਜਾ ਸਕਦਾ ਵੀ ਇਹ ਤੂੰ ਚੁਰਾਇਆ ਹੋਏਗਾ। ਕਮਾਲ ਹੈ। ਕਹਿਣ ਲੱਗਾ ਜੀ ਮੈਂ ਚੁਰਾਇਆ ਸੀਗਾ। ਕਹਿਣ ਲੱਗਾ ਜੀ ਬੜਾ ਸ਼ਾਤਰ ਨਿਕਲਿਆ। ਕਹਿਣ ਲੱਗਾ ਜੀ ਸ਼ਾਤਰ ਤੇ ਚਲੋ ਜੋ ਬਾਤ ਹੋਈ। ਗੱਲ ਇਹ ਹੈ ਕਿ ਹੁਣ ਉਮਰ ਪੁੱਗ ਗਈ ਹੈ, ਉਮਰ ਦੇ ਅਖੀਰਲੇ ਪੜਾਅ 'ਤੇ ਆ। ਹੁਣ ਰੋਜ਼ ਦੁਆਵਾਂ ਪੜ੍ਹਦਾ ਵਾਂ, ਕਲੌਤਾਂ ਕਰਦਾ ਵਾਂ ਆਪਣੇ ਧਰਮ ਦੇ ਮੁਤਾਬਕ, ਹੱਥ ਦੁਆ ਵਿੱਚ ਚੁੱਕਦਾ, ਕਲਮੇ ਮੂੰਹ ਨਾਲ ਪੜ੍ਹਦਾ। ਕਹਿੰਦਾ ਵੀ ਕਲਮੇ ਨਹੀਂ ਸੁਣਦੇ, ਦੁਆਵਾਂ ਨਹੀਂ ਸੁਣਦੀਆਂ, ਉਹਦੀਆਂ ਚੀਕਾਂ ਸੁਣਦੀਆਂ ਨੇ। ਬੜੀ ਮੁਸੀਬਤ ਹੈ। ਬੜੀ ਕੋਸ਼ਿਸ਼ ਕਰਦਾ ਉਹ ਨਾ ਸੁਣਨ, ਕਹਿੰਦੇ ਫਿਰ ਸੁਣਦੀਆਂ ਨੇ। ਤੁਹਾਡੇ ਕੋਲ ਆਇਆ ਵਾਂ, ਕੋਈ ਇਹਦਾ ਇਲਾਜ ਦੱਸੋ।
ਇਹ ਸੱਚ ਹੈ। ਵਕਤੀ ਤੌਰ ਤੇ ਬੰਦੇ ਨੂੰ ਲੱਗਦਾ ਹੈ ਮੈਂ ਕਿਸੇ ਨੂੰ ਲੁੱਟ ਲਿਆ, ਠੱਗ ਲਿਆ। ਭਲਿਆ ਧਨ ਉਹੀ ਲਾਹੇ ਦਾ ਹੀ ਜਿਹੜਾ ਨਿਰਮਲ ਹੈ, ਮੈਲ ਰਹਿਤ ਹੈ। ਜਿਹੜਾ ਧਨ ਮੈਲ ਵਾਲਾ ਆ, ਇਹ ਮੈਲਾ ਧਨ ਤੇਰਾ ਸਭ ਕੁਝ ਮੈਲਾ ਕਰ ਦੇਗਾ। ਮੁੜ ਕੇ ਧਨ ਧੋਤਿਆਂ ਕਦੀ ਮੈਲਾ ਨਹੀਂ ਹੁੰਦਾ। ਪਰ ਅਨਫੋਰਚੁਨੇਟ ਗੱਲ ਹੈ, ਮਨ ਧੋਤਿਆਂ ਵੀ ਮੈਲਾ ਫਿਰ ਧੋਪਦਾ ਨਹੀਂ ਗਾ। ਬੀਤੇ ਕੱਲ੍ਹ ਮੈਂ ਬੜੀ ਡਿਟੇਲ 'ਚ ਗੱਲ ਕੀਤੀ ਸੀ ਇਹਦੇ ਉੱਤੇ। ਮਹਾਰਾਜ ਬਿਆਨ ਕਰਦੇ ਲੋਕ ਤਨ ਧੋ ਰਹੇ, ਕਿਉਂ? ਕਿਉਂਕਿ ਮਨ ਮੈਲਾ ਆ। ਉਹ ਮਨ ਮੈਲਾ ਹੋਣ ਕਰਕੇ ਤਨ ਧੋਂਦੇ, ਤਨ ਧੋ ਧੋ ਕੇ ਕਸਾ ਦਿੰਦੇ, ਪਰ ਮਨ ਦੀ ਮੈਲ ਨਾ ਲੈਂਦੀ। ਫਿਰ ਆ ਜਾਓ ਬਚਨ ਤੇ ਵਾਪਸ। ਬਾਣੀ ਗੁਰੂ ਹੈ ਤੁਹਾਡਾ, ਬਾਣੀ ਗੁਰੂ ਹੈ ਸਾਡਾ, ਬਾਣੀ ਉਪਦੇਸ਼ ਹੈ ਸਾਡੇ ਲਈ। ਮਹਾਰਾਜ ਬਿਆਨ ਕਰਦੇ ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ। ਮਿਲੇ ਕੇ ਲਈ ਕੀ ਮਿਲੇਗਾ, ਕੀ ਲਵਾਂਗੇ? ਇਹ ਤੇ ਕਰਮਾਂ ਉੱਪਰ ਹੋਏ ਤਪਾਵਸ ਬੰਦੇ। ਤੇ ਕਰਮ ਨੂੰ ਕੌਣ ਪ੍ਰੇਰਦਾ? ਕਰਮ ਨੂੰ ਧਨ ਪ੍ਰੇਰਦਾ। ਕਰਮ ਨੂੰ ਹੋਰ ਕੋਈ ਚੀਜ਼ ਨਹੀਂ ਪ੍ਰੇਰਦੀ। ਇੱਥੇ ਘਰਾਂ ਥਾਵਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਪ੍ਰੇਰਦੇ ਹਾਂ ਧਨ ਦੇ ਜ਼ਰੀਏ, ਲਾਲਚ ਦੇ ਜ਼ਰੀਏ। ਤੂੰ ਨਾ ਸਵੇਰੇ ਉੱਠੀ ਟਾਈਮ ਨਾਲ ਤੈਨੂੰ ਕੈਂਡੀ ਦਿਆਂਗੇ, ਤੂੰ ਆਹ ਕੰਮ ਕਰ ਲਈ। ਕਰਮ ਨੂੰ ਪ੍ਰੇਰ ਹੀ ਰਿਹਾ ਆ। ਕਰਮ ਹੁੰਦਾ ਹੀ ਇਹਦੇ ਤੋਂ ਆ। ਇਹੀ ਚੀਜ਼ ਕਰਮ ਦੀ ਪ੍ਰੇਰਨਾ। ਤੇ ਮੁਸ਼ਕਲ ਇਹ ਹੈ, ਇਹ ਜੇ ਕਿਤੇ ਬੰਦਾ ਇਸ ਤਰੀਕੇ ਦੀ ਪ੍ਰੇਰਨਾ ਲੈ ਲੇ ਕਿ ਕਰਮ ਹੀ ਮਾੜਾ ਕਰ ਲਵੇ। ਕਿਉਂ? ਕਿਉਂਕਿ ਕਰਮ ਮਾੜਾ ਕਰਕੇ ਕੁਝ ਇਹੋ ਜਿਹੀ ਚੀਜ਼ ਝੋਲੀ 'ਚ ਪੈ ਜਾਣੀ ਹੈ ਜਿਹੜੀ ਲੱਗਦਾ ਸਹੀ ਕਰਮ ਕਰਕੇ ਨਹੀਂ ਪੈਣੀ। ਆਖਿਰਕਾਰ ਹੋਏਗਾ ਕਿ ਬੰਦਾ ਮਤ ਮੈਲੀ ਕਰ ਲਏਗਾ, ਮਨ ਮੈਲਾ ਕਰ ਲਏਗਾ। ਫਿਰ ਇਹ ਮਤ ਤੇ ਮਨ ਮੈਲੇ ਹੋਏ ਨੂੰ ਕਿੱਥੇ ਲੈ ਕੇ ਜਾਵਾਂਗੇ? ਬਾਬਾ ਜੀ ਕਹਿੰਦੇ ਇਹਨੂੰ ਦੁਬਾਰਾ ਕੀਮਤੀ ਕਰ ਦਿੰਦੇ ਆ, ਨਿਰਮਲ ਕਰ ਦਿੰਦੇ ਆ। ਕਿਵੇਂ ਨਿਰਮਲ ਕਰਾਂਗੇ ਮਹਾਰਾਜ? ਇਹਨੂੰ ਧਿਆਨ ਨਾਲ ਦੇਖਿਓ ਜੇ, ਇੱਕ ਪਲ ਮੇਰੇ ਨਾਲ ਰਿਓ। ਐਸਾ ਹੀਰਾ ਨਿਰਮਲ ਨਾਮ। ਫਲੋਰ ਹੁੰਦਾ ਮੈਲਾ, ਜਿਹੜਾ ਫਲੋਰ ਹੈ ਨਾ, ਇਹ ਮੈਲਾ। ਫਰਸ਼ ਮੈਲਾ ਆ। ਤੁਸੀਂ ਪਾਣੀ ਦੀ ਬਾਲਟੀ ਲੈਣ ਦੀ ਮੱਪ ਲੈ ਆਂਦਾ, ਮੱਪ ਤੇ ਪਾਣੀ ਸਾਫ਼ ਹੈ। ਮੱਪ ਤੇ ਪਾਣੀ ਸਾਫ਼ ਹੈ, ਫਲੋਰ ਮੈਲਾ ਆ। ਜੇ ਤੁਸੀਂ ਸਪੋਜ਼ ਕਰੋ ਫਲੋਰ ਸਾਫ਼ ਕਰਨਾ ਆ ਤੇ ਮੱਪ ਤੇ ਪਾਣੀ ਬਿਲਕੁਲ ਸਾਫ਼ ਚਾਹੀਦਾ ਹੈ। ਜੇ ਕਿਤੇ ਮੱਪ ਤੇ ਪਾਣੀ ਵੀ ਗੰਦਾ ਹੋਏ ਤੇ ਫਲੋਰ ਵੀ ਗੰਦਾ ਆ, ਫਿਰ ਕਿੱਥੇ ਸਫਾਈ ਹੋਏਗੀ? ਹਾਂ, ਪਤਾ ਕੀ ਹੁੰਦਾ ਹੈ? ਮੱਪ ਸਾਫ਼ ਆ, ਪਾਣੀ ਸਾਫ਼ ਆ, ਫਲੋਰ ਗੰਦਾ ਆ। ਤੁਸੀਂ ਮੱਪ ਫਲੋਰ ਤੇ ਫੇਰਦੇ ਜਾਂਦੇ ਹੋ, ਮੱਪ ਗੰਦਾ ਹੋਈ ਜਾਂਦਾ ਆ, ਫਲੋਰ ਸਾਫ਼ ਹੋਈ ਜਾਂਦਾ ਆ। ਇਜ਼ਨਟ? ਪੋਚਾ ਮੈਲਾ ਹੋਈ ਜਾਂਦਾ, ਫਲੋਰ ਸਾਫ਼ ਹੋਈ ਜਾਂਦਾ। ਨਾਮ ਦੀ ਖਾਸੀਅਤ ਕਮਾਲ ਦੀ ਹੈ। ਨਾਮ ਸਾਡੇ ਮਨ ਦੇ ਵਿੱਚ ਜਾਂਦਾ, ਸਾਡੇ ਮਨ ਦੀ ਮੈਲ ਲਾਂਦਾ। ਕਮਾਲ ਆ, ਨਾਮ ਸਾਡੇ ਮਨ ਦੀ ਮੈਲ ਵੀ ਲਾਂਦਾ ਤੇ ਆਪ ਵੀ ਸਾਫ਼ ਰਹਿੰਦਾ, ਨਿਰਮਲ। ਪੋਚੇ ਦੀ ਤਰ੍ਹਾਂ ਮੈਲਾ ਨਹੀਂ ਹੁੰਦਾ। ਆਹੀ ਖਾਸੀਅਤ ਆ। ਇਹ ਨਿਰਮਲ ਨਾਮ ਆ। ਇਹ ਤੇਰੀ ਮੈਲ ਵੀ ਲਾ ਦੇਗਾ ਤੇ ਆਪ ਵੀ ਮੈਲ ਰਹਿਤ ਰਹੇਗਾ। ਬਾਬਾ ਜੀ ਕਹਿੰਦੇ ਆਹ ਖਾਸੀਅਤ ਹੀ ਇਹਦੇ ਵਿੱਚ। ਇਸ ਕਰਕੇ ਇਹ ਨਿਰਮਲ ਨਾਮ, ਇਹਨੂੰ ਅਰਾਧ, ਇਹਨੂੰ ਜਪ, ਜਿਹੜਾ ਤੇਰੇ ਸਮੁੱਚੀ ਮੈਲ ਉਤਾਰ ਦਿਓ ਉਸ ਰੂਪ ਦੇ ਵਿੱਚ। ਬਚਨ ਆਇਆ ਐਸੋ ਹੀਰਾ ਨਿਰਮਲ ਨਾਮ, ਜਾਸ ਜਪਤ ਪੂਰਨ ਸਭ ਕਾਮ। ਤੇ ਜਿਹਨੂੰ ਜਪਦਿਆਂ ਹੋਇਆਂ ਜ਼ਿੰਦਗੀ ਦੇ ਸਾਰੇ ਹੀ ਕੰਮ ਸੰਪੂਰਨ ਹੋ ਜਾਣ। ਜਿਹਨੂੰ ਜਪਦਿਆਂ ਹੋਇਆਂ ਜੀਵਨ ਦੇ ਸਾਰੇ ਬਾਤ ਜਿਹੜਾ ਉਸ ਰੂਪ ਦੇ ਵਿੱਚ ਜਿਹੜੀ ਸੰਪੂਰਨਤਾ ਆ ਜਾਏ, ਜੀਵਨ ਦਾ ਕੋਈ ਕੰਮ ਵੀ ਅਧੂਰਾ ਨਾ ਰਹੇ। ਇਹਨੂੰ ਹੋਰ ਸਰਲ ਕਰਕੇ ਬਿਆਨ ਕਰ ਦੇਣਾ। ਦੇਖੋ, ਅੱਜ ਅਸੀਂ ਕੈਨੇਡਾ ਅਮਰੀਕਾ ਦੀ ਗੱਲ ਕੀਤੀ। ਇਹ ਇੱਥੇ ਹਰ ਚੀਜ਼ ਜਿਹੜੀ ਹੈ ਇੱਕ ਤਰੀਕੇ ਦੇ ਨਾਲ ਕਹਿ ਲਓ ਇਨੋਵੇਸ਼ਨ ਹੋ ਰਹੀ ਹੈ। ਇਨੋਵੇਟਿਵ ਵਰਲਡ ਵਿੱਚ ਆ। ਜਿਹੜੀਆਂ ਜੋਬਸ ਅੱਜ ਸਾਡੇ ਕੋਲ ਨੇ, ਗਾਲਬਨ 5 ਸਾਲਾਂ ਦੇ ਵਿੱਚ 70% ਤੋਂ ਵੱਧ ਜੋਬਸ ਖਤਮ ਹੋ ਜਾਣਗੀਆਂ। ਇਹ ਪੱਕੀ ਗੱਲ ਸਾਹਮਣੇ ਸਾਰਾ ਦਿਸ ਹੀ ਰਿਹਾ ਸਾਰਿਆਂ ਨੂੰ। ਇੰਡਸਟਰੀ ਬਦਲ ਰਹੀ ਹੈ। ਪਰ ਜਿਹੜੀ ਕਹਿ ਲਓ ਕਿ ਨੇਚਰ ਆਫ ਜੋਬ ਹੈ, ਚੇਂਜ ਹੋ ਰਿਹਾ। ਹਮੇਸ਼ਾ ਇੱਕੋ ਜਿਹਾ ਨਾ ਕਦੀ ਰਿਹਾ, ਨਾ ਕਦੀ ਰਹਿਣਾ। ਅੱਜ ਆਪਾਂ ਦੇਖੀਏ, ਸਾਡੇ 'ਚੋਂ ਬੜੇ ਸੱਜਣ ਐਸੇ ਨੇ, ਮੈਂ ਪਿਛਲੇ ਇੰਨੇ ਸਾਲਾਂ 'ਚ ਇੰਨੇ ਲੋਕਾਂ ਨੂੰ ਮਿਲਿਆ ਵਾਂ। ਤੁਸੀਂ ਗੱਲ ਕਰੋ ਇਰਾਕ ਦੀ, ਤੁਸੀਂ ਗੱਲ ਕਰੋ ਬਹਿਰੀਨ ਦੀ, ਤੁਸੀਂ ਗੱਲ ਕਰੋ ਮਤਲਬ ਹੋਰ ਉਹਦੇ ਆਲੇ ਦੁਆਲੇ ਦੇ ਮੁਲਕਾਂ ਦੀ, ਲਿਬਨਾਨ ਦੀ ਗੱਲ ਕਰੋ।
ਐਸੇ ਲੋਕ ਜਿਹੜੇ ਲਿਬਨਾਨ ਰੁਜ਼ਗਾਰ ਕਮਾਉਣ ਲਈ ਜਾਂਦੇ ਹੁੰਦੇ ਸੀ। ਇਰਾਕ ਦੇ ਵਿੱਚ ਲੰਬਾ ਸਮਾਂ ਉਹਨਾਂ ਨੇ ਇੰਨਾ ਸਮਾਂ ਉੱਥੇ ਕੰਮਕਾਰ ਕੀਤੇ। ਐਜ਼ ਏ ਡਰਾਈਵਰ ਵੀ ਕੰਮ ਕਰਨ ਵਾਲੇ ਲੋਕ ਮਿਲੇ, ਇੰਜੀਨੀਅਰ ਕਰਨ ਵਾਲੇ ਕੰਮ ਮਿਲੇ, ਟੈਕਨੀਕਲ ਕੰਮ ਕਰਨ ਵਾਲੇ ਲੋਕ ਇੰਨੇ ਮਿਲੇ, ਕਹਿੰਦੇ ਅਸੀਂ ਉੱਥੇ ਬੜਾ ਕੰਮ ਕੀਤਾ। ਅੱਜ ਤੁਸੀਂ ਦੇਖ ਲਓ, ਅੱਜ ਇਰਾਕ ਤੋਂ ਈਵਨ ਜਿਹੜਾ ਲੈਬਨਾਨ ਤੋਂ, ਦੁਨੀਆ ਭਰ ਤੋਂ ਲੋਕ, ਅਮਰੀਕਾ, ਕੈਨੇਡਾ, ਇੱਥੇ ਇਹ ਜਿਹੜਾ ਨੇਚਰ ਆਫ ਜੋਬ ਹੈ ਚੇਂਜ ਹੁੰਦੀ ਹੈ। ਰੁਜ਼ਗਾਰ ਦੇ ਸਾਧਨ ਬਦਲਦੇ ਨੇ, ਰੁਜ਼ਗਾਰ ਦੀਆਂ ਜਗ੍ਹਾ ਬਦਲ ਜਾਂਦੀਆਂ ਨੇ, ਗਾਹਾਂ ਬਦਲ ਜਾਂਦੀਆਂ ਨੇ। ਜਿਹੜਾ ਹੁਣ ਸਮਾਂ ਬਦਲ ਰਿਹਾ ਇਹਦੇ ਵਿੱਚ ਸਾਰਾ ਕੁਝ ਜਿਹੜਾ ਇੱਕ ਨਵੇਂ ਤਰੀਕੇ ਨਾਲ ਇਨੋਵੇਟਿਵ ਵੇ ਨਾਲ ਆ ਰਿਹਾ, ਇਨੋਵੇਸ਼ਨ ਹੋ ਰਹੀ ਹੈ। ਇਨੋਵੇਸ਼ਨ ਵਾਸਤੇ ਕੌਣ ਅੱਗੇ ਲੰਘੇਗਾ? ਜਿਹੜੇ ਇਸ ਇਨੋਵੇਟਿਵ ਜਿਹੜੀ ਸਾਰੀ ਪ੍ਰੋਗਰੈਸ ਹੋ ਰਹੀ ਹੈ ਇਹਦੇ 'ਚ ਪਾਰਟੀਸਪੇਟ ਕਰਨਗੇ। ਇਹ ਸਾਰਾ ਕੰਮ ਤਾਲੀਮ ਦਾ, ਐਜੂਕੇਸ਼ਨ ਦਾ। ਹੁਣ ਐਜੂਕੇਸ਼ਨ ਤਾਲੀਮ ਦੇ ਵਿੱਚ ਮੈਂ ਬੱਚਿਆਂ ਨੂੰ ਕਹਿਣਾ, ਤੁਹਾਡੇ ਵਾਸਤੇ ਮੈਂ ਅੱਗੇ ਬੇਨਤੀ ਕੀਤੀ, ਸਕਾਈ ਵੀ ਲਿਮਿਟ ਨਹੀਂ ਹੈਗੀ। ਮੇਰੇ ਆਪਣੇ ਜਾਣਨ ਵਾਲੇ ਲੋਕ, ਸਟੂਡੈਂਟਸ ਮੇਰੇ ਕੋਲ ਪੜ੍ਹਨ ਵਾਲੇ ਬੱਚੇ ਜਿਹੜੇ ਸੀਗੇ, ਗਾਲਬਨ 22 23 24 ਸਾਲ ਦੇ ਬੱਚੇ, ਮਤਲਬ ਪੜ੍ਹਾਈ 'ਤੇ ਮਿਹਨਤ ਕੀਤੀ, 2 ਡਿਗਰੀਆਂ ਇਕੱਠੀਆਂ ਯੂਨੀਵਰਸਿਟੀ ਤੋਂ ਲੈ ਕੇ ਨਿਕਲੇ। ਲੈਸ ਦੈਨ 2 ਈਅਰਸ ਦੇ ਵਿੱਚ ਮਾਂ ਬਾਪ ਨੇ 20-25 ਸਾਲਾਂ ਦੇ ਵਿੱਚ ਫਸਟ ਜਨਰੇਸ਼ਨ ਦੇ ਤੌਰ 'ਤੇ ਜੋ ਕੁਝ ਕਮਾਇਆ ਉਹਦੇ ਬਿਲਕੁਲ ਪੈਰਲਰ, ਉਹਦੇ ਤੋਂ ਡਬਲ ਉਹਨਾਂ ਨੇ 2 ਸਾਲਾਂ 'ਚ ਕਮਾ ਕੇ ਮਾਂ ਬਾਪ ਦੇ ਸਾਹਮਣੇ ਰੱਖਤਾ। ਆ ਲਓ, ਇਸ ਰੂਪ ਵਿੱਚ ਇਹ ਸਮਾਜ, ਇਹ ਸੰਸਾਰ ਇਸ ਰੂਪ ਵਿੱਚ ਬਦਲ ਰਿਹਾ ਹੈ। ਇਹਦੇ ਵਾਸਤੇ ਹਾਂ, ਜਿਹੜੀ ਚੀਜ਼ ਬੱਚਿਆਂ ਨੂੰ ਮੌਲਿਕ ਰੂਪ ਵਿੱਚ ਚਾਹੀਦੀ ਹੈ, ਬੱਚੇ ਨੂੰ ਪੜ੍ਹਾਈ ਵਾਸਤੇ ਕਿਹੜੀ ਚੀਜ਼ ਰੋਕ ਰਹੀ ਹੈ? ਇੰਨੀ ਸਾਡੇ ਬੱਚਿਆਂ ਨੂੰ ਰੋਕਣ ਵਾਸਤੇ ਇੱਥੇ ਵੀ ਬੜੀ ਐਫਰਟ ਲੱਗ ਰਹੀ ਹੈ। ਇੱਥੇ IB ਪ੍ਰੋਗਰਾਮ ਤੁਸੀਂ ਦੇਖਦੇ ਹੋ, IBT ਪ੍ਰੋਗਰਾਮ ਦੇਖਦੇ ਹੋ ਤੁਸੀਂ, ਜਿਹੜੇ ਆ ਇੰਟਰਨੈਸ਼ਨਲ ਬਿਜ਼ਨਸ ਤੇ ਟੈਕਨੋਲੋਜੀ ਦੇ ਸਕੂਲ ਵੱਖਰੇ ਚੱਲਦੇ ਨੇ, ਤੁਹਾਨੂੰ ਪਤਾ ਹੋਏ ਉਸ ਤਰੀਕੇ ਨਾਲ। ਇਹਨਾਂ ਦੇ ਵਿੱਚ ਸਾਡੇ ਬੱਚਿਆਂ ਦੀ ਧੱਕ ਵੱਜਦੀ ਪੂਰੀ। ਰੋਕਣ ਲਈ ਉਹਨਾਂ ਨੇ ਪਤਾ ਨਹੀਂ ਕਿਹੜੇ ਹਰਡਲ ਲਾਏ ਨੇ ਹੁਣ, ਵੀ ਸਾਰੇ ਹੀ ਹੋਈ ਜਾਂਦੇ ਨੇ। ਅਮਰੀਕਾ ਦੇ ਪੂਰੇ ਸਟੇਟ ਦੇ ਅੰਦਰ ਕੋਸਟ ਟੂ ਕੋਸਟ ਪੂਰੇ ਮੈਡੀਕਲ ਸਕੂਲਸ ਦੇ ਵਿੱਚ ਅੰਡਰ ਦਾ ਨੇਮ ਆਫ ਡਾਈਵਰਸਿਟੀ ਇਹ ਲਿਆ ਕੇ ਜਿਹੜੇ ਤੁਹਾਡੇ ਬੱਚੇ ਨੇ ਇਹਨਾਂ ਨੂੰ ਮੈਡੀਕਲ ਸਕੂਲ ਤੋਂ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ, ਵੀ ਇਹਨਾਂ ਨੂੰ ਰੋਕੋ, ਸਾਰੇ ਹੀ ਬਣ ਚੱਲੇ ਡਾਕਟਰ। ਇਹ ਬਿਲਕੁਲ ਤਸਵੀਰ ਇਸ ਰੂਪ ਵਿੱਚ ਬਣਦੀ ਲੱਗੀ ਜਾਂਦੀ। ਪਰ ਇਹ ਵੀ ਸੱਚ ਹੈ, ਡਿਸਟਰੈਕਸ਼ਨ ਵੀ ਬਹੁਤ ਹੈ। ਮੈਂ ਇਹਨਾਂ ਬੱਚਿਆਂ ਨੂੰ ਵੀ ਸੱਚੀ ਸਲੂਟ ਕਰਦਾ ਜਿਹੜੇ ਪੜ੍ਹਦੇ ਨੇ, ਭਈ ਇਸ ਸਮੇਂ ਦੇ ਵਿੱਚ, ਇਸ ਜ਼ਮਾਨੇ ਦੇ ਵਿੱਚ। ਉਹ ਕਹਿੰਦੇ ਵੀ ਜਾ ਕੇ रकीबों ने रपट लिखाई है थाने में कि अब अकबर नाम लेता है खुदा का इस जमाने में। जमाना तो वेखो की बन गया, जमाना हर चीज़ ऑनलाइन है। ऑनलाइन दे विच बच्चा स्क्रीन ते बैठा अपनी सपोज करो कोई असाइनमेंट करने वास्ते, अजे असाइनमेंट उन्हें शुरू भी नहीं की, उस वक्त वो एक ईमेल पॉपअप हो गई है। अजे ईमेल चैक कर रहा है, वो चैट कह लो कि किसी ने स्नैपचैट पर कोई मैसेज भेजता, अजे वो तस्वीर ਉਹਨੂੰ ਚੈੱਕ ਕਰਨ ਲੱਗਾ, ਇੰਸਟਾਗ੍ਰਾਮ ਤੇ ਕੋਈ ਮੈਸੇਜ ਆ ਗਿਆ। ਉਹ ਤੇ ਵਿਚਾਰਾ ਛੋਟਾ ਜਿਹਾ ਬ੍ਰੇਨ ਅਲਿਊਰਿੰਗ ਵੇ ਨਾਲ ਇੰਨੀਆਂ ਚੀਜ਼ਾਂ ਚੱਲ ਰਹੀਆਂ ਨੇ, ਜੇ ਇਹਦੇ ਬਾਵਜੂਦ ਵੀ ਉਹ ਬੱਚਾ ਪੜ੍ਹ ਰਿਹਾ ਭਾਈ ਉਹਨੂੰ ਸਲੂਟ ਹੀ ਹੈ। ਇਹੋ ਜਿਹੀ ਹਾਲਾਤ ਹੈ, ਇਸ ਕਿਸਮ ਦਾ ਸਮਾਂ ਸਮਾਜ ਬਣ ਚੁੱਕਾ ਹੈ ਸਾਡਾ ਚਾਰ ਚੁਫੇਰੇ। ਇਹਦੇ 'ਚ ਬੱਚੇ ਨੂੰ ਜਿਹੜੀ ਸਭ ਤੋਂ ਜ਼ਿਆਦਾ ਲੋੜੀਂਦੀ ਚੀਜ਼ ਆ ਉਹ ਪਤਾ ਕੀ ਹੈ? ਲੈਸ ਡਿਸਟਰੈਕਸ਼ਨ। ਅੱਛਾ, ਲੈਸ ਡਿਸਟਰੈਕਸ਼ਨ ਤੁਸੀਂ ਕਿਵੇਂ ਦੇ ਸਕਦੇ ਹੋ? ਘਰਾਂ ਥਾਵਾਂ ਦੇ 'ਚ ਆਪਣਾ ਘਰ ਦਾ ਮਾਹੌਲ ਹੀ ਠੀਕ ਕਰ ਲਓ। ਮਾਪੇ, ਮਾਫੀ ਮੰਗਾਂਗਾ ਮੈਂ ਸ਼ਬਦ ਦੀ ਫਿਰ ਬਾਤ ਕਰ ਲਾਂਗਾ, ਧਿਆਨ ਨਾਲ ਦੇਖਿਓ ਜੇ। ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ। ਜਿਹਨੂੰ ਜਪਦਿਆਂ ਸਾਰੇ ਹੀ ਤੁਹਾਡੇ ਕੰਮ ਪੂਰੇ ਹੋ ਜਾਣਗੇ। ਹੁਣ ਸਾਰੇ ਕੰਮ ਪੂਰੇ ਕਿਵੇਂ ਹੋਣਗੇ? ਹੁੰਦਾ ਇਹ ਘਰ ਦੇ ਵਿੱਚ, ਸੌਰੀ ਫਾਰ ਦੈਟ, ਮੈਂ ਇੱਕ ਐਗਜ਼ਾਮਪਲ ਦੀ ਤੌਰ 'ਤੇ ਗੱਲ ਕਰਦਾ। ਸਾਡੇ ਕੋਲ ਰੋਜ਼ ਇਹੋ ਜਿਹੀਆਂ ਐਗਜ਼ਾਮਪਲਸ ਆਉਂਦੀਆਂ। ਚੌਂਕੇ ਦੇ ਅੰਦਰ ਨੂੰਹ ਨੇ ਡਾਇਰੈਕਟਲੀ ਸੱਸ ਨੂੰ ਕੁਛ ਨਹੀਂ ਕਹਿਣਾ, ਸੱਸ ਨੇ ਡਾਇਰੈਕਟਲੀ ਨੂੰਹ ਨੂੰ ਕੁਛ ਨਹੀਂ ਕਹਿਣਾ। ਨੂੰਹ ਨੇ ਕੁਛ ਬੋਲਣਾ ਹੈ, ਉਹਨੇ ਦੂਜੇ ਟੱਬਰ ਦੇ ਜੀਆਂ ਨੂੰ 5-7 ਨੂੰ ਕੁਛ ਬੋਲ ਕੇ ਨੂੰਹ ਨੂੰ ਸੁਣਾਉਣਾ। ਨੂੰਹ ਨੇ ਕਿਹਾ ਅੱਛਾ ਮੈਨੂੰ ਸੁਣਾਇਆ ਸਾਰਾ ਕੁਛ। ਉਸਨੇ ਕਿਹਾ ਕੋਈ ਨਾ ਮੈਂ ਸੁਣਾਉਣੀ ਆ। ਉਹਨੇ ਦੂਜੇ ਸਾਰੇ ਨਿਆਣਿਆਂ ਨੂੰ ਇਨਵੋਲਵ ਕਰਕੇ ਉਹਨਾਂ ਨੂੰ ਆਹ ਗੱਲ ਕਹਿ ਕਹਾ ਕੇ ਉਹਨੇ ਸੱਸ ਨੂੰ ਕੁਛ ਕਹਿਣਾ ਆ। ਠੀਕ ਹੈ ਜੀ, ਉਹ ਕੋਲਡ ਵਾਰ ਚੱਲ ਰਹੀ ਹੈ, ਬੱਚੇ ਸੁਣ ਰਹੇ ਨੇ। ਅੱਛਾ, ਸਾਰਾ ਕਰ ਕਰਾ ਕੇ ਮੁੜ ਕੇ ਸੱਸ ਆ ਕੇ ਆਪਣੇ ਪੋਤੇ ਆਪਣੇ ਪੋਤੀਆਂ ਦੇ ਕੋਲ ਆ ਕੇ ਬੈਠ ਕੇ ਕਹਿੰਦੀ, ਪੁੱਤ ਤੁਸੀਂ ਹੁਣ ਇਸ ਚੱਕਰ 'ਚ ਨਾ ਪਵੋ, ਤੁਸੀਂ TV ਨਾ ਦੇਖੋ, ਤੁਸੀਂ ਹੁਣ ਪੁੱਤ ਆਪਣਾ ਨਾ ਹੋਮਵਰਕ ਕਰ ਲਓ, ਤੁਸੀਂ ਪੜ੍ਹਾਈ ਕਰ ਲਓ। ਉਹ ਭਲਿਓ, ਤੁਸੀਂ ਪੜ੍ਹਾਈ ਕਰਨ ਜੋਗੇ ਛੱਡੇ ਹੀ ਨਹੀਂ। ਉਹ
ਜਿਹੜੀ ਹਾਲਤ ਤੁਸੀਂ ਕਰਤੀ ਫੈਮਿਲੀ ਦੀ, ਜਿਹੜੀ ਟੱਬਰ ਦੀ ਸਾਰੀ ਹਾਲਤ ਬਣਾ ਦਿੱਤੀ, ਪੜ੍ਹਾਈ ਜੋਗਾ ਮਾਹੌਲ ਛੱਡਿਆ ਤੁਸੀਂ। ਦੇਖੋ ਜਰਾ, ਮਤਲਬ ਸਾਡਾ ਨਾਮ ਜਪਿਆ, ਬਾਣੀ ਪੜ੍ਹੀ, ਬਾਣੀ ਅਰਾਧੀ, ਕਿਸ ਕਾਰਗਰ ਆ। ਉਸ ਕਾਰਜ ਵਿੱਚ ਬਾਬਾ ਜੀ ਕਹਿੰਦੇ ਇਹਦੇ ਨਾਲ ਤੇਰੀ ਸੁਰਤ ਅਲਾਇਨ ਹੋਏਗੀ ਕਿਸੇ ਹਾਇਰ ਥਾਟ ਦੇ ਨਾਲ। ਆਪਣੀਆਂ ਛੋਟੀਆਂ ਛੋਟੀਆਂ ਰੰਜਿਸ਼ਾਂ, ਛੋਟੇ ਛੋਟੇ ਆ ਤੇਰੇ ਪ੍ਰਵਿਰਤੀਆਂ ਸਾਰੀਆਂ, ਇਹ ਤੇਰੀ ਸਾਫ਼ ਹੋਣਗੀਆਂ, ਮੈਲ ਲਏਗੀ ਤੇਰੀ। ਤੂੰ ਵੱਡੀ ਚੀਜ਼ ਤੇ ਫੋਕਸ ਕਰੇਗਾ, ਅਹਿਸਾਸੇਗਾ ਇਹ ਜ਼ਮਾਨਾ ਬਦਲ ਰਿਹਾ, ਸਮਾਜ ਬਦਲ ਰਿਹਾ ਹੈ। ਆਉਂਦੇ ਕੱਲ ਇਹਨਾਂ ਬੱਚਿਆਂ ਨੂੰ ਕੀ ਦੇ ਕੇ ਜਾਵਾਂਗੇ। ਇਨੋਵੇਸ਼ਨ ਹੋ ਰਹੀ ਹੈ ਚਾਰ ਚਪੇਰੇ, ਜੱਦੀ ਜਾਇਦਾਦਾਂ, ਜ਼ਮੀਨਾਂ, ਘਰ, ਕੋਠੀਆਂ ਸਭ ਚਲੀਆਂ ਗਈਆਂ ਭਾਈ। ਲੋਕ ਕਹਿੰਦੇ ਹਾਂ ਜੀ ਉੱਥੇ ਜ਼ਮੀਨ ਸਾਂਭ ਕੇ ਰੱਖੋ, ਜਾਇਦਾਦ ਰੱਖੋ, ਸਭ ਕੁਝ ਰੱਖੋ। ਮਾਫੀ ਚਾਹਾਂਗਾ, ਮੈਂ ਤੇ ਇੰਨਾ ਵਿਜ਼ਨਰੀ ਨਹੀਂ ਹੈਗਾ। ਰੱਖ ਲਓ ਸਾਰਾ ਕੁਛ, ਪਰ ਡੀਪ ਐਂਡ ਦੇ ਵਿੱਚ ਉਹ ਤੁਹਾਡੀ ਕੋਠੀ ਨੂੰ ਕੌਣ ਜਾ ਕੇ ਸਾਂਭੇਗਾ। ਉਹ ਜ਼ਮੀਨ ਇਹ ਬੱਚੇ ਵਾਹੁਣਗੇ ਕੈਨੇਡਾ ਦੇ ਜਾ ਕੇ, ਟਰੈਕਟਰ ਵਾਹੁਣਗੇ ਉੱਥੇ, ਇਹ ਖੇਤੀ ਕਰਿਆ ਕਰਨਗੇ ਜਾ ਕੇ। ਐਟ ਦਾ ਐਂਡ ਇਹਨਾਂ ਨੇ ਇਸ ਧਰਤੀ ਦੇ ਉੱਤੇ ਆਪਣਾ ਹਿੱਸਾ ਵੰਡਾਉਣਾ ਆ, ਪਰ ਹਿੱਸਾ ਕਿਵੇਂ ਵੰਡਾਉਣਗੇ ਜੇ ਕਾਬਲ ਹੋਣਗੇ ਤੇ ਉਹ ਕਾਬਲੀਅਤ ਅਸਾਂ ਤੁਸਾਂ ਰਲ ਕੇ ਕਮਾਉਣੀ ਹੈ। ਉਹ ਕਮਾਉਣ ਵਾਸਤੇ ਨਾਮ ਜਪੋ, ਤੇ ਨਾਮ ਜਪਣ ਦਾ ਮਾਇਨਾ ਸਮਝੋ, ਨਾਮ ਜਪ ਕੇ ਆਪਣੇ ਆਪ ਨੂੰ ਸਾਧਨਾ ਹੈ, ਸਾਧੂ ਬਣਾਉਣਾ ਹੈ, ਸੁਧਾਰਨਾ ਹੈ, ਆਪਣੇ ਅੰਦਰ ਦੀਆਂ ਪ੍ਰਵਿਰਤੀਆਂ ਠੀਕ ਕਰਨੀਆਂ ਨੇ ਤਾਂ ਕਿ ਬਾਹਰ ਦਾ এনवायरमेंट ਠੀਕ ਹੋ ਸਕੇ। ਮਹਾਰਾਜ ਬਿਆਨ ਕਰਦੇ, ਐਸੋ ਹੀਰਾ ਨਿਰਮਲ ਨਾਮ, ਨਾਮ ਜ਼ਿੰਦਗੀ ਦਾ ਹੀਰਾ ਹੈ, ਤੇਰੀ ਕੀਮਤੀ ਦਾਤ ਹੈ ਤੇਰੇ ਵਾਸਤੇ। ਜਾਸ ਜਪਤ ਪੂਰਨ ਸਭ ਕਾਮ, ਜਿਹਨੂੰ ਜਪਣ ਨਾਲ ਤੇਰੇ ਸਾਰੇ ਕੰਮ ਪੂਰੇ ਹੋ ਜਾਣਗੇ। ਅਗਲੇ ਬਚਨ ਤੇ ਆ ਜਾਓ। ਨਮਸਕਾਰ ਤਾਂ ਕੋ ਲਖ ਬਾਰ। ਇੰਨਾ ਬਚਨ ਸੁਣ ਕੇ, ਇੰਨਾ ਸੰਦੇਸ਼ ਸੁਣ ਕੇ, ਇੰਨੀ ਕਾਮਲ ਸਿੱਖਿਆ ਸੁਣ ਕੇ ਬੰਦੇ ਦਾ ਸਿਰ ਨਿਵ ਜਾਣਾ ਚਾਹੀਦਾ ਵਾਹਿਗੁਰੂ ਅੱਗੇ, ਸਤਿਗੁਰੂ ਅੱਗੇ। ਮਹਾਰਾਜ ਤੁਸੀਂ ਤਰਸ ਕਰਨ ਵਾਲੇ ਹੋ, ਕਿੰਨੀ ਮੱਤ ਦੇ ਰਹੇ ਹੋ ਸਾਨੂੰ। ਮਹਾਰਾਜ ਕਹਿੰਦੇ ਨਮਸਕਾਰ ਤਾਂ ਕੋ ਲਖ ਬਾਰ, ਮੈਂ ਲੱਖਾਂ ਵਾਰ ਮੱਥਾ ਟੇਕਦਾ ਤੇ ਫਿਰ ਵੀ ਕਹਿੰਦਾ ਅਜੇ ਮੇਰਾ ਸਤਿਕਾਰ ਪੂਰਾ ਨਹੀਂ ਹੋਇਆ। ਗੁਰੂ ਤੂੰ ਕਿੰਨਾ ਤਰਸ ਕਰਨ ਵਾਲਾ, ਕੀ ਸਮਝਾ ਰਿਹਾ ਮੈਨੂੰ। ਨਮਸਕਾਰ ਤਾਂ ਕੋ ਲਖ ਬਾਰ, ਇਹ ਮਨ ਦੀਜੈ ਤਾਂ ਕੋ ਵਾਰ। ਮੈਂ ਆਪਣੇ ਮਨ ਦੀਆਂ ਸਾਰੀਆਂ ਕਸ਼ਮਕਸ਼ਾਂ ਖੋਲ ਕੇ ਵਾਹਿਗੁਰੂ ਜੀ ਤੇਰੇ ਅੱਗੇ ਰੱਖ ਦਿਆਂ, ਆਪਣਾ ਮਨ ਹੀ ਤੇਰੇ ਤੋਂ ਵਾਰ ਦਿਆਂ। ਸਿਮਰਨ ਤਾਂ ਕੈ ਮਿਟਹਿ ਸੰਤਾਪ। ਅਸੀਂ ਸੰਤਾਪੇ ਲੋਕ ਹਾਂ। ਸੰਤਾਪ ਅਸਲ 'ਚ ਤਿੰਨ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ। ਜਿਹੜਾ ਕਹਿੰਦੇ ਨਾ ਵੀ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜੋ ਤੁਸੀਂ ਸੱਚ ਦੀ ਬਾਣੀ ਸੁਣਦੇ ਹੋ ਨਾ, ਫਿਰ ਤੁਹਾਡੀਆਂ ਸਾਰੀਆਂ ਚੀਜ਼ਾਂ ਲੈ ਜਾਂਦੀਆਂ ਨੇ। ਤਾਪ ਚੜ੍ਹਦਾ ਜੇ ਪਿੰਡੇ ਨੂੰ, ਤੇ ਪਿੰਡੇ ਦਾ ਤਾਪ ਦੁੱਖ ਦਿੰਦਾ ਜੇ ਮਨ ਨੂੰ। ਪਰ ਜਿਹੜਾ ਅਸਲ ਸੰਤਾਪ ਭੋਗਦੀ ਹੈ ਉਹ ਹੈ ਸਾਡੀ ਰੂਹ, ਆਤਮਾ। ਆਤਮਾ ਸੰਤਾਪੀ ਹੋ ਜਾਂਦੀ ਹੈ। ਸੋ ਦੁੱਖ, ਤਾਪ ਤੇ ਸੰਤਾਪ, ਤਨ, ਮਨ ਤੇ ਆਤਮ, ਇਹਦੀ ਖੇਡ ਹੁੰਦੀ ਹੈ। ਬਾਬਾ ਜੀ ਬਿਆਨ ਕਰਦੇ ਸਿਮਰਨ ਤਾਂ ਕੈ ਮਿਟੈ ਸੰਤਾਪ। ਜਦੋਂ ਬੰਦਾ ਸਿਮਰਨ ਵਿੱਚ ਜਾਂਦਾ ਉਹਦਾ ਸੰਤਾਪ ਮਿਟਦਾ, ਆਤਮਿਕ ਤੌਰ ਤੇ ਹਰਾ ਭਰਾ ਹੋ ਜਾਂਦਾ, ਉਹਦੇ ਆਤਮਿਕ ਦੁੱਖ ਖਤਮ ਹੋ ਜਾਂਦੇ। ਬਚਨ ਆਇਆ ਹੋਏ ਆਨੰਦ ਨਾ ਵਿਆਪੈ ਤਾਪ। ਜਦੋਂ ਆਨੰਦ ਦੀ ਅਵਸਥਾ ਆ ਗਈ ਫਿਰ ਜੀਵਨ ਦੇ ਤਾਪ ਆਪੇ ਹੀ ਲੈ ਗਏ, ਕਿਉਂਕਿ ਸੰਤਾਪ ਨਹੀਂ ਰਹੇ ਤੇ ਤਾਪ। ਬੰਦਾ ਸਰੀਰਕ ਤਲ ਦੇ ਉੱਤੇ, ਮੈਂ ਬੱਚੇ ਦੇਖੇ 2 ਘੰਟੇ ਤੋਂ ਲੈਸ ਟਾਈਮ ਦੇ 'ਚ ਸੌਂ ਕੇ ਉਹ ਸਾਰਾ ਕੰਮਕਾਰ ਕਰ ਜਾਂਦੇ ਆਪਣਾ। ਉਹ ਵੀ ਬੱਚੇ ਦੇਖੇ 8 ਘੰਟੇ 10 ਘੰਟੇ ਸੌ ਕੇ ਟਾਇਰਡ, ਆਈ ਕੈਨ ਨੋਟ ਡੂ ਐਨੀਥਿੰਗ। ਕੀ ਹੋਇਆ? ਸਰੀਰ 'ਚ એનર્ਜੀ ਨਹੀਂ ਹੈਗੀ। ਕਿਉਂ? ਕਿਉਂਕਿ ਸੰਤਾਪ ਆ। ਸਰੀਰ ਦਾ ਤਾਪ ਤੇ ਬੰਦਾ ਤਾਪ ਚੜੇ ਦੇ ਵਿੱਚ ਵੀ ਹੰਢਾ ਜਾਂਦਾ ਉਸ ਨੂੰ। ਇੱਥੇ ਬਾਤ ਕੀਤੀ ਬਾਬਾ ਜੀ ਨੇ। ਅਗਲਾ ਬਚਨ ਆ, ਜਾਂ ਕੀ ਦ੍ਰਿਸ਼ਟ ਦੁੱਖ ਡੇਰਾ ਟਹੈ। ਜਿਹਦੀ ਦ੍ਰਿਸ਼ਟ ਨਜ਼ਰ ਪੈ ਜਾਏ, ਅਸੀਂ ਸਤਿਗੁਰ ਦੀ ਨਜ਼ਰ ਲੱਭ ਰਹੇ ਹਾਂ, ਕਿਤੇ ਉਹ ਮਤਲਬ ਬਖਸ਼ਿਸ਼ ਕਰਦੇ। ਦੁੱਖ ਡੇਰਾ ਟਹੈ, ਜਿੱਥੇ ਦੁੱਖਾਂ ਨੇ ਆ ਕੇ ਡੇਰਾ ਲਾਉਣਾ ਉਹ ਹੈ ਤੇਰਾ ਮਨ। ਤੇਰੇ ਮਨ ਦੀ ਦੁਨੀਆ ਤੋਂ ਉਹਨਾਂ ਦਾ ਡੇਰਾ ਹੀ ਟੁੱਟ ਗਿਆ। ਹੁਣ ਦੁੱਖ ਟਿਕੇਗਾ ਹੀ ਨਹੀਂ। ਆਏਗਾ ਦੁੱਖ ਵਕਤੀ ਤੌਰ ਤੇ, ਕੁਝ ਫੁਰਨੇ ਫੁਰਦੇ ਦੁੱਖ ਦੇਣ ਵਾਲੇ, ਸਾਨੂੰ ਤੰਗ ਕਰਨ ਵਾਲੇ, ਪਰ ਗੁਰੂ ਦੇ ਥਾਟ ਦੇ ਝਾੜੂ ਦੇ ਨਾਲ ਉਹ ਸਾਰੇ ਸਾਫ਼ ਕਰ ਦਿੱਤੇ ਜਾਂਦੇ। ਕਹਿੰਦੇ ਜਾਂ ਕਿ ਦ੍ਰਿਸ਼ ਦੁੱਖ ਡੇਰਾ ਟਹੈ, ਅੰਮ੍ਰਿਤ ਨਾਮ ਸੀਤਲ ਮਨ ਗਹਿ। ਜਦੋਂ ਆਤਮਿਕ ਜੀਵਨ ਦਾ ਉਹ ਉਪਦੇਸ਼ ਮਿਲਿਆ, ਮਨ ਸ਼ੀਤਲਤਾ ਦੇ ਰੰਗ 'ਚ ਸ਼ਾਂਤ ਚਿੱਤ ਹੋ ਗਿਆ ਉਸ ਰੂਪ ਦੇ 'ਚ। ਉਹਦੀ ਬਾਤ ਕੀਤੀ। ਅਨਿਕ ਭਗਤ ਜਾਂ ਕੇ ਚਰਨ ਪੁਜਾਰੀ। ਉਸ ਵਾਹਿਗੁਰੂ ਦੀ ਬਾਤ ਕੀਤੀ ਜਾ ਰਹੀ ਹੈ ਜਿਹਦੇ ਚਰਨਾਂ ਦੀ ਪੂਜਾ ਕਰਨ ਵਾਲੇ ਭਗਤਾਂ ਦੀ ਗਿਣਤੀ ਨਹੀਂ ਹੋ ਸਕਦੀ। ਸੱਚ ਇਹ ਹੈ, ਅਸੀਂ ਸਾਰੇ ਨਾ ਲੁਕਾ ਛੁਪਾ ਕੇ ਚੀਜ਼ਾਂ ਸੰਸਾਰਕ ਤੌਰ ਤੇ ਕਰਦੇ ਹਾਂ, ਅਤੇ ਉਹਦਾ ਕਾਰਨ ਵੀ ਇਹ ਹੈ ਕਿਉਂਕਿ ਜੈਲਸ ਹੈ, ਈਰਖਾ ਦਵੈਖ ਹੈ। ਕਿਸੇ ਨੂੰ ਕੋਈ ਆਪਣੀ ਤਸਵੀਰ ਵਿਖਾਓਗੇ ਤਰੱਕੀ ਦੀ, ਅਗਲਾ ਵੇਖ ਕੇ ਖੁਸ਼ ਹੋਏਗਾ, ਜ਼ਰੂਰੀ ਨਹੀਂਗਾ, ਹੋ ਸਕਦਾ ਜੈਲਸ ਹੀ ਕਰੇ। ਇਸ ਕਰਕੇ ਲੋਕ ਲੁਕਾ ਛੁਪਾ ਕੇ ਚੀਜ਼ਾਂ ਕਰਦੇ।
ਈਵਨ ਪੂਜਾ ਅਰਚਨਾ ਦੇ ਵਿੱਚ ਵੀ ਇਹ ਗੱਲ ਰਹੀ, ਮੇਰਾ ਇਸ਼ਟ ਹੋਰ ਹੈ, ਮੈਂ ਲੁਕ ਕੇ ਪੂਜਾ ਕਰ ਲਾਂ, ਮੈਂ ਦੱਸਣਾ ਨੀਗਾ। ਆਹ ਦੀਵਾਲੀ ਤੇ ਹੈ ਹੀ ਪੂਜਾ ਦਾ ਸਾਰਾ ਸੰਕਲਪ। ਜੇ ਤੁਸੀਂ ਟ੍ਰੈਡੀਸ਼ਨਲ ਵੇ ਨਾਲ ਵੇਖੋਗੇ ਪਿੱਛੋਂ ਤੇ ਲੋਕੀ ਕਮਰੇ ਬੰਦ ਕਰ ਕਰਕੇ ਧੂਖਾਂ ਦਿਖਾਉਂਦੇ, ਪੂਜਾ ਕਰਦੇ, ਸਾਰੀਆਂ ਚੀਜ਼ਾਂ ਸਭ ਰੰਗੋਲੀਆਂ ਭਰਦੇ, ਸਭ ਚੀਜ਼ਾਂ ਕਰਦੇ। ਗੁਰਮਤਿ ਸਕੂਲ ਨੇ ਕਿਹਾ ਓਏ ਪੂਜਾ ਉਹ ਨਹੀਂ ਹੁੰਦੀ, ਪੂਜਾ ਹੈ ਅਕਾਲ ਦੀ। ਅਕਾਲ ਦੀ ਪੂਜਾ ਤੁਸੀਂ ਕਿਵੇਂ ਕਰਾਂਗੇ? ਹਾਂ, ਜਿਹੜੀ ਚੀਜ਼ ਪੂਜਣ ਯੋਗ ਹੀ ਉਹ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਅਸੂਲਾਂ ਤੇ ਪਹਿਰਾ ਦੇਣਾ, ਉਹਦੀਆਂ ਅਰਦਾਸਾਂ ਕਰ, ਤਰਲਾ ਲਿਆ ਕਰੋ ਵਾਹਿਗੁਰੂ ਅੱਗੇ, ਮਾਲਕ ਤਰਸ ਕਰੀ, ਤੇਰੀ ਇਹ ਪੂਜਾ ਇਸ ਰੂਪ ਵਿੱਚ ਸੁਰਤ 'ਚ ਉਕਰ ਜਾਏ ਕਿ ਬਸ ਤੇਰੇ ਚਰਨ ਘੁੱਟ ਕੇ ਫੜ ਲਵਾਂ, ਤੇਰਾ ਓਟ ਆਸਰਾ ਕਦੀ ਸੁਰਤ ਛੱਡੇ ਨਾ। ਬਚਨ ਆਇਆ ਕਿਆ ਜਾਂ ਜਿਹੜਾ ਅਨਿਕ ਭਗਤ ਜਾਂ ਕੇ ਚਰਨ ਪੁਜਾਰੀ, ਸਗਲ ਮਨੋਰਥ ਪੂਰਨਹਾਰੀ। ਉਹਦੀ ਜਿਹੜੀ ਪੂਜਾ ਫਿਰ ਸਾਰੇ ਮਨੋਰਥਾਂ ਦੀ ਪੂਰਤੀ ਕਰ ਦਿੰਦੀ। ਮੈਂ ਮੌਲਿਕ ਰੂਪ 'ਚ ਬਾਤ ਕੀਤੀ ਨਾ ਪਹਿਲਾਂ ਕਿ ਹੁਣ ਇਹ ਇਨੋਵੇਟਿਵ ਵਰਲਡ 'ਚ ਰਹਿ ਰਹੇ ਹੋ, ਇੱਥੇ ਬੱਚਾ ਆਪਣੇ ਆਪ 'ਤੇ ਫੋਕਸ ਕਰ ਲਵੇ, ਤਾਲੀਮ 'ਤੇ ਫੋਕਸ ਕਰ ਲਵੇ। ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਵਾਂ 12ਵੀਂ ਜਮਾਤ ਬੱਚੇ 8ਵੀਂ ਤੱਕ ਤੁਸੀਂ ਪੜ੍ਹਾ ਲੈਂਦੇ ਹੋ, 9th to 12th ਬੱਚਾ ਆਹ 4 ਸਾਲ ਕ੍ਰੂਸ਼ਲ ਸਾਲ ਨੇ, ਇਹੀ ਪੜ੍ਹ ਜਾਏ ਤਾਂ ਐਨਫ। ਉਸ ਤੋਂ ਬਾਅਦ ਕੁਝ ਵੀ ਉਹਨਾਂ ਲਈ ਦੂਰ ਨਹੀਂ ਗਾ। ਵੱਡੀ ਸਮੱਸਿਆ ਇੱਥੇ ਆਉਂਦੀ ਹੈ ਤੇ ਇੱਥੇ ਸਭ ਤੋਂ ਵੱਡੀ ਜਿਹੜੀ ਚੀਜ਼ ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਪਤਾ ਕੌਣ ਬਣਦਾ? ਜਿਹਨੂੰ ਕਹਿੰਦੇ ਮਾਈਂਡ ਮਿਜ਼ਰੀ। ਮਾਈਂਡ ਮਿਜ਼ਰੇਬਲ ਹੋ ਜਾਂਦਾ, ਡਿਸਟਰੈਕਸ਼ਨ ਬੜੀ ਹੈ, ਇੱਕਦਮ ਹਾਰਮੋਨਸ ਅੰਦਰ ਬਦਲਦੇ ਨੇ, ਬਾਹਰ ਹਾਲਾਤ ਬਦਲਦੇ ਨੇ, ਦੋਨਾਂ ਨਾਲ ਉਹ ਇੱਕਦਮ ਜਿਹੜਾ ਹੈ ਉਸ ਰੂਪ ਵਿੱਚ ਕਹਿ ਲਓ ਬੈਲੈਂਸ ਨਹੀਂ ਬਿਠਾ ਪਾਉਂਦੇ, ਐਸੀ ਡਿਸਟਰੈਕਸ਼ਨ ਆਉਂਦੀ, ਸਭ ਬਰਬਾਦ ਹੋ ਜਾਂਦਾ। ਇਸ ਸਾਰੇ ਨੂੰ ਕਿਵੇਂ ਤੁਸੀਂ ਬਚਾਓਗੇ? ਇਹਨੂੰ ਬਚਾਉਣ ਦਾ ਕਾਰਜ ਰੂਹਾਨੀਅਤ ਹੀ ਹੈ ਬਸ, ਜਿਹਨੂੰ ਅਸੀਂ ਸਪਿਰਿਚੁਅਲਿਟੀ ਕਹਿੰਦੇ ਹਾਂ, ਮਾਈਂਡਫੁਲਨੈਸ। ਆਪਣੇ ਆਪ ਨੂੰ ਕਿਸੇ ਹਾਇਰ ਥਾਟ ਨਾਲ ਅੰਗੇਜ ਕਰੋ। ਭਜਨ ਬੰਦਗੀ ਇੱਥੇ ਸਭ ਤੋਂ ਜ਼ਿਆਦਾ ਕਾਰਗਰ ਹੁੰਦੀ। ਇਹ ਰਿਸਰਚ ਸਟੱਡੀ ਬੇਸਡ ਚੀਜ਼ਾਂ ਨੇ, ਐਵੀਡੈਂਸ ਬੇਸਡ ਚੀਜ਼ਾਂ ਨੇ ਸਾਡੇ ਕੋਲ। ਬਾਬਾ ਜੀ ਇੱਥੇ ਬਾਤ ਕਰਦੇ, ਜੇ ਕਿਤੇ ਤੂੰ ਅਨਕ ਭਗਤ ਜਾਂ ਕੇ ਚਰਨ ਪੁਜਾਰੀ, ਸਗਲ ਮਨੋਰਥ ਪੁਨ ਹੈ ਚਾਰੀ। ਜੇ ਕਿਤੇ ਸਗਲ ਮਨੋਰਥ ਪੂਰਨਹਾਰੀ, ਜੇ ਕਿਤੇ ਤੂੰ ਉਸ ਰੂਪ ਵਿੱਚ ਵਾਹਿਗੁਰੂ ਦੇ ਚਰਨਾਂ ਨੂੰ ਪਕੜ ਲੈਣਾ, ਤੇਰੇ ਸਾਰੇ ਮਨੋਰਥ ਹੀ ਪੂਰਨ ਹੋ ਜਾਣਗੇ। ਇਹ ਤੈਨੂੰ ਮੈਂ ਅੱਗੋਂ ਇਸ ਦੀ ਤਸੱਲੀ ਦੇਣਾ ਵਾਂ। ਖਿਨ ਮੈਂ ਊਣੇ ਸੁਬਰ ਭਰਿਆ। ਲੱਗਦਾ ਜ਼ਿੰਦਗੀ ਊਣੀ ਰਹਿ ਗਈ। ਬਾਬਾ ਜੀ ਕਹਿੰਦੇ ਕਿ ਖਿਨ ਲੱਗੇਗਾ ਭਰ ਦੇਗਾ। ਸੱਚ ਇਹ ਹੈ ਤੇਰੀ ਜ਼ਿੰਦਗੀ 'ਚ ਕੋਈ ਊਣਤਾ, ਕੋਈ ਕਮੀ ਨਾ ਛੱਡੇਗਾ ਵਾਹਿਗੁਰੂ ਦਾ ਨਾਮ। ਖਿਨ ਮੈਂ ਊਣੇ ਸੂਬਰ ਭਰਿਆ, ਖਿਨ ਮੈਂ ਸੁੱਕੇ ਕੀਨੇ ਹਰਿਆ। ਜ਼ਿੰਦਗੀ 'ਚ ਸਭ ਕੁਝ ਘਟ ਗਿਆ, ਕਮੀ ਪੈ ਗਈ। ਬਾਬਾ ਜੀ ਕਹਿੰਦੇ ਸੁੱਕਿਆਂ ਨੂੰ ਹਰਿਆ ਕਰਨ ਦਾ ਨਾਮ। ਇਹ ਤੈਨੂੰ ਇੰਨਾ ਕੌਨਫੀਡੈਂਸ ਦੇਵੇਗਾ, ਤੂੰ ਉਹਦੇ ਸਰੂਪ ਦੇ ਵਿੱਚ ਜ਼ਿੰਦਗੀ ਦਾ ਅਸਲ ਸਰਮਾਇਆ ਕਮਾ ਲੇਗਾ। ਖਿਨ ਮੈਂ ਨਹੀਂ ਥਾਵੇਂ ਕੋ ਦੀਨੋ ਥਾਨ। ਜੇ ਤਰਸ ਕਰਨ 'ਤੇ ਆਵੇ ਵਾਹਿਗੁਰੂ ਦਾ ਨਾਮ ਸੁਰ 'ਤੇ ਚਾਉਣ ਦੀ ਦੇ ਰਿਹਾ, ਕੌਨਫੀਡੈਂਸ ਲੈਵਲ ਹੀ ਇਹ ਬੰਦੇ ਨੂੰ ਵਾਹਿਗੁਰੂ 'ਤੇ ਵਿਸ਼ਵਾਸ ਆ ਜਾਏ, ਨਥਾਵੇਂ ਨੂੰ ਥਾਂ ਮਿਲ ਜਾਂਦਾ। ਡਿੱਗਿਆਂ ਡੋਲਦਿਆਂ ਨੂੰ ਜਿਹੜੀ ਇਹ ਥਾਂ ਮਿਲ ਜਾਂਦੀ ਹੈ, ਉਹ ਆਪਣੇ ਆਪ ਨੂੰ ਸੰਭਾਲ ਲੈਂਦੇ ਨੇ। ਖਿਨ ਮੈਂ ਨਹੀਂ ਮਾਣੇ ਕੋ ਦਿਨੋਂ ਮਾਣ। ਇੱਕ ਖਿਨਨ ਆਉਂਦਾ ਹੈ ਜਿਹਦਾ ਕੋਈ ਮਾਣ ਨਹੀਂ, ਉਹਨੂੰ ਵੀ ਮਾਣ ਮਨੋਵਰ ਦੇ ਦਿੰਦਾ ਹੈ। ਆਪਾਂ ਫਿਰ ਬਾਤ ਕਰੀਏ ਜੈਨੋਸਾਈਡ ਜਿਹੜਾ ਹੋਇਆ ਨਵੰਬਰ 84 ਦੇ ਅੰਦਰ। ਸਾਡੇ ਬਹੁਤ ਸਾਰੇ ਮੈਨੂੰ ਜਿਨ੍ਹਾਂ ਨੇ ਵਿਦਿਆ ਦਾਤਾ ਸਾਨੂੰ ਪੜ੍ਹਾਉਂਦੇ ਹੁੰਦੇ ਸੀ ਗੁਰਮਤਿ ਇੰਸਟੀਟਿਊਸ਼ਨ ਦੇ ਵਿੱਚ, ਉਹ ਉਸ ਰਾਤ ਉਹਨਾਂ ਦੇ ਨਾਲ ਮਤਲਬ ਬੜਾ ਬੁਰਾ ਕਹਿੰਦੇ ਕੋਈ ਗੱਲ ਬੰਨੋ, ਕੋਈ 7 ਕਿ 8 ਕਿਲੋਮੀਟਰ ਭੱਜਿਆ ਮੈਂ, ਭੀੜ ਮੇਰੇ ਪਿੱਛੇ ਭੱਜ ਰਹੀ ਸੀ ਅਤੇ ਮੈਂ ਸਭ ਕਰਾ ਕੇ ਕਹਿੰਦੇ ਉਸ ਰੂਪ ਦੇ ਵਿੱਚ ਜਿਹੜਾ ਹੈ ਸੇਫ ਕੀਤਾ ਆਪਣੇ ਆਪ ਨੂੰ। ਅਤੇ 2 ਦਿਨ ਬਾਅਦ ਹੀ, ਕੋਈ 2 ਦਿਨ ਦੇ ਹਾਲਾਤ ਬਹੁਤੇ ਵਿਗੜੇ, 2 ਦਿਨ ਬਾਅਦ ਹੀ ਜਦੋਂ ਅਸੀਂ ਇੱਕਦਮ ਫਿਰ ਦੁਬਾਰਾ ਆਪਣੇ ਪਰਿਵਾਰਾਂ ਨੂੰ ਸਾਂਭਣ ਵਾਸਤੇ ਬਸਤੀਆਂ 'ਚ, ਕਲੋਨੀ 'ਚ ਦੁਬਾਰਾ ਗਏ, ਅਤੇ ਕਹਿੰਦੇ ਸਾਨੂੰ ਵੇਖ ਕੇ ਦੁਬਾਰਾ ਫਿਰ ਭੀੜ ਕੇ ਇਹ ਫਿਰ ਬਚ ਗਏ। ਇਹ ਕਿੱਦਾਂ ਬਚ ਗਏ? ਅਤੇ ਕਹਿੰਦੇ ਮੈਂ ਉਹਨੂੰ ਲਿਟਰਲੀ ਤੌਰ 'ਤੇ ਆਵਾਜ਼ ਮਾਰ ਕੇ ਕਿਹਾ, ਮੈਂ ਕਿਹਾ ਗੱਲ ਇਹ ਹੈ, ਸਾਡਾ ਸ਼ਬਦ ਇਹ ਕਹਿੰਦਾ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਤੂੰ ਕਿਹੜੇ ਚੱਕਰਾਂ 'ਚ ਪਿਆ ਆ? ਜੇ ਰੱਖਣ ਵਾਲਾ ਦਾਤਾ ਆ ਤੇ ਤੂੰ ਨਾ ਕਰ ਸਕੇਗਾ। ਘਰ ਢਾਤਾ, ਮਕਾਨ ਢਾਤਾ, ਦੁਕਾਨ, ਸਭ ਕੁਝ। ਕਹਿੰਦੇ ਉਸ ਤੋਂ ਵੱਡਾ ਮਕਾਨ ਹੈ, ਉਸ ਤੋਂ ਵੱਡੀ ਦੁਕਾਨ ਹੈ, ਉਸ ਤੋਂ ਵੱਡਾ ਕਾਰੋਬਾਰ ਹੈ। ਤਰਸ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਬੰਦੇ ਦੇ ਮਾਰਿਆਂ ਬੰਦੇ ਨਹੀਂ ਮੁੱਕਦੇ ਹੁੰਦੇ, ਨਾ ਬੰਦਾ ਇਸ ਰੂਪ ਵਿੱਚ ਕੋਈ ਮੁਕਾ ਸਕਦਾ। ਹਾਂ, ਉਹਨਾਂ ਨੇ ਐਡਾ ਵੱਡਾ ਗੁਨਾਹ ਕਰ ਲਿਆ ਤੇ ਤਾ ਉਮਰ ਦਾ ਕਲੰਕ ਮੱਥੇ ਤੇ ਲੱਗ ਗਿਆ, ਮਿਟੇ ਨਾ ਸਕਣਗੇ। ਇਤਿਹਾਸ ਜਦੋਂ ਤੱਕ ਰਹੇਗਾ, ਅਹਿਸਾਸ ਕਰੇਗਾ ਆਪਣੇ ਹੀ ਵਸਨੀਕਾਂ ਨੂੰ ਆਪਣੇ ਹੀ ਹੱਥਾਂ ਨਾਲ। ਬੜਾ ਸਮਾਂ ਕਹਿੰਦੇ ਰਹੇ ਜੀ ਇਹ ਦੰਗੇ 2 ਧਿਰਾਂ ਦੇ ਹੁੰਦੇ ਨੇ।
ਦੂਜੀ ਧਿਰ ਤੋਂ ਇੱਕ ਵੀ ਕੋਈ ਵਿਖਾਓ ਕਿਤੇ ਕੋਈ ਕਿਸੇ ਦੀ ਉਂਗਲ ਵੀ ਛਿੱਲੀ ਗਈ ਹੋਏ। ਇਹ ਤੇ ਮਿੱਥ ਕੇ ਕਤਲੇਆਮ ਸੀਗਾ ਸਾਰਾ। ਖੈਰ, ਜਿਹੜਾ ਬਚਨ ਇੱਥੇ ਆਇਆ, ਖਿਨ ਮੈਂ ਨਹੀਂ ਮਾਣੇ ਕੋ ਦੀਨੋ ਮਾਣ, ਸਭ ਮੈਂ ਏਕ ਰਿਹਾ ਭਰਪੂਰਾ। ਬਾਕੀ ਸਭ ਵਿੱਚ ਵਾਹਿਗੁਰੂ ਵਸਣ ਵਾਲਾ ਹੈ। ਇਹੀ ਸਿੱਖੀ ਦੀ ਦਾਤ ਆ। ਅਸੀਂ ਕੈਨੇਡਾ ਦੇ ਅੰਦਰ ਅੱਜ ਬੈਠੇ ਹਾਂ। ਇੱਥੇ ਸਿੱਖ ਨੇਸ਼ਨਸ ਵਾਲਿਆਂ ਨੇ ਕਮਾਲ ਦਾ ਕੰਮ ਕੀਤਾ। ਨਵੰਬਰ 1984 ਨੂੰ ਸਮਰਪਿਤ ਹੋ ਕੇ ਬਲੱਡ ਡੋਨੇਸ਼ਨ, ਮਿਲੀਅਨਸ ਲਾਈਵ ਬਚਾਈਆਂ। ਬੀਤੇ 2 ਦਿਨ ਤੋਂ ਵੀ ਲਗਾਤਾਰ ਕੈਂਪੇਨ ਚੱਲੀ ਪੂਰੀ ਦੀ ਪੂਰੀ। ਅੱਜ ਤੱਕ ਸਭ ਤੋਂ ਵੱਧ ਜਿਹੜਾ ਬਲੱਡ ਡੋਨੇਸ਼ਨ ਹੋਇਆ ਕੈਨੇਡੀਅਨ ਹਿਸਟਰੀ ਦੇ ਵਿੱਚ, ਇਸ ਨਵੰਬਰ ਦੇ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਹੋਇਆ ਹੈਗਾ। ਆਹ ਤਰੀਕਾ ਆ। ਇਹ ਵੀ ਗੁਰੂ ਨੇ ਤਰਸ ਕੀਤਾ ਸਾਡੇ ਤੇ। ਅਸੀਂ ਅਹਿਸਾਸ ਕਰਦੇ ਜ਼ਿੰਦਗੀ ਲੈਣ ਨਾਲੋਂ ਜ਼ਿੰਦਗੀ ਦੇਣ ਵਾਲਾ ਕਿਤੇ ਵੱਡਾ ਆ। ਬਚਨ ਆਇਆ, ਸਭ ਮੈਂ ਏਕ ਰਿਹਾ ਭਰਪੂਰਾ, ਸੋ ਜਾਪੇ ਜਿ ਸਤਿਗੁਰ ਪੂਰਾ। ਇਹ ਉਹੀ ਜਪ ਸਕਦਾ ਜਿਹਨੂੰ ਪੂਰਾ ਸਤਿਗੁਰੂ ਆਪ ਤਰਸ ਕਰਕੇ ਜਪਾਵੇ। ਕਿਆ ਹਰ ਕੀਰਤਨ ਤਾਕੋ ਆਧਾਰ, ਉਹਦੇ ਵਾਸਤੇ ਜੀਵਨ ਦਾ ਆਧਾਰ ਹਰੀ ਦਾ ਕੀਰਤਨ ਹੈ, ਜਿਹਦੇ ਉੱਤੇ ਮਾਲਕ ਨੇ ਨਜ਼ਰ ਕਰਤੀ, ਦ੍ਰਿਸ਼ਟ ਕਰ ਦਿੱਤੀ। ਕਹੋ ਨਾਨਕ ਜਿਸ ਆਪ ਦਇਆਰ, ਜਿਹਦੇ ਉੱਤੇ ਆਪ ਦਇਆ ਦੇ ਘਰ ਵਿੱਚ ਆ ਕੇ ਤਰਸ ਕਰਕੇ ਸਰੂਪ ਵਿੱਚ ਨਿਵਾਜਦਾ ਆ। ਮਹਾਰਾਜ ਬਖਸ਼ਿਸ਼ ਕਰਨ, ਇਹਨਾਂ ਆਲਮੀ ਇਲਾਹੀ ਅਗੰਮੀ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ। ਬੰਦੀ ਛੋੜ ਦਿਵਸ ਦੀ ਜਿੱਥੇ ਮੁਬਾਰਕਬਾਦ, ਉੱਥੇ ਹੀ ਨਵੰਬਰ 84 ਦੇ ਸ਼ਹੀਦਾਂ ਨੂੰ ਕੋਟਾਨ ਕੋਟ ਨਮਨ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਹੁਣ ਸ਼ਾਇਦ ਸ਼ਲੋਕ ਪੜ੍ਹੇ ਜਾਣਗੇ, ਬਾਕੀ ਬਾਬਾ ਜੀ ਤੁਹਾਨੂੰ ਅਨਾਊਂਸਮੈਂਟ ਕਰਦੇ ਨੇ ਜੋ ਭੋਗ ਦਾ ਸਮਾਂ ਹੋ ਗਿਆ ਹੈ। ਸੋ ਮੇਰੇ ਵੱਲੋਂ ਇੱਥੇ ਹੀ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੰਦੀ ਸਾਜੀ ਅਤੇ ਨਵਾਜੀ ਗਰੀਬ ਨਵਾਜ ਗੁਰੂ ਖਾਲਸਾ ਜੀ। ਸਭ ਤੋਂ ਪਹਿਲਾਂ ਜੋ ਬੰਦੀ ਛੋੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀ